ओपीनियन ਤੁਹਾਡੇ ਕੀ ਨੇ ਔਰ ਇਸ ਲੜਕੀ ਦੇ ਮਾਈਂਡ ਦੇ ਵਿੱਚ ਕੀ ਹੈ ਆਈ ਡੋਂਟ ਨੋ ਸਰ ਕਾਲ ਕਰੋ ਨੰਬਰ 4 ਕਾਲਰ ਕੀ ਕਹਿਣਾ ਚਾਹੁੰਦੇ ਹੋ ਸਾਜੀਆ ਮਹਿਤਾ ਜੀ ਨੂੰ ਔਰ ਸ਼ੀ ਸਟਕ ਨੇ ਔਰ ਬੱਚੀ ਨੇ ਸ਼ਾਦੀ ਕੀਤੀ ਹੈ ਇੰਗਲੈਂਡ ਰਹਿਣ ਲਈ ਔਰ ਉਹਨੇ ਸਪਾਂਸਰ ਕੀਤਾ ਹੈ और स्पॉन्सर करके इंग्लैंड मंगाया 2 हफ्ते रह के कनाडा आ गया थोड़ा जवाब देता है ब्लॉक टेलीफोन ब्लॉक करने ये सस्पिशियस है साडे वास्ते कि ब्लॉक क्यों कीते हैं नंबर 4 कॉल प्लीज की कहना चाहते हो बादशाह सत श्री अकाल जी 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 बादशाह मैं ये गल करनी सी देखो जी है ना भी ਤੁਹਾਡੇ ਪੇਰੈਂਟਸ ਕਿੰਨਾ ਸਮਾਂ ਹੋ ਗਿਆ ਕੈਨੇਡਾ ਇੱਥੇ ਇੰਗਲੈਂਡ ਚ ਆਇਆ ਹੋਣ ਨੂੰ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਇਹਨਾਂ ਨੂੰ 25 ਸਾਲ ਹੋ ਗਏ ਇੱਥੇ ਆਏ 25 ਸਾਲ ਕੀ ਕਾਰੋਬਾਰ ਕੀ ਕਰਦੇ ਨੇ ਇੰਗਲੈਂਡ ਦੇ ਵਿੱਚ ਤੁਹਾਡੇ ਮੰਮੀ ਡੈਡੀ ਮੇਰੇ ਮਾਮ ਜਿਹੜੇ ਨੇ ਉਹ ਨਰਸ ਨੇ ਉਹ ਮੈਨੇਜਰ ਨੇ ਨਰਸਿੰਗ ਹੋਮ ਚ ਅੱਛਾ ਤੇ ਮੇਰੇ ਫਾਦਰ ਜਿਹੜੇ ਫਾਰਮੇਸੀ ਦੀ ਜੌਬ ਕਰਦੇ ਨੇ ਸਟੋਰ ਚ ਐਨਐਚਐਸ ਚ ਅਸੀਂ ਸਾਰੀ ਫੈਮਿਲੀ ਐਨਐਚਐਸ ਚ ਜੌਬ ਕਰਦੇ ਹਾਂ नो बट साजिया ਮਹਿਤਾ ਨਾਲ ਔਰ ਸ਼ਾਦੀ ਹੋਈ ਨੂੰ ਥੋੜੇ ਮਹੀਨੇ ਹੋਏ ਆਪਣਾ ਬੱਚਾ ਇੰਗਲੈਂਡ ਜਾਂਦਾ ਤੇ 2 ਹਫ਼ਤੇ ਰਹਿ ਕੇ ਵਾਪਸ ਕੈਨੇਡਾ ਚੱਲਦਾ ਉਸ ਤੋਂ ਬਾਅਦ ਲੜਕੀ ਨੇ ਕੰਪਲੇਂਟ ਕੀਤੀ ਹੈ ਕਿ ਉਹਦਾ ਫੋਨ ਵੀ ਜਿਹੜਾ ਆ ਉਹ ਬਲੌਕ ਕਰ ਦਿੰਦਾ ਆ ਔਰ ਲੜਕੀ ਤੁਹਾਡਾ ਐਕਸੀਡੈਂਟ ਹੋਇਆ ਵੈਸੇ ਤੁਹਾਡੀ ਸਿਹਤ ਕਿਸ ਤਰ੍ਹਾਂ ਹੁਣ ਤੁਹਾਡਾ ਐਕਸੀਡੈਂਟ ਵਾਪਰ ਚੁੱਕਾ ਸੀ ਸਿਹਤ ਠੀਕ ਹਾਂ ਮੇਰੇ ਫ੍ਰੈਕਚਰ ਹੋ ਗਈ ਆ ਲੱਗ ਗਈ ਹਾਂ ਠੀਕ ਹੋ ਹੁਣ ਤੁਸੀਂ ਤੁਹਾਨੂੰ ਫਿਰ ਜੋਗ ਹੋ नहीं सर ਅਸੀਂ ਖਿਆਲ ਰੱਖਣਾ ਚਾਹੀਦਾ ਔਰ ਬੜਾ ਸੀਰੀਅਸ ਐਕਸੀਡੈਂਟ ਦੱਸਿਆ ਤੇ ਉਹ ਲੜਕੀ ਦੱਸਿਆ ਕਿ ਮੈਂ ਆਪਣੇ ਪਿਤਾ ਵਾਂਗੂ ਸੇਵਾ ਵੀ ਕਰਕੇ ਆਏ ਆਪਣੇ ਸਹੁਰਾ ਸਾਹਿਬ ਦੀ ਜੀ ਸਰ ਔਰ ਮੈਨੂੰ ਸੰਭਾਲਿਆ ਆਣ ਕੇ ਲੜਕੀ ਨੇ ਔਰ 6 ਸਾਲ ਦੀ ਬੱਚੀ ਇੰਗਲੈਂਡ ਗਈ ਹੋ ਤੁਹਾਡਾ ਪੂਰਾ ਕੀਤਾ ਸਤਿਕਾਰ ਹੈ ਲੜਕੀ ਨੇ ਕਦੇ ਤੁਹਾਨੂੰ ਅਪਸ਼ਬਦ ਨਹੀਂ ਬੋਲਿਆ ਕੋਈ ਨਹੀਂ ਸਰ ਨਹੀਂ ਹਾਂ ਤੇ ਫਿਰ ਤੁਸੀਂ ਇਹਨੂੰ ਹੈਂਡਲ ਕਰੋ ਸਿਚੁਏਸ਼ਨ ਨੂੰ ਤੁਸੀਂ ਆਪਣੀ ਵਾਈਫ ਨੂੰ ਕਹੋ ਕਿ ਐਟਲੀਸਟ ਵਾਈਫ ਤੁਹਾਡੀ ਕਾਲ ਕਰੇ ਨਾ ਲੜਕੀ ਦੀ ਮਨੀਸ਼ ਕੀ ਕਹਿਣਾ ਚਾਹੁੰਦੇ ਹੋ ਇਸ ਲੜਕੀ ਨੂੰ ਆਪਣੀ ਜੀ ਹਾਂਜੀ ਗੁੱਡ ਮਾਰਨਿੰਗ ਜੀ ਮੇਰੇ ਖਿਆਲ ਨਾਲ ਇਹਨਾਂ ਦਾ ਇਹ ਜਿਸ ਤਰ੍ਹਾਂ ਦੇ ਇਹਨਾਂ ਨੇ ਦੱਸਿਆ ਸਾਰੀ ਸਟੋਰੀ ਇਹ ਮੈਮ ਤੁਸੀਂ ਸੁਣ ਰਹੇ ਹੋ ਮੈਮ ਹਾਂਜੀ ਮੈਂ ਸੁਣ ਰਹੀ ਹਾਂ ਹਾਂਜੀ ਇਟਸ ਨੋਟ ਇਹਨਾਂ ਕੋਈ ਵੱਡਾ ਇਸ਼ੂ ਨਹੀਂ ਹੈ ਤੁਹਾਡਾ ਪੈਚਅਪ ਬਿਲਕੁਲ ਹੋ ਸਕਦਾ ਹੈ ਸੁਲਾਹ ਹੋ ਸਕਦੀ ਹੈ ਬੈਠ ਕੇ ਗੱਲ ਕਰਨ ਦੀ ਉਹ ਨਹੀਂ ਸਿਰਫ ਇਹ ਹੈ ਤੁਹਾਨੂੰ ਇੱਕ ਦੂਸਰੀ ਗੱਲ ਇੱਕ ਹੋਰ ਸੁਜੈਸ਼ਨ ਮੈਂ ਤੁਹਾਨੂੰ ਦਵਾਂਗਾ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਇੰਨੀ ਛੇਤੀ ਸਟੈਪ ਨਾ ਲਿਆ ਜੇ ਕੈਨੇਡਾ ਮੂਵ ਕਰਨ ਦਾ ਬਿਕੋਜ਼ ਮੈਂ ਵੀ ਯੂਰਪ ਤੋਂ ਹੀ ਮੂਵ ਹੋਇਆ ਬਟ ਇਟਸ ਅ ਲੋਟ ਆਫ ਹਿਊਜ ਡਿਫਰੈਂਸ ਬਿਟਵੀਨ ਵਰਕਿੰਗ ਲਾਈਫ ਐਂਡ ਸੋਸ਼ਲ ਲਾਈਫ ਬਿਟਵੀਨ ਯੂਰੋਪੀਅਨ ਕਲਚਰ ਐਂਡ ਕੈਨੇਡੀਅਨ ਕਲਚਰ ਇੱਥੇ ਥੋੜੀ ਜੀ ਡਿਫਿਕਲਟ ਹੈ ਵੈਰੀ ਹੈਜ਼ਲ ਹਾਂਜੀ ਮੈਂ ਇੰਗਲੈਂਡ ਵੀ ਰਿਹਾ ਮੈਂ 2 ਸਾਲ ਹੌਂਸਲੋ ਰਿਹਾ ਹੌਂਸਲੋ ਤੁਹਾਨੂੰ ਪਤਾ ਹੋਏਗਾ ਹੌਂਸਲੋ ਲੰਡਨ ਦੇ ਕੋਲ 에ਅਰਪੋਰਟ ਦੇ ਕੋਲ ਹੀ ਹੈ ਇਟਸ ਅ ਬਿਗ ਡਿਫਰੈਂਸ ਇੱਥੇ ਦੀ ਲਾਈਫ ਤੇ ਉੱਥੇ ਦੀ ਲਾਈਫ ਤੇ ਇੱਥੇ ਸਟਰਗਲਿੰਗ ਬਹੁਤ ਜ਼ਿਆਦਾ ਹੈ ਬੈਟਰ ਹੈ ਕਿ ਅਗਰ ਤੁਸੀਂ ਗੱਲ ਹੁੰਦੀ ਹੈ ਉਹਨਾਂ ਨੂੰ ਸਮਝਾਓ ਕਿ ਬਈ ਤੁਸੀਂ ਟਰਾਈ ਕਰੋ ਅਗਰ ਉੱਥੇ ਇੱਕ ਵਾਰ ਕੰਮ ਕਰੋ ਉੱਥੇ ਦੀ ਲਾਈਫ ਤੇ ਇੱਥੇ ਦੀ ਲਾਈਫ 'ਚ ਉਹਨਾਂ ਨੂੰ ਆਪੇ ਡਿਫਰੈਂਸ ਪਤਾ ਚੱਲ ਜਾਣਾ ਹੈ ਜਿਵੇਂ ਇੱਥੇ ਤੁਸੀਂ ਕਹਿ ਰਹੇ ਹੋ ਕਿ ਵੇਅਰ ਹਾਊਸ ਵਗੈਰਾ 'ਚ ਕੰਮ ਕਰ ਰਹੇ ਹੈ ਜਾਂ ਇੰਨੇ ਲੰਬੀਆਂ ਸ਼ਿਫਟਾਂ ਹੈ as compared to England and rest of the European countries is a big difference ਉੱਥੇ social life ਫੇਰ ਵੀ ਹੈਗੀ ਹੈ ਰਿਲੈਕਸ ਹੈਗਾ ਇੱਥੇ ਹੈਜ਼ਲ ਬਹੁਤ ਹੈ ਕੰਮ 'ਚ ਉਹ ਆਪੇ ਛੱਡ ਕੇ ਵਾਪਸ ਤੁਹਾਡੇ ਕੋਲ ਇੰਗਲੈਂਡ ਆਉਗੇ ਅਗਰ ਉਹ ਇੱਕ ਵਾਰ ਕੰਪੈਰੀਜ਼ਨ ਦੇਖ ਲੂਗੇ ਨਾ ਪ੍ਰੈਕਟੀਕਲ ਥੈਂਕ ਯੂ ਸੋ ਮਚ ਕਾਲਰ ਕਮ ਟੂ ਬੈਕ ਥੈਂਕ ਯੂ ਸਰ ਥੈਂਕ ਯੂ ਦੱਸਿਏ ਇੱਕ ਕਾਲਰ ਪਲੀਜ਼ ਸਤਿ ਸ਼੍ਰੀ ਅਕਾਲ ਭਾਜੀ ਜੀ ਮੈਂ ਤਾਂ ਸਟੋਰੀ ਸੁਣਦੀ ਪਈ ਸੀ ਵੈਸੇ ਜਿੱਦਾਂ ਹੁਣ ਇਹਨਾਂ ਦੇ ਹਿਸਾਬ ਨਾਲ ਉਹ ਮਤਲਬ ਮੁੰਡਾ ਕਹਿੰਦਾ ਹੈ ਕਿ ਕੈਨੇਡਾ ਆ ਜਾਵੇ ਮੇਰੇ ਹਿਸਾਬ ਨਾਲ ਦੇਖੋ ਭਾਜੀ ਇਹਨਾਂ ਨੂੰ ਆਪਣੇ ਘਰ ਬਚਾਉਣ ਦੇ ਲਈ ਆ ਜਾਣਾ ਚਾਹੀਦਾ ਆ ਇੱਥੇ ਦਾ ਕੁੜੀ ਦੇ ਕੋਲ ਪੇਰੈਂਟਸ ਨੇ ਘਰ ਵੀ ਦੇ ਦਿੱਤਾ ਔਰ ਮੁੰਡੇ ਨੂੰ ਕਿੰਨੀ ਈਜ਼ੀ ਲਾਈਫ ਬਣਾਤੀ ਮੇਰੇ ਮੁਤਾਬਕ ਹੌਲੀ ਹੌਲੀ ਇੰਗਲੈਂਡ ਮੁੰਡਾ ਚੱਲ ਜਾਵੇ ਪੈਸੇ ਅਰਨ ਕਰ ਲੈਣ ਪੈਸੇ ਬਣਾ ਲੈਣ ਉਸ ਤੋਂ ਬਾਅਦ ਕੈਨੇਡਾ ਵਿੱਚ ਆ ਜਾਣ ਹੌਲੀ ਹੌਲੀ ਐਡਜਸਟ ਕਰ ਲਵੇ ਆਪਣੀ ਵਾਈਫ ਦੇ ਨਾਲ ਤਾਂ ਉਹਨੂੰ ਇੰਨਾ ਮੋਹ ਪਿਆਰ ਮੁਹੱਬਤ ਕਰੇ ਕਿ ਆਪਣੇ ਆਪ ਏਸ਼ੀ ਮਤਲਬ ਆਪਣੇ ਆਪ ਨੂੰ ਇਹ ਕਰ ਸਕਦੇ ਆ ਆਈ ਕੈਨ ਸੇ ਇਨ ਸੈਂਸ ਕਿ ਮੋਡੀਫਾਈ ਇਨਸਾਨ ਕਰ ਲੈਂਦਾ ਆ ਮਾइंड चेंज कर लेंगे चलो कि ठीक है मेरा हस्बैंड कहता आई कैन मूव और राइट में कह देवे दो भी कम वी ट्राई अवर बेस्ट लेट्स सी ओपिनियन ਤੁਹਾਡੇ ਕੀ ਨੇ और इस लड़की ਦੇ ਮਾਈਂਡ ਦੇ ਵਿੱਚ ਕੀ ਹੈ आई डोंट नो ਸਾਨੂੰ ਕਾਲ ਕਰੋ ਨੰਬਰ 4 ਕਾਲਰ ਕੀ ਕਹਿਣਾ ਚਾਹੁੰਦੇ ਹੋ ਸਾਜੀਆ ਮਹਿਤਾ ਜੀ ਨੂੰ और ਸ਼ੀ ਸਟਕ ਨੇ और ਬੱਚੀ ਨੇ ਸ਼ਾਦੀ ਕੀਤੀ ਹੈ ਇੰਗਲੈਂਡ ਰਹਿਣ ਲਈ और ਉਹਨੇ ਸਪਾਂਸਰ ਕੀਤਾ ਹੈ और स्पॉन्सर करके इंग्लैंड मंगाया तो 2 हफ्ते रह के कनाडा आ गया थोड़ा जवाब देता है ब्लॉक टेलीफोन ब्लॉक करने ये सस्पिशियस है साडे वास्ते कि ब्लॉक क्यों कीते है नंबर 4 कॉलर प्लीज की कहना चाहते हो बादशाह सत श्री अकाल जी 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 बादशाह मैं ये गल करनी सी देखो जी है ना भी वो बंदे ने है ना देखो कीता तां गलत है ना जी ਇਹਨਾਂ ਨੂੰ ਇੱਧਰ ਆ ਕੇ ਗੱਲ ਕਰਨੀ ਚਾਹੀਦੀ ਜੇ ਰਹਿਣਾ ਨਹੀਂ ਰਹਿਣਾ ਹਨਾ ਦੇਖੋ ਉਹਨੇ ਇਹਦੇ ਨਾਲ ਰਿਲੇਸ਼ਨ ਵੀ ਬਣਾਏ ਉਹਨੇ ਇੱਕ ਤਰ੍ਹਾਂ ਦਾ ਯੂਜ਼ ਹੀ ਕਰਕੇ ਬਾਈ ਸਾਹਿਬ ਨੰਬਰ ਬਲੌਕ ਕਰਤੇ ਤੇ ਬਾਈ ਸਾਹਿਬ ਮੈਂ ਤਾਂ ਇਹ ਪੁੱਛਣਾ ਸੀ ਐਵਰੀ ਟਾਈਮ ਇਹ ਬਰੈਂਪਟਨ ਹੀ ਕਿਉਂ ਆ ਜੀ ਆਪਣਾ ਮੀਨਸ ਇਹ ਰੈੱਡ ਅਲਰਟ ਤੇ ਕਿਉਂ ਆ ਹਰੇਕ ਫਰਾਡ ਦੇ ਵਿੱਚ ਬਰੈਂਪਟਨ ਕਿਉਂ ਇਨਵੋਲਵ ਹੋ ਰਿਹਾ ਬਾਈ ਸਾਹਿਬ
ਤੁਸੀਂ ਜਦੋਂ ਇੱਕ ਪਹਿਲਾਂ ਵੀਡੀਓ ਤੁਹਾਡੀ ਬਹੁਤ ਵਾਇਰਲ ਹੋਈ, ਤੁਸੀਂ ਆਖਿਆ ਜੀ ਬ੍ਰੰਟਨ ਨਾ ਆਇਓ, ਉਹ ਗੱਲ ਸੱਚੀ ਆ ਬਸ। ਕਿਉਂ ਹੋ ਰਿਹਾ ਜੀ ਇਹਦਾ ਮੈਨੂੰ ਮਾੜਾ ਤੁਸੀਂ ਫਾਈਂਡ ਆਊਟ ਕਰੋ ਬਸ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਨੰਬਰ 1 ਕਾਲਰ, ਤੁਹਾਡੀ ਐਡਵਾਈਸ ਕੀ ਹੈ? ਸਾਨੂੰ ਲੇਡੀਜ਼ ਭਰਾ ਜੈਂਟਸ ਕਾਲ ਕਰਨ ਕਿ ਸਾਜੀਆ ਜੀ ਨੇ ਸ਼ਾਦੀ ਕਰਾਈ ਹੈ ਲੜਕੇ ਨਾਲ, ਲੜਕਾ ਇੰਗਲੈਂਡ ਤੋਂ ਆ ਗਿਆ ਤੇ ਹੁਣ ਬਲੌਕ ਕਰ ਦਿੱਤਾ, ਹੁਣ ਐਡਵਾਈਸ ਚਾਹੁੰਦੀ ਕਿ ਕਰੇ ਕੀ। ਔਰ ਸਾਜੀਆ ਵਿਚਾਰੀ ਬੜੀ ਚੰਗੇ ਘਰਾਣੇ ਨਾਲ ਸੰਬੰਧਿਤ ਹੈ, ਬੜੀ ਵੈਲ ਐਜੂਕੇਟਡ ਕਰ ਲਿਆ ਔਰ ਬੜਾ ਇਹ ਪਰਿਵਾਰ ਐਸਾ ਆ ਵੈਲ ਨੋਨ ਰਿਸਪੈਕਟਡ ਹੈ ਔਰ ਦੂਜੇ ਪਾਸੇ ਅੱਛੇ ਪਰਿਵਾਰ ਹੈ। ਬਟ ਪ੍ਰੋਬਲਮ ਜਿਹੜੀ ਆ ਉਹ ਹੁਣ ਇੱਥੇ ਸਟਕ ਹੈ ਕਿ ਲੜਕੇ ਨੇ ਆਪਣੇ ਫੋਨ ਵੀ ਬਲੌਕ ਕਰ ਦਿੱਤੇ ਹੈ। ਦਿਸ ਇਜ਼ ਨਾਟ ਅ ਫੇਅਰ। ਹਾਂਜੀ, ਨੰਬਰ 1 ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਰ ਜੀ, ਉੱਚੀ ਬੋਲੋ ਭੈਣ ਜੀ, ਬੋਲੋ ਜੀ ਪਲੀਜ਼। ਬਾਸੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਸਟ੍ਰੇਲੀਆ ਤੋਂ ਬੋਲ ਰਹੀ ਹਾਂ, ਬਟ ਮੈਂ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੀ, ਜਸਟ ਪ੍ਰਾਈਵੇਸੀ ਮੈਟਰ ਕਰਕੇ। ਬਟ ਮੈਂ ਸਾਜੀਆ ਨਾਲ ਬਿਲਕੁਲ ਸਹਿਮਤ ਹਾਂ, ਕੁੜੀ ਬਿਲਕੁਲ ਸਹੀ ਹੈ, ਬਿਕੋਜ਼ ਇਹ ਕੇਸ ਸੇਮ ਮੇਰੇ ਨਾਲ ਹੋਇਆ ਆਸਟ੍ਰੇਲੀਆ ਦੇ ਵਿੱਚ ਜੀ। ਮੈਂ ਹਸਬੈਂਡ ਇੰਡੀਆ ਤੋਂ ਮੈਰਿਜ ਹੋ ਕੇ ਮੈਂ ਇੱਥੇ ਆਈ ਸੀ ਤੇ ਮੇਰਾ ਹਸਬੈਂਡ ਆਲਰੇਡੀ ਅਫੇਅਰ ਸੀ ਇੱਥੇ। ਕੁੜੀ ਜਿਹੜਾ ਮੇਰਾ ਹਸਬੈਂਡ ਸੀ ਆਈਟੀ ਵਿੱਚ ਸੀ, ਇੱਥੇ ਐਡਮਿਸ਼ਨ ਲਿੱਤੀ ਹੋਈ ਸੀ ਉਹਨੇ, ਤੇ ਕੁੜੀ ਵੀ ਆਈਟੀ ਵਿੱਚ ਸੀ। ਦੋਨਾਂ ਦਾ ਅਫੇਅਰ ਸੀ ਔਰ ਦੋਨਾਂ ਨੇ ਮੇਰੀ ਮੈਰਿਜ ਹੋਈ ਬਕਾਇਦਾ। ਮੈਨੂੰ ਡਾਊਟ ਸੀ, ਮੈਂ ਸਾਰਾ ਕੁਝ ਕਨਫਰਮ ਕੀਤਾ ਹੋਇਆ ਸੀ ਕਿ ਇਹਦਾ ਚੱਕਰ ਹੈ, ਬਟ ਇਹ ਮੰਨਿਆ ਨਹੀਂ। ਮੈਨੂੰ ਬਹੁਤ ਮਨਾਇਆ, ਇਹ ਨਹੀਂ ਮੰਨਿਆ। ਉਸ ਤੋਂ ਬਾਅਦ ਚੋਂ ਮੈਂ ਜਦੋਂ ਇੱਥੇ ਆਈ, ਮੈਂ ਆਪਣੀ ਅੱਖਾਂ ਨਾਲ ਇਹਨੂੰ ਦੇਖਿਆ, ਉਹਦੇ ਨਾਲ ਘੁੰਮਦੇ ਹੋਏ। ਮੈਂ ਸਟੇਸ਼ਨ ਤੇ ਗਈ ਇਹਦਾ ਪਿੱਛਾ ਕਰਦੇ, ਕਿਉਂਕਿ ਮੈਨੂੰ ਡਾਊਟ ਸੀ, ਮੈਂ ਆਪਣੀ ਅੱਖਾਂ ਨਾਲ ਦੇਖਣਾ ਸੀ। ਜਦ ਕਿ ਮੈਂ ਬਹੁਤ ਏਦਾਂ ਦੇ ਚੀਜ਼ਾਂ ਦੇਖੀਆਂ ਉਹਦੇ ਫੋਨ 'ਚ, ਉਹਨੂੰ ਮੈਸੇਜ ਕਰਨੇ, ਆਪਦੀਆਂ ਪਿਕਸ ਭੇਜਣੀਆਂ। ਔਰ ਮੈਂ ਉਹਨੂੰ ਕੁੜੀ ਨੂੰ ਬਹੁਤ ਵਾਰੀ ਕਿਹਾ ਕਿ ਤੂੰ ਟਿਕ ਜਾ, ਮੇਰਾ ਘਰ ਨਾ ਖਰਾਬ ਕਰ। ਮੈਂ ਇਸ ਕੁੜੀ ਨਾਲ ਪੂਰੀ ਸਹਿਮਤ ਹਾਂ, ਕੁੜੀਆਂ ਹਮੇਸ਼ਾ ਗਲਤ ਨਹੀਂ ਹੁੰਦੀਆਂ। ਆਪਾਂ ਕਹਿ ਤਾਂ ਦਿੰਦੇ ਹਾਂ ਵੀ ਕੁੜੀਆਂ ਹਮੇਸ਼ਾ ਕੁੜੀਆਂ ਦਾ ਕਸੂਰ ਹੁੰਦਾ, ਮੰਨਿਆ ਚਲੋ ਕੁਛ ਕੁੜੀਆਂ ਗਲਤ ਹੁੰਦੀਆਂ ਵੀ ਨੇ, ਮੈਂ ਮੰਨਦੀ ਹਾਂ, ਪਰ ਪੰਜੇ ਉਂਗਲਾਂ ਇੱਕੋ ਵਰਗੀਆਂ ਨਹੀਂ ਹੁੰਦੀਆਂ। ਮੁੰਡੇ ਵੀ ਬਹੁਤ ਗਲਤ ਹੁੰਦੇ ਆ, ਮੁੰਡੇ ਨਾਈਸ ਵੀ ਬਹੁਤ ਹੁੰਦੇ ਆ, ਚੰਗੇ ਵੀ ਬਹੁਤ ਹੁੰਦੇ ਆ ਤੇ ਗਲਤ ਵੀ ਹੁੰਦੇ ਆ। ਆਪਣੇ ਸਮਾਜ ਵਿੱਚ ਸਾਰੇ ਤਰ੍ਹਾਂ ਦੇ ਲੋਕ ਨੇ, ਠੀਕ ਹੈ ਜੀ। ਇਹ ਚੀਜ਼ ਮੇਰੇ ਨਾਲ ਹੋਈ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ। ਅੱਜ ਇਸ ਨੂੰ 4-5 ਸਾਲ ਹੋ ਚੁੱਕੇ ਆ। ਮੈਂ ਅਜੇ ਕੁਝ ਕੀਤਾ ਨਹੀਂ, ਬਟ ਮੈਂ ਇਨ ਫਿਊਚਰ ਪੂਰੇ ਪ੍ਰੂਫ ਦੇ ਨਾਲ ਆਉਂਗੀ ਔਰ ਮੈਂ ਪੱਕਾ ਤੁਹਾਡੇ ਸ਼ੋਅ 'ਚ ਆਉਂਗੀ ਐਵਰੀਥਿੰਗ ਲੈ ਕੇ ਵਿਦ ਪ੍ਰੂਫ। ਬਟ ਹੁਣ ਮੈਂ ਆਪਣਾ ਨਾਮ ਨਹੀਂ ਦੱਸਾਂਗੀ। ਬਟ ਹਾਂ, ਇਹ ਕੁੜੀ ਨਾਲ ਮੈਂ ਐਗਰੀ ਕਰਦੀ ਹਾਂ, ਕੁੜੀ ਸਹੀ ਬੋਲ ਰਹੀ ਹੈ, ਕਿਉਂਕਿ ਮੇਰੇ ਨਾਲ ਸੇਮ ਕੇਸ ਹੋਇਆ। ਤੁਹਾਡਾ ਜਿਹੜਾ ਹਸਬੈਂਡ ਹੈ ਉਹ ਕਿੱਥੇ ਰਾਈਟ ਨਾਓ? ਤੁਹਾਡਾ ਹਸਬੈਂਡ ਕਿੱਥੇ ਹੈ? ਇੱਥੇ ਹੀ ਨੇ, ਆਸਟ੍ਰੇਲੀਆ ਵਿੱਚ ਹੀ। ਉਹਨੇ ਮੈਰਿਜ ਕਰਾ ਲਈ, ਉਹਦੇ ਘਰੇ ਬੱਚਾ ਵੀ ਹੋ ਗਿਆ। ਉਹਨੇ ਉਸੇ ਕੁੜੀ ਨਾਲ ਹੀ ਮੈਰਿਜ ਕਰਾਈ ਹੈ ਜਿਸ ਨਾਲ ਮੈਨੂੰ ਡਾਊਟ ਸੀ। ਤੁਸੀਂ ਵਿਆਹ ਕਰਾ ਲਿਆ ਆਪਣਾ? ਹਾਂਜੀ, ਮੈਂ ਆਪਣੀ ਲਾਈਫ ਚੂਜ਼ ਕਰ ਚੁੱਕੀ ਹਾਂ। ਮਤਲਬ ਮੇਰਾ ਉਹਦੇ ਨਾਲ ਹੋਣਾ ਹੀ ਨਹੀਂ ਸੀ, ਬਿਕੋਜ਼ ਛੱਡਿਆ ਹੀ ਚੰਗਾ। ਕਿਉਂਕਿ ਜੇ ਲਾਇਲ ਹਸਬੈਂਡ ਜਾਂ ਆਪਣੇ ਵਾਈਫ ਨਹੀਂ ਨਾ ਮਿਲ ਸਕਦੀ ਤਾਂ ਆਪਾਂ ਨੂੰ ਛੱਡਿਆ ਹੀ ਚੰਗਾ, ਕਿਉਂਕਿ ਮੈਰਿਜ ਕਰਾਉਣ ਦਾ ਕੋਈ ਫਾਇਦਾ ਹੀ ਨਹੀਂ ਸਰ। ਅਗਰ ਆਪਾਂ ਮੈਰਿਜ ਕਰਾਉਂਦੇ ਆ ਤਾਂ ਆਪਾਂ ਨੂੰ ਫਾਇਦਾ ਹੀ ਨਹੀਂ ਹੈਗਾ ਕਿ ਜਦੋਂ ਆਪਣਾ ਹਸਬੈਂਡ ਕਿਸੇ ਹੋਰ ਪਾਸੇ ਜਾ ਕੇ ਕਿਸੇ ਹੋਰ ਨਾਲ ਅਫੇਅਰ ਕਰੇ ਜਾਂ ਵਾਈਫ ਅਫੇਅਰ ਕਰੇ। ਥੈਂਕਸ ਗॉड ਕਿ ਇਹਨਾਂ ਨੇ ਬੱਚਾ ਨਹੀਂ ਕੋਈ ਵੀ, ਜਿਹਨੂੰ ਕਿੰਨਾ ਹਾਰਡ ਹੋ ਜਾਣਾ ਬਾਹਰ ਵਿੱਚ ਇਸ ਕੁੜੀ ਦਾ। ਫਿਰ ਆਪਣੇ ਸਾਰੀ ਯੂ ਗॉट योर ਪੁਆਇੰਟ ਕਿ ਕਿੰਨਾ ਹਾਰਡ ਇਨ ਕੇਸ ਜੇ ਤੁਸੀਂ ਬੇਬੀ ਲੈ ਲੈਂਦੇ ਦੈਨ ਵਾਟ ਯੂ ਕੈਨ ਡੂ, ਵੈਰੀ ਹਾਰਡ ਫॉर ਯੂ ਦੈਟ ਯੋਰ ਲਾਈਫ, ਰਾਈਟ? ਨਹੀਂ ਸਰ, ਜੇ ਲੜਕਾ ਹੁਣ ਤਾਂ ਧੋਖਾ ਦੇ ਰਿਹਾ ਹੈ ਤਾਂ ਤੁਸੀਂ ਅੱਗੇ ਸੋਚੋ, ਉਹਨੂੰ ਅੱਗੇ ਜਾ ਕੇ ਵੀ ਇਸ ਕੁੜੀ ਨੂੰ ਧੋਖਾ ਮਿਲ ਸਕਦਾ ਹੈ। ਸੋ ਇਸ ਲੜਕੀ ਨੂੰ ਮੈਂ ਇਹੀ ਚਾਹੁੰਦੀ ਹਾਂ, ਮੇਰੀ ਛੋਟੀ ਭੈਣ ਹੈ, ਮੈਂ ਐਡਵਾਈਸ ਕਰਾਂਗੀ ਭੈਣੇ ਇਮੋਸ਼ਨਲ ਨਾ ਹੋਈ। ਮੈਂ ਇਮੋਸ਼ਨਲ ਹੋ ਕੇ ਬਹੁਤ ਵਾਰੀ ਉਹਨੂੰ ਮਾਫ ਕੀਤਾ ਸੀ, ਐਂਡ ਤੇ ਉਹਨੇ ਮੈਨੂੰ ਹੀ ਧੋਖਾ ਦਿੱਤਾ। ਮੈਂ ਇਮੋਸ਼ਨਲ ਹੋ ਕੇ ਉਹਦੇ ਨਾਲ ਬਹੁਤ ਵਾਰੀ ਕੰਪਰੋਮਾਈਜ਼ ਕੀਤਾ ਸੀ, ਮੈਨੂੰ ਐਂਡ ਤੇ ਉਹਨੇ ਧੋਖਾ ਦਿੱਤਾ। ਮੈਨੂੰ ਇਹੋ ਜਿਹਾ ਧੋਖਾ ਦਿੱਤਾ ਕਿ ਤੁਸੀਂ ਕੋਈ ਸੋਚ ਵੀ ਨਹੀਂ ਸਕਦੇ, ਕਿ ਮੇਰੀ ਅੱਧੀ ਲਾਈਫ ਉਹਨੇ ਸਪੋਇਲ ਕਰ ਦਿੱਤੀ। ਸੋ ਮੈਂ ਇਸ ਕੁੜੀ ਨੂੰ ਐਡਵਾਈਸ ਕਰਾਂਗੀ, ਭੈਣੇ ਤੇਰੀ ਲਾਈਫ ਹੈ, ਇਮੋਸ਼ਨਲ ਨਾ ਹੋਈ। ਤੈਨੂੰ ਬਹੁਤ ਲੋਕ ਇਮੋਸ਼ਨਲ ਕਰਨਗੇ ਕਿ ਘਰ ਵਸਾ ਲੈ, ਦੇਖ ਲੈ, ਬਟ ਤੇਰੀ ਲਾਈਫ ਹੈ ਭੈਣੇ, ਤੂੰ ਸੋਚਦਾ ਹੈ ਜੋ ਤੈਨੂੰ ਸਹੀ ਲੱਗਦਾ। ਕਿਉਂਕਿ ਜੇ ਲੜਕਾ ਅੱਜ ਫਿਰ ਵਿੱਚ ਹੈ ਕਿਸੇ ਦੇ ਨਾਲ, ਕੱਲ ਨੂੰ ਫਿਰ ਤੇਰੇ ਨਾਲ ਧੋਖਾ ਕਰ ਸਕਦਾ ਹੈ। ਸੋ ਬੀ ਕੇਅਰਫੁਲ ਭੈਣੇ, ਮੈਂ ਤੇਰਾ ਮਾੜਾ ਨਹੀਂ ਚਾਹਾਂਗੀ। ਸਾਜੀਆ, ਗੋਡ ਬਲੈਸ ਯੂ। ਬਾਸੀ ਸਰ, ਥੈਂਕ ਯੂ ਸੋ ਮਚ। ਮੈਂ ਇਨ ਫਿਊਚਰ ਤੁਹਾਡੇ ਸ਼ੋਅ ਦੇ ਵਿੱਚ ਜਾਂ ਮੈਨੂੰ ਕਦੀ ਇਨ ਫਿਊਚਰ ਮੈਂ ਕੈਨੇਡਾ ਨਾ ਆ ਸਕੀ ਤਾਂ ਮੈਂ ਇੱਥੋਂ ਹੀ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਾਂਗੀ। ਮੋਸਟ ਵੈਲਕਮ। ਫਿਲਹਾਲ ਮੈਂ ਨਹੀਂ। ਮੋਸਟ ਵੈਲਕਮ। ਸ਼ੋਅ ਇਜ਼ ਤੁਹਾਡਾ ਆਪਣਾ ਹੈ ਔਰ ਯੂ ਕੈਨ ਮੈਂਸ਼ਨ ਦੈਟ ਜਿਹੜਾ ਮੁੰਡਾ ਜਿਹਨੇ ਤੁਹਾਨੂੰ ਡਿਸਟਰਬ ਕੀਤਾ। ਸਰ ਮੈਂ ਇੱਕ ਹੋਰ ਮੈਸੇਜ ਦੇਣਾ ਚਾਹਾਂਗੀ। ਮੈਂ ਜਿਹੜੀਆਂ ਕੁੜੀਆਂ ਦੂਸਰਿਆਂ ਦੇ ਘਰ ਖਰਾਬ ਕਰਦੀਆਂ, ਮੈਂ ਉਹਨਾਂ ਨੂੰ ਕਹੂੰਗੀ ਕਿ ਇਹੋ ਜਿਹੀਆਂ ਕੁੜੀਆਂ ਸਮਾਜ ਵਿੱਚ ਨਾ ਕਲੰਕ ਨੇ, ਜਿਹੜੇ ਦੂਸਰਿਆਂ ਦੀ ਕੁੜੀਆਂ ਦਾ ਘਰ ਖਰਾਬ ਕਰਦੇ ਨੇ। ਤੇ ਇਹ ਗੱਲ ਸੱਚ ਹੈ, ਮੈਂ ਕੁੜੀਆਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਤੇ ਮੈਂ ਕੁੜੀਆਂ ਨੂੰ ਬਹੁਤ ਜਿਹੜੀ ਕੁੜੀਆਂ ਜਿਹੜੀਆਂ ਕਲੈਣੀਆਂ ਕੁੜੀਆਂ ਆ, ਜਿਹੜੀਆਂ ਜਦੋਂ ਪਤਾ ਵਿਆਹ ਹੋ ਗਿਆ ਉਹਨੂੰ ਛੱਡਦੀਆਂ ਕੋਈ ਮੁੰਡੇ ਨੂੰ, ਇਹਨੀਆਂ ਕਲੈਣੀਆਂ ਜਿਹੜੀਆਂ ਚੜੇਲਾਂ ਆ, ਇਹਨਾਂ ਨੂੰ ਚੜੇਲਾਂ ਕਹੋ, ਇਹਨਾਂ ਨੂੰ ਚੜੇਲਾਂ ਕਹੋ, ਚੜੇਲਾਂ ਨੇ ਇਹ।
ਬਿਲਕੁਲ ਸਰ, ਹੁਣ ਆਪ ਵਸੀ ਹੋਈ ਹੈ ਉਹਦੇ ਨਾਲ ਹੀ, ਆਪ ਬੱਚਾ ਆਪਣਾ ਲੈ ਲਿਆ ਤੇ ਮਤਲਬ ਉਹਦੇ ਨਾਲ ਵਸ ਗਈ। ਮਤਲਬ ਮੈਂ ਕੋਸ਼ਿਸ਼ ਕੀਤੀ ਸੀ ਉਹਨੂੰ ਛਡਵਾਉਣ ਤੇ, ਪਰ ਉਸ ਕੁੜੀ ਨੇ ਨਹੀਂ ਛੱਡਿਆ। ਮੁੰਡੇ ਦਾ ਵੀ 50-50 ਕਸੂਰ ਹੈ, ਕਿਉਂਕਿ ਮੁੰਡਾ ਛੱਡ ਦਿੰਦਾ, ਜੇ ਉਹ ਨਹੀਂ ਛੱਡ ਰਹੀ ਸੀ ਤਾਂ ਤੂੰ ਵੀ ਛੱਡ ਦਿੰਦਾ ਨਾ। You can mention your ex-husband name if you want, no problem to me. नो सर, ਇਹ ਜਸਟ ਇੱਕ ਮੇਰੀ ਪ੍ਰਾਈਵੇਸੀ ਆ ਫਿਲਹਾਲ। ਮੈਂ ਨਹੀਂ, ਮੈਨੂੰ ਟਾਈਮ ਦਿਓ ਸਰ, ਮੈਂ ਇਨ ਫਿਊਚਰ ਜ਼ਰੂਰ ਕਰਾਂਗੀ। ਮੇਰੀ ਪ੍ਰਾਈਵੇਸੀ ਕਰਕੇ ਮੈਂ ਤੇ ਨਹੀਂ ਕਰਨਾ ਚਾਹੁੰਦੀ। Your choice, thank you so much. Choice ਸਰ, ਇੱਕ ਇਹ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਸਮਾਜ ਕਲੰਕ ਨੇ, ਦੂਸਰਿਆਂ ਦਾ ਘਰ ਖਰਾਬ ਕਰਦੀਆਂ, ਮੈਂ ਕਹਿੰਦੀ ਆ ਇਹੋ ਜਿਹੀਆਂ ਕੁੜੀਆਂ ਪਰਮਾਤਮਾ ਇਹੋ ਜਿਹੀਆਂ ਕੁੜੀਆਂ ਨੂੰ ਦੂਰ ਰੱਖੇ, ਚੰਗੀਆਂ ਕੁੜੀਆਂ। ਚਲੋ ਇਹਨਾਂ ਨੂੰ ਤੁਸੀਂ ਕਹੋ ਕਿ ਇਹ ਚੜੇਲਾ ਨੇ। ਠੀਕ ਹੈ, ਥੈਂਕ ਯੂ ਸੋ ਮਚ। ਇਹ ਔਰਤ ਹੀ ਔਰਤ ਦੀ ਦੁਸ਼ਮਣ ਹੈ ਸਰ, ਔਰਤ ਹੀ ਔਰਤ ਦੀ ਦੁਸ਼ਮਣ। ਥੈਂਕ ਯੂ ਸੋ ਮਚ, ਥੈਂਕਸ ਯਾਰ, ਥੈਂਕ ਯੂ ਸੋ ਮਚ। ਨੰਬਰ 4 ਕਾਲਰ ਸਾਜੀਆ, ਯੂ ਅੰਡਰਸਟੈਂਡ, ਤੁਹਾਨੂੰ ਮੈਸੇਜ ਮਿਲ ਗਿਆ, ਕੀ ਕਹਿਣਾ ਚਾਹੁੰਦੀ ਹੈ ਲੜਕੀ? ਹਾਂਜੀ ਹਾਂਜੀ ਓਕੇ ਸਾਜੀਆ, ਫॉर श्योर ਤੁਸੀਂ ਅੱਜ ਕੁਝ ਨਾ ਕੁਝ ਐਨਕਰੇਜਮੈਂਟ ਮਿਲੇਗੀ ਤੁਹਾਨੂੰ, ਔਰ ਤੁਹਾਨੂੰ ਹੌਸਲਾ ਮਿਲੇਗਾ, ਔਰ ਤੁਹਾਨੂੰ ਡਿਸੀਜਨ ਲੈਣ ਲਈ ਇੱਕ ਮੌਕਾ ਮਿਲੇਗਾ ਲੋਕਾਂ ਦੇ ਓਪੀਨੀਅਨ ਲੈ ਕੇ। ਸਾਜੀਆ, ਯੂ ਫੀਲ ਓਕੇ? ਹੈਲੋ ਜੀ। ਹਾਂਜੀ ਸਾਜੀਆ, ਤੁਸੀਂ ਫੀਲ ਕੰਫਰਟੇਬਲ ਹੋ? ਹਾਂਜੀ I'm okay. Okay, fine, because I'm worried about you, dear. ਹਾਂਜੀ, okay, number 4 caller, go ahead. ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਜੀ, ਮੈਂ ਸਾਦੀਆ ਨਾਲ ਗੱਲ ਕਰ ਸਕਦੀ ਹਾਂ? Yes, please proceed ਕਰੋ। ਹਾਂਜੀ, ਸਾਦੀਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਨਹੀਂ ਉਸੇ ਮੁੰਡੇ ਕੋਲ ਜਾਣਾ ਜਿਹੜਾ ਹੁਣੇ ਧੋਖਾ ਦੇ ਗਿਆ ਨਾ, ਉਹ ਤੁਹਾਨੂੰ ਖੇਤ ਤੱਕ ਧੋਖਾ ਦੇਊਗਾ। ਉਹ ਅੱਜ ਵੀ ਠੀਕ ਆ ਤੁਹਾਡੇ ਕੋਲ, ਤੁਸੀਂ ਨਹੀਂ ਜਾਣਾ ਉੱਥੇ ਕੈਨੇਡਾ ਨੂੰ। ਤੁਹਾਡਾ ਘਰ ਵਾ, ਤੁਹਾਡੀ ਜੌਬ ਵਾ ਬੇਟਾ, ਉੱਥੇ ਨਹੀਂ ਜਾਣਾ। ਮੇਰਾ ਕਹਿਣਾ ਮੰਨੋ, ਤੁਹਾਡੇ ਨਾਲ ਰਹਿਣਾ। ਜਿਹੜਾ ਬਲੌਕ ਕਰ ਦਿੱਤਾ ਉਹ ਤੁਹਾਨੂੰ ਕੀ ਵਾਈਫ ਸਮਝਦਾ ਹੈ? ਨਹੀਂ, ਉਹਨੂੰ ਸੱਦੋ ਇੱਥੇ ਜਾ ਕੇ ਆਪਣੇ ਪੇਰੈਂਟਸ ਕੋਲ, ਜਿੱਦਾਂ ਉਹ ਕਹਿੰਦੇ ਉਦਾਂ ਕਰਨਾ, ਤੁਸੀਂ ਠੀਕ ਰਹੋਗੇ। ਬਾਕੀ ਬਸ ਜੀ ਤੁਸੀਂ ਉਹਦੇ ਨਾਲ ਕਰੋ ਗੱਲ, ਮੁੰਡੇ ਨਾਲ, ਤੇ ਉਹਨਾਂ ਦੀ ਗੱਲ ਮੈਂ ਗੱਲ ਕਰਦੇ। ਮੈਂ ਤੇ ਇਹਨਾਂ ਨੂੰ ਸਾਜੀ ਨੇ ਗੱਲ ਕੀਤੀ ਸੀ ਕਿ ਜੋ ਮੈਂ ਕਰ ਸਕਦਾ, ਕਿਉਂਕਿ ਇਹਨਾਂ ਦਾ ਵਿਆਹ ਇੰਡੀਆ ਦੇ ਵਿੱਚ ਹੋਇਆ। ਇੰਡੀਆ ਦੇ ਵਿੱਚ ਅਸੀਂ ਉਹਨਾਂ ਤੇ 420 ਦਾ ਪਰਚਾ ਮੈਂ ਦਵਾ ਸਕਦਾ, ਜਿਹੜੀ ਮੈਂ ਮਦਦ ਕਰ ਸਕਦਾ ਕਾਨੂੰਨ ਦਾ। ਆਈ ਵਿਲ ਬੀ ਹੈਲਪ ਹਰ। ਹਾਂਜੀ, ਮੈਂ ਉਹ ਮਦਦ ਕਰਨ ਨੂੰ ਤਿਆਰ ਹਾਂ ਜੀ। ਮਦਰ ਨਾਲ ਰਹਿੰਦੀ, ਦੇਖੋ ਉਹਨੂੰ ਨਹੀਂ ਪਤਾ ਕਿ ਮੇਰੇ ਬੱਚੇ ਦਾ ਨਹੀਂ, ਕਿਉਂਕਿ ਫਰਾਡ ਹੋਇਆ ਨਾ, ਇਹ ਸਾਜੀਆ ਨਾ, ਆਈ ਵਿਲ ਬੀ ਹੈਲਪ। ਬਿਲਕੁਲ ਲੜਕੀ ਨਾਲ ਫਰਾਡ ਹੈ, ਲੜਕੀ ਬਿਲਕੁਲ ਸਹੀ ਹੈ। ਸਾਜੀਆ, ਆਈ ਐਮ ਸਟੈਂਡਿੰਗ ਵਿਦ ਯੂ, ਨੋ ਪ੍ਰੋਬਲਮ, ਓਕੇ? ਹਾਂਜੀ, ਪਹਿਲਾਂ ਉਹ ਕਹਿ ਕੇ ਗਏ, ਬਿਲਕੁਲ ਸੱਚ ਕਹਿ ਕੇ ਗਈ ਹੈ ਲੜਕੀ ਕਿ ਇਹ ਕਦੀ ਨਹੀਂ ਤੁਹਾਡੇ ਨਾਲ ਰਹੂਗਾ, ਜੇ ਇੱਥੇ ਨਹੀਂ ਆ ਕੇ ਰਹਿਣਾ ਨਹੀਂ। ਥੈਂਕਸ ਫॉर ਕਾਲਿੰਗ। ਆਓ ਸਾਨੂੰ ਸਾਜੀਆ ਨੂੰ ਐਡਵਾਈਸ ਦਿਓ, ਸਾਜੀਆ ਕਰੇ ਕੀ? ਸਾਜੀਆ ਨੂੰ ਸਟਕ ਹੋ ਗਈ ਹੈ। ਸਾਜੀਆ ਮਹਿਤਾ ਜੀ ਸਟਕ ਨੇ, ਔਰ ਆਪਣਾ ਮਾਈਂਡ, ਇੱਕ ਸਟਾਫ ਨਰਸ ਹੈ ਲੜਕੀ, ਔਰ 6 ਸਾਲ ਦਾ ਨਿੱਕਾ ਬੇਬੀ ਇੰਗਲੈਂਡ ਚ ਆਈ ਹੋਈ ਹੈ। ਕਿੰਨੀ ਅੱਛੀ ਪੰਜਾਬੀ ਬੋਲਦੀ ਹੈ। ਸਾਜੀਆ, ਆਈ ਲਵ ਯੂ, ਰਿਸਪੈਕਟ ਯੂ, ਰਿਗਾਰਡ ਯੂ। ਥੈਂਕ ਯੂ ਵੈਰੀ ਮਚ। ਮੈਨੂੰ ਬਹੁਤ ਇਨਕਰੇਜਮੈਂਟ ਲੈ ਕੇ ਆ ਸ਼ੋਅ ਤੇ ਆਈ ਆ। ਮੈਂ ਸੱਚੀ ਨਹੀਂ ਕਰਨਾ ਚਾਹੁੰਦੀ ਸੀ ਇਹ, ਬਟ ਇਹ ਮੁੰਡੇ ਨੇ ਮੈਨੂੰ ਮਜਬੂਰ ਕਰਤਾ ਹੈ ਕਰਨ ਤੇ। ਕਮ ਔਨ ਬੇਬੀ, ਡੋਂਟ ਕਰਾਈ, ਕਮ ਔਨ ਪਲੀਜ਼, ਡੋਂਟ ਕਰਾਈ, ਦਿਸ ਪਾਰਟ ਆਫ ਲਾਈਫ। ਯੂ ਆਰ ਸੋ ਲੱਕੀ, ਯੂ ਆਰ ਸੋ ਲੱਕੀ ਕਿ ਤੁਸੀਂ, ਤੁਹਾਨੂੰ 2 ਵੀਕਾਂ ਵਿੱਚ ਪਤਾ ਲੱਗ ਗਿਆ। ਅਦਰਵਾਈਜ਼ ਯੂ ਵਿਲ ਬੀ ਸਟਕ। ਇਫ ਯੂ ਗਾਟ ਬੇਬੀ, ਦੈਨ ਵਾਟ ਯੂ ਕੈਨ ਡੂ? ਨਹੀਂ, ਪਰ ਉਹਨਾਂ ਨੇ ਧੋਖਾ ਕੀਤਾ ਨਾ। I got your point. Don't worry, God will give the punishment, ਦੇਵੇਗਾ ਰੱਬ ਉਹਨੂੰ punishment ਦੇਵੇਗਾ। ਤੁਸੀਂ ਜਸਟ ਵੇਟ ਕਰੋ। ਕਾਨੂੰਨ ਜਿਹੜਾ ਆ ਉਹ ਨਹੀਂ ਭੱਜਣ ਦਿੰਦਾ ਕਿਸੇ ਨੂੰ। ਕਾਨੂੰਨ ਹਿੰਦੁਸਤਾਨ ਦਾ ਇੱਕ ਐਸਾ ਕਾਨੂੰਨ ਹੈ, ਔਰ you will see that ਜੱਜ ਸਾਹਿਬ punishment ਦੇਣਗੇ ਕਿ ਤੈਨੂੰ ਫਰਾਡ ਕੀਤਾ ਹੈ। ਨੰਬਰ 3 ਕਾਲਰ ਪਲੀਜ਼। ਹੈਲੋ, ਜਸਟ ਪ੍ਰੋਸੀਡ। ਹਾਂਜੀ, ਪਹਿਲੀ ਗੱਲ ਹੈ ਜੀ ਇਹ ਵੀ ਮੁੰਡੇ ਦੀ ਜਿਹੜੀ ਇਹ ਗੱਲਾਂ ਨੇ ਜੀ, ਇਹ ਕੋਈ ਚੰਗੇ ਘਰਾਣੇ ਵਾਲੀ ਗੱਲ ਨਹੀਂ ਹੈਗੀ। ਵੀ ਕਿਸੇ ਦੀ ਕੁੜੀ ਨੂੰ ਅਸੀਂ ਜਾਣਦੇ ਆ, ਵਿਆਹੁੰਦੇ ਆ ਜੀ, ਆਪਣੀ ਘਰ ਵਾਲੀ ਬਣਾਉਂਦੇ ਆ, ਤੇ 15 ਦਿਨ ਉਹਨੂੰ ਯੂਜ਼ ਕਰਕੇ ਉਹਦੇ ਨਾਲ ਰਹਿ ਕੇ ਜੀ ਮੁੜ ਕੇ ਕਹਿ ਦੋ ਜੀ ਸਾਨੂੰ ਤਾਂ ਤੁਹਾਡਾ ਇੰਗਲੈਂਡ ਪਸੰਦ ਨਹੀਂ। ਇਹ ਜੀ ਚੰਗੇ ਘਰਾਣੇ ਵਾਲੇ ਕਿਸੇ ਆਪਣੇ ਮੁੰਡੇ ਨੂੰ ਐ ਕਰਨ ਨਹੀਂ ਦੇਣਗੇ ਕਦੇ, ਕਿਸੇ ਦੀ ਹਿੰਮਤ ਹੀ ਨਹੀਂ ਪਊਗੀ ਐ ਕਰਨ ਦੀ ਜੀ। ਦੂਜੀ ਗੱਲ ਜੀ, ਸ਼ਾਦੀਆ ਜੀ ਦੀ ਜਿਹੜੇ ਪੇਰੈਂਟਸ ਇਹਨਾਂ ਨੇ ਸਾਰੀ ਉਮਰ ਹਾਸਲ ਕੀਤੀ ਆਪਣੇ ਘਰ ਬਣਾਉਣ ਪਿੱਛੇ। ਬੰਦੇ ਦੇ 100 ਸੁਪਨੇ ਹੁੰਦੇ ਆ, 100 ਚੀਜ਼ਾਂ ਸੋਚ ਕੇ ਆਪਣਾ ਘਰ-ਬਾਰ ਬਣਾਉਂਦਾ। ਸਾਰੇ ਉਹ ਉੱਥੇ ਵੈਲ ਐਸਟੈਬਲਿਸ਼ਡ ਹੈ ਇੰਗਲੈਂਡ ਦੇ ਵਿੱਚ। ਇਹ ਛੋਟੀ ਜੀ ਉੱਥੇ ਆਈ ਹੈ, ਉਸ ਹਿਸਾਬ ਨਾਲ ਅਡੈਪਟ ਹੋਈ ਹੋਈ ਆ, ਤੇ ਹੁਣ ਉਹ 15 ਦਿਨ ਦੇ ਵਿੱਚ ਆ ਕੇ ਮੁੰਡਾ ਕਹਿੰਦਾ ਤੁਸੀਂ ਸਾਰੀ ਉਮਰ ਦਾ ਆਪਣਾ ਸੈਟਅਪ ਸਭ ਕੁਝ ਛੱਡ ਕੇ ਜੀ ਆ ਜਾਓ ਕੈਨੇਡਾ। ਇਹ ਹੁਣ ਉਹ ਕੌਣ ਹੁੰਦਾ ਡਿਸੀਜਨ ਲੈਣ ਵਾਲਾ ਜੀ? 15ਵੇਂ ਦਿਨ ਆ ਕੇ ਕਹਿ ਦਿੰਦਾ ਜੀ ਤੂੰ ਛੱਡ ਦੇ ਸਾਰਾ ਕੁਝ। ਉਹ ਸਾਰੀ ਉਮਰ ਉੱਥੇ ਰਹਿ ਕੇ ਉਹਨਾਂ ਨੇ ਆਪਣੀ ਅੱਖਾਂ ਮੂਹਰੇ ਬਣਾਇਆ ਜੀ ਸਾਰਾ ਕੁਝ। ਤੇ ਤੀਜੀ ਚੀਜ਼ ਮੈਂ ਇਹ ਕਹੂੰਗਾ ਜੀ, ਸ਼ਾਇਦ ਜੀ ਤੁਸੀਂ ਟੈਨਸ਼ਨ ਨਾ ਲਓ, ਇੱਥੇ ਤਾਂ ਤੁਸੀਂ ਸ਼ੁਕਰ ਕਰੋ ਤੁਹਾਡਾ ਘਰ ਕੋਲ ਨਹੀਂ ਪਕਾਤਾ ਉਹਨੇ, ਗਾਂ ਕੁਝ ਹੋਰ ਨਹੀਂ ਕਰਦਾ, ਤੁਹਾਡਾ ਹਲੇ ਡੈਮੇਜ ਕੁਝ ਵੀ ਨਹੀਂ ਹੋਇਆ, ਤੁਹਾਨੂੰ ਹੁਣ ਪਤਾ ਲੱਗ ਗਿਆ ਤਾਂ ਤੁਸੀਂ ਬਚ ਗਏ। ਤੁਸੀਂ ਇਸ ਕਰਕੇ ਟੈਨਸ਼ਨ ਨਾ ਲਓ, ਸਭ ਹੋ ਜਾਣਾ ਜੀ ਸਹੀ। ਸੱਚ ਜੀ, ਔਰ ਤੁਹਾਨੂੰ ਲੋਕ ਜਿਹੜੇ ਨੇ ਹੌਸਲਾ ਦੇ ਰਹੇ ਨੇ। ਆਈ ਥਿੰਕ ਯੂ ਸ਼ੁਡ ਗ੍ਰੇਟ। ਨੰਬਰ 2 ਕਾਲਰ। ਹਾਂਜੀ, ਨੰਬਰ 2 ਮੁਹੰਮਦ ਲਾਈਨ ਤੇ ਤੁਸੀਂ।
ਜੀ ਬਾਕੀ ਸਾਹਿਬ ਮੇਰਾ ਕੁਐਸਚਨ ਹੈ ਵੇ ਕਿ ਇਹਨਾਂ ਨੂੰ ਪੁੱਛੋ ਕਿ ਲੜਕਾ ਇੰਗਲੈਂਡ ਤੋਂ ਕੈਨੇਡਾ ਕਿਸ ਤਰ੍ਹਾਂ 15 ਦਿਨ ਵਿੱਚ ਵੀਜ਼ਾ ਲਗਵਾ ਕੇ ਆ ਗਿਆ ਔਰ ਉਹਦਾ No, he's already PR ਸੀਗਾ ਉਹ। Okay, I'm sorry, I didn't hear that. Okay, thank you so much. PR ਸੀਗਾ। Number 1 caller, go ahead please. Number 1 caller। ਹਾਂਜੀ ਸਤਿ ਸ੍ਰੀ ਅਕਾਲ ਬਾਸੀ ਸਾਹਿਬ ਜੀ। ਮੈਂ ਗੁਰਨਾਮ ਸਿੰਘ ਬੋਲਦਾ ਜੀ ਆਟਵਾ ਤੋਂ ਜੀ। ਪਰ ਮੇਰਾ ਸਵਾਲ ਤਾਂ ਇਦਾਂ ਮੈਂ ਸਾਡੇ ਘਰ ਦੇ ਨਾ ਪਿੱਛੋਂ ਦੀ ਦਰਵਾਜ਼ਾ ਤੋੜ ਕੇ ਚੋਰੀ ਹੋ ਗਈ। ਹਾਂਜੀ 6 ਸਾਲ ਦੀ ਬੱਚੀ ਹੋਵੇ, ਇੰਡੀਆ ਤੋਂ ਗਈ ਹੋਵੇ, ਇੰਗਲੈਂਡ ਵਿੱਚ ਨਰਸ ਬਣੀ ਹੋਵੇ, ਉਹਦੇ ਬਾਵਜੂਦ ਵੀ ਪੇਰੈਂਟਸ ਨੂੰ ਕਹੇ ਹਾਂ ਤੁਸੀਂ ਮੇਰੀ ਸ਼ਾਦੀ ਕਰ ਦਿਓ, ਐਗਰੀ ਕਰਦੀ ਹੋਵੇ ਤਾਂ ਬੱਚਾ ਇੱਥੇ ਆਣ ਕੇ ਟਿਕਟ ਵੀ ਕੁੜੀ ਨੇ ਲਾਈ ਹੋਵੇ, ਆਪ 에ਅਰਪੋਰਟ ਤੇ ਪੈਕ ਕੀਤਾ ਹੋਵੇ, 2 ਹਫ਼ਤੇ ਬਾਅਦ ਬੱਚਾ ਭੱਜਿਆ ਆਵੇ ਇੱਥੇ ਇੰਗਲੈਂਡ ਦੇ ਵਿੱਚ, ਇੰਗਲੈਂਡ ਤੋਂ ਕੈਨੇਡਾ 'ਚ, ਤਾਂ ਹੁਣ ਬਲੌਕ ਕਰ ਦੇਵੇ। ਕਿੰਨਾ ਹਾਰਡ ਇਸ ਲੜਕੀ ਬਾਰੇ। ਸੋ ਜਿਹੜੀਆਂ ਔਰਤਾਂ ਨੇ, ਔਰਤ ਹੀ ਦੁਸ਼ਮਣ ਹੁੰਦੀ ਹੈ। ਇਹ ਜਿਹੜੀਆਂ ਔਰਤਾਂ ਨੇ ਕੁਝ ਵਿਆਹ ਹੋਏ ਬੰਦਿਆਂ ਨੂੰ ਜਿਹੜਾ ਨੁਕਸਾਨ ਪਾਉਂਦੀਆਂ, ਤੁਹਾਨੂੰ ਫਿਊਚਰ ਖਰਾਬ ਕਰਦੀਆਂ, ਇਹਨਾਂ ਤੋਂ ਬਚਣਾ ਚਾਹੀਦਾ ਹੈ ਮਰਦ ਲੋਕਾਂ ਨੂੰ। ਸੋ ਉਹਨਾਂ ਔਰਤਾਂ ਨੂੰ, ਲੇਡੀਜ਼ ਨੂੰ ਸ਼ਰਮ ਹੈ ਚਾਹੀਦਾ ਆ ਜਿਹੜਾ ਕਿ ਵਿਆਹੇ ਬਾਰੇ ਬੰਦੇ ਨੂੰ ਡਿਸਟਰਬ ਕਰਦੀਆਂ ਨੇ ਲਾਈਫ ਨੂੰ। ਸ਼ੇਮ ਫਾਰ ਦੋਸ ਲੇਡੀਜ਼ ਜਿਹੜੇ ਕਿ ਡਿਸਟਰਬ ਕਰਦੀਆਂ ਨੇ, ਕਿਉਂਕਿ ਇਹਦੇ ਨਾਲ ਇਹ ਹੁਣ ਲੜਕੀ ਜਿਹੜੀ ਆ ਇਹ ਕਲੇਮ ਕਰ ਰਹੀ ਹੈ ਕਿ ਇਹਨੇ ਵੇਖਿਆ ਜੋ ਸੁਣਿਆ ਕਿ ਕਿਸੇ ਲੜਕੀ ਦੇ ਨਾਲ ਹੋਰ ਗੱਲਬਾਤ ਕਰਦਾ ਸੀਗਾ। ਇਹਦੇ ਨਾਲ ਡਿਸਟਰਬ ਕਰਨ ਵਾਲੀ ਦੂਜੇ ਘਰ ਨੂੰ ਉਹ ਲੜਕੀ ਹੈ, ਜੋ ਵੀ ਜਿਹੜੀ ਵੀ ਹੈ, ਜਿੱਥੇ ਵੀ ਹੈ, ਵੀ ਡੋਂਟ ਨੋ ਦੈਟ। ਸੋ ਮੈਂ ਹੁਣ 5 ਮਿੰਟ ਲਈ ਇਹ ਟਾਕ ਸ਼ੋ ਕਰਾਂਗਾ। ਮੈਂ ਚਾਹੁੰਦਾ ਕਿ ਸਾਡੀਆਂ ਭੈਣਾਂ ਹੌਸਲਾ ਦੇਣ। ਹਰ ਇੱਕ ਔਰਤ ਦਾ ਕੋਈ ਨਾ ਕੋਈ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ, ਉਹਦੇ ਆਪਣੇ ਨਾਲ ਜਾਂ ਉਹਨਾਂ ਰਿਸ਼ਤੇਦਾਰੀ ਵਿੱਚ ਜਾਂ ਉਹਨਾਂ ਦੇ ਬੱਚਿਆਂ ਨਾਲ ਹੋਇਆ ਹੁੰਦਾ, ਤਾਂ ਉਹਨੂੰ ਕਿਵੇਂ ਹੈਂਡਲ ਕੀਤਾ। ਇਹ ਸਟੋਰੀਆਂ ਪੇਸ਼ ਕਰਨ ਦਾ, ਟੈਲੀਕਾਸਟ ਬ੍ਰੌਡਕਾਸਟ ਕਰਨ ਦਾ ਸਾਡਾ ਮਕਸਦ ਇਹੀ ਆ ਤਾਂ ਕਿ ਅਸੀਂ ਵੀ ਉਹਨਾਂ ਲੋਕਾਂ ਨੂੰ ਦੱਸ ਸਕੀਏ ਜਿਹੜੇ ਲੋਕ ਵਿਕਟਮ ਨੇ ਕਿ ਅਸੀਂ ਇਸ ਤਰ੍ਹਾਂ ਡੀਲ ਕੀਤਾ ਸੀ ਤਾਂ ਅਸੀਂ ਬਚ ਗਏ ਆ, ਜਾਂ ਤੁਸੀਂ ਕਿਸੇ ਕਹਿਣ ਦੇ ਮੁਤਾਬਕ ਡੀਲ ਕੀਤਾ ਤਾਂ ਫਿਰ ਫਸ ਗਏ ਆ। ਇਹਨਾਂ ਬੰਦਾ ਬਹੁਤ ਕੁਝ ਆਪਣੀ ਜ਼ਿੰਦਗੀ ਵਿੱਚ ਪਰਿਵਰਤਨ ਲਿਆ ਸਕਦਾ। ਇਹਨਾਂ ਸਟੋਰੀਆਂ ਦਾ ਮਕਸਦ ਕਿਸੇ ਨੂੰ ਡੈਮੇਜ ਕਰਨਾ ਨਹੀਂ ਹੈ। ਇਹਨਾਂ ਸਟੋਰੀਆਂ ਨੂੰ ਟੈਲੀਕਾਸਟ ਦਾ ਮਕਸਦ ਕੀ ਆ? ਅੱਜ ਸਾਜੀਆ ਜੀ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਘੁੰਮਣ ਗਈਆਂ ਅਤੇ ਕੁਝ ਚੀਜ਼ਾਂ ਇਹ ਫॉर श्योर ਉਹਨਾਂ ਸੋਚਣਗੇ ਕਿ ਮੈਂ ਨਾ ਮੁੜ ਕੇ ਰਿਸਕ ਲਵਾਂ, ਮੈਂ ਨਾ ਜਾਵਾਂ, ਮੇਰੇ ਨਾਲ ਆ ਹੋ ਸਕਦਾ, ਮੇਰੇ ਨਾਲ ਆ ਹੋ ਸਕਦਾ। ਸੋ ਆਓ ਮੈਨੂੰ ਭੈਣਾਂ ਤੇ ਭਰਾ ਸੀਰੀਅਸ ਲੋਕ ਕਾਲ ਕਰਨ ਕਿ ਇਸ ਲੜਕੀ ਨੂੰ ਇੰਗਲੈਂਡ ਵਿੱਚ ਜੋ ਇਸ ਵੇਲੇ ਕਾਲ ਕਰ ਰਹੀ ਹੈ ਕਿ 15 ਦਿਨ ਰਹਿ ਕੇ ਇੰਗਲੈਂਡ ਭੱਜਿਆ ਆ ਔਰ ਇਹ ਮਾਂ-ਬਾਪ ਨੇ ਇਹਨੂੰ ਘਰ ਵੀ ਲੈ ਦਿੱਤਾ ਕਿ ਤੁਸੀਂ ਇਸ ਘਰ ਵਿੱਚ ਰਹੋ। ਇਸ ਬੰਦੇ ਨੂੰ ਹੋਰ ਕੀ ਚਾਹੀਦਾ ਸੀ? ਸੋ ਇਹਦੇ ਬਾਰੇ ਵਿੱਚ ਚੰਗੀਆਂ ਸਟੋਰੀਆਂ ਲਿਆਉਣਾ ਮਕਸਦ ਸਾਡਾ ਇਹੀ ਆ ਕਿ ਲੋਕਾਂ ਦੇ ਘਰ, ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਚ ਸਕੇ। ਹਾਂਜੀ ਨੰਬਰ 1 ਰਾਜਵਿੰਦਰ ਲਾਈਨ ਤੇ ਤੁਸੀਂ। ਇਹ ਕਹਿਣਾ ਵੀ ਜਿਹੜਾ ਬੰਦੇ ਨੇ ਕੀਤਾ ਇਹਨੂੰ ਕੋਈ ਸ਼ਰਮ ਨਹੀਂ ਹੈਗੀ। ਇੰਨੀ ਨਾਈਸ ਕੁੜੀ ਉਹ ਗੱਲ ਕਰ ਰਹੀ ਆ, ਇਦਾਂ ਦੇ ਬੰਦੇ ਨੂੰ ਤਾਂ ਲਾਹਨਤਾਂ ਹੀ ਪਾ ਸਕਦੇ ਆ, ਹੋਰ ਤਾਂ ਕੁਝ ਨਹੀਂ ਕਹਿ ਸਕਦੇ। ਪਰ ਮੈਂ ਕਹਿੰਦਾ ਇਹ ਬਚ ਗਈ ਇਹਦੇ ਤੋਂ ਵੀ ਜੋ ਇਹਨੇ ਕੀਤਾ ਵਾ ਕੋਈ ਉਹ ਐਕਸੈਪਟੇਬਲ ਨਹੀਂ ਹੈਗਾਗਾ। ਉਹ ਵਿਚਾਰਿਆਂ ਨੇ ਘਰ ਲੈ ਕੇ ਦਿੱਤਾ, ਇਹਨੇ ਉਹਨਾਂ ਨੇ ਪੈਸੇ ਲਾਏ, ਸਾਰੀ ਗੱਲ ਸੋਚੀ, ਕੀ ਇਹ ਬੰਦੇ ਨੇ ਸੋਚਿਆ? ਇਦਾਂ ਦੇ ਬੰਦੇ ਨੂੰ ਤਾਂ ਲਾਹਨਤਾਂ ਹੀ ਪਾ ਸਕਦੇ ਆ। ਪਰਮਾਤਮਾ ਆਪੇ ਦੇਖੋ ਇਹਨਾਂ ਨੂੰ। ਥੈਂਕ ਯੂ। ਅੱਛਾ ਆਪਣੇ ਦੂਸਰੇ ਸਾਜੀਆ, ਤੁਸੀਂ ਕਿੰਨੇ ਭੈਣ ਭਰਾ ਕਿੰਨੇ ਹੋ? ਮੈਂ ਤੇ ਮੇਰੇ ਬ੍ਰਦਰ ਹੀ ਆ। ਤੁਹਾਡੇ ਪੇਰੈਂਟਸ ਕਿੰਨਾ ਸਮਾਂ ਹੋ ਗਿਆ ਕੈਨੇਡਾ ਇੱਥੇ ਇੰਗਲੈਂਡ ਚ ਆਇਆ ਹੋਏ ਨੂੰ? ਕਿੰਨੇ ਸਾਲਾਂ ਤੋਂ ਰਹਿ ਰਹੇ ਨੇ? ਇਹਨਾਂ ਨੂੰ 25 ਸਾਲ ਹੋ ਗਏ ਇੱਥੇ ਆਏ। 25 ਸਾਲ। ਕੀ ਕਾਰੋਬਾਰ ਕੀ ਕਰਦੇ ਨੇ ਇੰਗਲੈਂਡ ਦੇ ਵਿੱਚ ਤੁਹਾਡੇ ਮੰਮੀ ਡੈਡੀ? ਮੇਰੇ ਮਮ ਜਿਹੜੇ ਨੇ ਉਹ ਨਰਸ ਨੇ, ਉਹ ਮੈਨੇਜਰ ਨੇ ਨਰਸਿੰਗ ਹੋਮ ਚ। ਅੱਛਾ। ਤੇ ਮੇਰੇ ਫਾਦਰ ਜਿਹੜੇ ਫਾਰਮਾਸਿਸਟ ਦੀ ਜੌਬ ਕਰਦੇ ਨੇ ਸਟੋਰਸ ਚ, NHS ਚ। ਅਸੀਂ ਸਾਰੀ ਫੈਮਿਲੀ NHS ਚ ਜੌਬ ਕਰਦੇ ਹਾਂ। ਵਾਟ ਐਲਸ ਯੂ ਨੀਡ? ਮੈਂ ਹੈਰਾਨ ਆ ਕਿ ਇਸ ਮੁੰਡੇ ਨੂੰ ਇੰਨੀ ਪੜ੍ਹੀ ਲਿਖੀ ਫੈਮਿਲੀ ਮਿਲੀ ਆ ਔਰ ਫਾਦਰ ਨੇ ਘਰ ਲੈ ਕੇ ਦੇ ਦਿੱਤਾ। ਉਹ ਭਲਿਆ ਮਾਨਸ ਨੂੰ ਘਰ ਮਿਲ ਗਿਆ, ਜ਼ਿੰਦਗੀ ਦੇ ਵਿੱਚ ਚੰਗੀ ਕੁੜੀ ਮਿਲ ਗਈ, ਚੰਗਾ ਪਰਿਵਾਰ ਮਿਲ ਗਿਆ, ਤੈਨੂੰ ਧੋਖਾ ਦੇ ਦਿੱਤਾ। ਦੈਟਸ ਨਾਟ ਫੇਅਰ। ਐਨੀਵੇ ਅਸੀਂ ਇੱਕ ਪਰਚਾ ਦਰਜ ਕਰਾਵਾਂਗੇ ਇੰਡੀਆ ਦੇ ਵਿੱਚ। ਇਹ ਭੱਜਣ ਨਹੀਂ ਦਿੰਦੇ, ਫਿਕਰ ਨਾ ਕਰੋ, ਅਸੀਂ ਤੁਹਾਡੀ ਹੈਲਪ ਕਰਾਂਗੇ ਜੋ ਵੀ ਮਦਦ ਹੋਈ। ਸਾਜੇ ਜੀ ਡੋਂਟ ਵਰੀ, ਟੈਲ ਯੂਰ ਪੇਰੈਂਟਸ। ਮੈਂ ਉਹਨਾਂ ਨਾਲ ਗੱਲ ਕਰਾਂਗਾ ਇੱਕ ਦਿਨ। ਸੋ ਘਬਰਾਉਣਾ ਨਹੀਂ ਹੈ। ਡਜ਼ਨਟ ਮੈਟਰ ਕਿ ਭਾਵੇਂ ਜਿਹਦਾ ਮਰਜ਼ੀ ਮੁੰਡਾ ਹੋਵੇ, ਮਿਨਿਸਟਰ ਦਾ ਹੋਵੇ, ਮਿਨਿਸਟਰ ਭਾਵੇਂ ਭਰਾ ਹੋਵੇ, ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਆ। ਅਦਾਲਤ ਦਾ ਸਤਿਕਾਰ ਕਰੋ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੋ। ਯੂ ਡੋਂਟ ਵਰੀ ਅਬਾਊਟ ਇਟ। ਅਸੀਂ ਕੁਝ ਕਾਲ ਲੈ ਰਹੇ ਹਾਂ, ਤੁਹਾਨੂੰ ਕੁਝ ਲੋਕ ਐਡਵਾਈਸ ਦੇਣਗੇ ਆਪਣੀ ਜ਼ਿੰਦਗੀ ਦੀ। ਤੁਸੀਂ ਕਰਿਓ ਕਿ ਤੁਸੀਂ ਹੁਣ ਮੁੰਡਾ ਕਹਿੰਦਾ ਕਿ ਇੱਥੇ ਆ ਜਾ, ਪਰ ਉਹਨੂੰ ਬਲੌਕ ਕਰ ਲਿਆ। ਕੀ ਤੁਹਾਡੇ ਮੁਤਾਬਕ ਸਾਜੀਆਂ ਨੂੰ ਕੈਨੇਡਾ ਆ ਜਾਣਾ ਚਾਹੀਦਾ
ਜਾਂ ਨਹੀਂ ਆਉਣਾ ਚਾਹੀਦਾ, ਤੁਸੀਂ ਕਾਲ ਕਰਕੇ ਸਾਨੂੰ ਦੱਸੋ। ਇਹ ਨਾ ਹੋਵੇ ਆਪਣੀ ਜ਼ਿੰਦਗੀ ਇਹ ਇੱਥੇ ਆਣ ਕੇ ਖਰਾਬ ਕਰ ਲਵੇ, ਬਰਬਾਦ ਕਰ ਲਵੇ। ਨੰਬਰ 1 ਕਾਲ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਬਸ ਹੈਲਪ ਕਰੋ ਜੀ, ਕੁੜੀ ਦੀ ਵਿਚਾਰੀ ਭੋਲੀ ਮਾਨਸ ਲੱਗਦੀ ਕੁੜੀ ਵਿਚਾਰੀ। ਤੁਸੀਂ ਕਹਿਣਾ ਇਹਨੂੰ ਐਡਵਾਈਸ ਦਿਓ ਲੜਕੀ ਨੂੰ, ਬੋਲੋ। ਹਾਂਜੀ ਸਿਆਣੇ ਬਣੇ ਕੋਈ ਟਾਈਮ ਕੋਲ ਹੋ ਜੂ, ਠੀਕ ਹੋ ਜਾਣਾ, ਬਸ ਤੁਹਾਡੇ ਹੱਥ ਆ ਗਈ, ਸਭ ਠੀਕ ਹੋ ਜਾਊਗਾ ਜੀ। ਨਹੀਂ ਕੀ ਕਰੇ ਲੜਕੀ, ਕੀ ਕਰੇ ਹੁਣ? ਕਿਹੜਾ ਮੁੰਡੇ ਨੂੰ ਵਾਪਸ ਜਾਣਾ ਚਾਹੀਦਾ ਉੱਥੇ, ਫਿਰ ਦੋਨੇ ਆ ਜਾਣ ਰਾਇ ਕਰਕੇ। ਤੁਸੀਂ ਗੱਲ ਨਹੀਂ ਕਰ ਰਹੇ, ਤੁਸੀਂ ਤਾਂ ਬੱਚੇ ਵਾਲੀ ਗੱਲ ਕਰ ਰਹੇ ਹੋ। ਉਹ ਮੁੰਡਾ ਤੇ ਆਣ ਕੇ ਬਲੌਕ ਕਰ ਗਿਆ, ਮਾਂ ਨੇ ਵੀ ਬਲੌਕ ਕਰਤਾ ਨੰਬਰ। ਹਾਂਜੀ ਤਾਂ ਇਹ ਹੁਣ ਗੱਲ ਕਿੰਨਾ ਕਰੇ? ਖਰਚਾ ਕੀਤਾ ਵਿਆਹ ਤੇ, ਕੁੜੀ ਨੇ ਸਪਾਂਸਰ ਤੇ ਕੀਤਾ, ਟਿਕਟ ਲਾ ਖਰਚ ਕੀਤਾ ਔਰ ਘਰ ਲੈ ਕੇ ਦਿੱਤਾ। ਸਾਜੇ ਜਿਹੜਾ ਘਰ ਆ ਇਹ ਤੇਰੇ ਨਾਂ ਤੇ ਹੀ ਨਾ, ਕੱਲੀ ਦੇ ਤਾਂ ਤੁਹਾਡੇ ਕਿਤੇ ਇਹਦੇ ਹਸਬੰਡ ਦੇ ਨਾਂ ਤੇ ਤਾਂ ਨਹੀਂਗਾ? ਨਹੀਂ ਹਜੇ ਦੋਨਾਂ ਦੇ ਨਾਮ ਤੇ ਕਰਵਾਉਣਾ ਸੀ। ਮੇਰੇ ਪੈਰੈਂਟਸ ਨੇ ਕਿਹਾ ਸੀ ਕਿ ਜੁਆਇੰਟ ਕਰਵਾਉਣਾ ਵਾ, ਪਰ ਉਸ ਤੋਂ ਪਹਿਲੇ ਇੱਥੋਂ ਮੇਕ ਸ਼ੋਰ ਕਿ ਜਦੋਂ ਵੀ ਤੁਸੀਂ ਇਹਨਾਂ ਹਾਲਾਤਾਂ ਵਿੱਚ ਸ਼ਾਦੀ ਕਰਾਉਣੀ ਹੋਵੇ, ਆਉਣ ਵਾਲੇ ਦਿਨਾਂ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ, ਜਿਹਦੇ ਕੋਲ ਪ੍ਰਾਪਰਟੀ ਆ, ਇੱਕ ਚੀਜ਼ ਨੋਟ ਕਰ ਲਵੇ, ਦੇ ਸ਼ੁੱਡ ਪ੍ਰੀ ਨੈਪਚੁਅਲ ਐਗਰੀਮੈਂਟ ਹੋਣਾ ਚਾਹੀਦਾ ਤੁਹਾਡਾ ਮੈਰਿਜ ਦਾ। ਯੂ ਗॉट ਮਾਈ ਪੁਆਇੰਟ? ਹਾਂਜੀ ਯਾ ਬਿਲਕੁਲ ਹਾਂਜੀ। ਤੁਸੀਂ ਸਮਝ ਗਏ ਮੈਂ ਮਤਲਬ ਮੈਂ ਤੁਹਾਨੂੰ ਕੀ ਕਿਹਾ? ਪ੍ਰੀ ਨੈਪਚੁਅਲ ਐਗਰੀਮੈਂਟ ਜਿਹੜਾ ਹੋਣਾ ਚਾਹੀਦਾ ਆ। ਬਿਲਕੁਲ ਹਾਂਜੀ। ਤੁਸੀਂ ਕਰਾਇਆ ਇਹ? ਨਹੀਂ ਸੋ ਹਜੇ ਬੇਸਿਕਲੀ ਨਾਮ ਮੇਰੇ ਨਾਮ ਤੇ ਹੀ ਆ ਘਰ ਮੇਰਾ। ਬਟ ਇਨ ਦੀ ਫਿਊਚਰ ਜਿਨ੍ਹਾਂ ਨੇ ਵਿਆਹ ਕਰਾਉਣਾ, ਜਿਹਨਾਂ ਕੋਲ ਜ਼ਮੀਨ ਪ੍ਰਾਪਰਟੀ ਆ, ਇਹ ਕੀ ਕਰਦੇ ਨੇ, ਕੁਝ ਲੋਕ ਫੇਰ ਬਾਅਦ ਵਿੱਚ ਕਲੇਮ ਕਰ ਦਿੰਦੇ ਕਿ ਮੇਰਾ ਵੀ ਹਿੱਸਾ ਆ। ਸੋ ਜੇ ਤੁਸੀਂ ਪਹਿਲਾਂ ਲਿਖ ਕੇ ਲੈ ਲਓ ਪ੍ਰੀ ਨੈਪਚੁਅਲ ਐਗਰੀਮੈਂਟ, ਇਹ ਮਸਟ ਕਰਾਉਣਾ ਚਾਹੀਦਾ, ਕਿਉਂਕਿ ਅੱਜ ਕੱਲ ਦੇ ਹਾਲਾਤ ਇਹੋ ਜਿਹੇ ਨੇ, ਤੁਹਾਡੀ ਨਿਗਾਹ ਦੂਜੇ ਦੀ ਔਰਤ ਦੀ ਜਾਂ ਮਰਦ ਦੀ ਪ੍ਰਾਪਰਟੀ ਤੇ, ਬਹੁਤ ਸਾਰੀਆਂ ਮਰਦਾਂ ਔਰਤਾਂ ਦੀ, ਕਿ ਵਿਆਹ ਕਰਾ ਲਓ ਤੋਂ ਬਾਅਦ ਮੈਂ ਪ੍ਰਾਪਰਟੀ ਲੈ ਕੇ ਫਰਾਰ ਹੋ ਜਾਊਗੀ ਜਾਂ ਹੋ ਜਾਊਗਾ। ਸੋ ਤੁਹਾਡਾ ਪ੍ਰੀ ਨੈਪਚੁਅਲ ਐਗਰੀਮੈਂਟ ਹੋਣਾ ਚਾਹੀਦਾ, ਫਿਰ ਵਿਆਹ ਕਰਾਉਣਾ ਚਾਹੀਦਾ। ਡਸਨਟ ਮੈਟਰ ਤੁਹਾਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ। ਆਈ ਡੋਂਟ ਨੋ, ਆਮ ਸੌਰੀ ਸੁਲ ਸਾਹਿਬ, ਮੈਂ ਲਾਈਨ ਗਲਤ ਲੈ ਲਈ ਕਿਉਂਕਿ ਮੈਂ ਇੰਨਾ ਇਮੋਸ਼ਨਲ ਹੋ ਗਿਆ। ਨੰਬਰ 4 ਕਾਲਰ, ਕੀ ਕਹਿਣਾ ਚਾਹੁੰਦੇ ਹੋ? ਬਾਕੀ ਤਾਂ ਮੈਨੂੰ ਤਾਂ ਲੱਗਦਾ ਇਹ ਮੁੰਡਾ ਪਹਿਲਾਂ ਹੀ ਫਰਾਡ ਆ। ਇਹਨੇ ਉਧਰ ਪਹਿਲਾਂ ਹੀ ਇਹਦੀ ਜਿਹੜੀ ਗਰਲਫ੍ਰੈਂਡ ਆ ਉਧਰ ਰਹਿੰਦੀ ਆ ਕੈਨੇਡਾ ਦੇ ਵਿੱਚ, ਤਾਂ ਉਹਨੇ ਪ੍ਰੈਸ਼ਰ ਪਾਇਆ ਹੋਣਾ, ਤਾਂ ਇਹ ਚਲਾ ਗਿਆ ਹੁਣ ਉਧਰ। ਤਾਂ ਇਹਨੂੰ ਲਾਰੇ ਹੀ ਲਾਉਂਦਾ ਵੀ ਤੂੰ ਕੈਨੇਡਾ ਆ ਜਾ, ਜੇ ਕੈਨੇਡਾ ਖੜਨਾ ਹੁੰਦਾ ਨਾਲ ਵੀ ਖੜ ਸਕਦਾ, ਜਾ ਕੇ ਵੀ ਲਿਆ ਸਕਦਾ। ਉਹ ਝੂਠ ਹੀ ਮਾਰਦਾ। ਉਹਦੀ ਗਰਲਫ੍ਰੈਂਡ ਉੱਥੇ ਉਹਦੇ ਨਾਲ ਪੜ੍ਹਦੀ ਹੋਣੀ, ਜਦੋਂ 6 ਸਾਲ 7 ਸਾਲ ਉਹ ਨੂੰ ਪੜ੍ਹਦੇ ਨੂੰ ਉੱਥੇ ਕੈਨੇਡਾ ਦੇ ਵਿੱਚ। ਉਹ ਉੱਤੇ ਝੂਠ ਹੀ ਬੋਲਦਾ ਵੀ ਮੇਰੀ ਗਰਲਫ੍ਰੈਂਡ ਜਾਂ ਹੈਗੀ, ਉਹ ਮੇਰੀ ਸਹੇਲੀ ਆ, ਉਹ ਕੈਨੇਡਾ ਦੇ ਵਿੱਚ ਹੀ ਹੋਣੀ ਹੈ। ਸਾਜੇ ਤੁਸੀਂ ਵਿਆਹ ਦੇ ਵਿੱਚ ਸੋਨਾ ਵਗੈਰਾ ਵੀ ਕੋਈ ਦਿੱਤਾ ਹੋਣਾ? ਹਾਂਜੀ ਮੇਰੇ ਫਾਦਰ ਨੇ 28 ਤੋਲੇ ਪਾਇਆ ਸੋਨਾ। ਓ ਮਾਈ ਗॉड, ਕਮ ਔਨ ਬੇਬੀ, ਸਟਾਪ ਇਟ। 28 ਤੋਲੇ ਸੋਨਾ ਪਾਇਆ, ਉਹ ਕਿੱਥੇ ਗਿਆ ਤੋ ਸੋਨਾ? ਉਹ ਉਹਨਾਂ ਕੋਲ ਹੀ ਆ ਸਾਰਾ। ਸਾਜੇ ਤੁਸੀਂ ਬੜੇ ਭੋਲੇ ਭਾਲੇ ਹੋ, ਡੋਂਟ ਵਰੀ, ਯੂ ਵਿਲ ਬੀ ਕਲੇਮ, ਅਸੀਂ ਹੈਲਪ ਕਰਾਂਗੇ। 28 ਤੋਲੇ ਸੋਨਾ ਸੱਸ ਨੂੰ ਪਾਤੇ ਹੋਣੀ ਆ, ਉਹ ਤਾਂ ਹੁਣ ਕੀ ਕਹਿੰਦੇ ਗਜਰੇ ਪਾਏ ਹੋਣੇ ਆ। ਉਹ ਸਾਰਾ ਟੱਬਰ ਹੀ ਰਲਿਆ, ਸਭ ਕੁਝ ਪਾਇਆ, ਵਾਲੀਆਂ ਪਾਈਆਂ, ਚੈਨ ਪਾਈ, ਮੁੰਡੇ ਨੂੰ ਕੜਾ ਪਾਇਆ, ਮੁੰਡੇ ਨੂੰ ਚੈਨ ਪਾਈ, ਮੁੰਡੇ ਨੂੰ ਰਿੰਗ ਪਾਈ, ਸਾਰਾ ਕੁਝ ਪਾਇਆ, ਭਰਾ ਨੂੰ ਮੁੰਦਰੀ ਪਾਈ, ਸਭ ਨੂੰ 골ਡ ਦਿੱਤਾ ਵਾ ਵਿਆਹ ਤੇ। ਓ ਮਾਈ ਗॉड। ਵੀਡੀਓ ਵੀ ਨਹੀਂ ਹਜੇ ਤੇ ਅਸੀਂ ਆਪਣੇ ਵਿਆਹ ਦੀ ਵੀਡੀਓ ਇਕੱਠੇ ਬੈਠ ਕੇ ਦੇਖਣੀ ਸੀ। ਇਹ USB ਲੈ ਕੇ ਆਇਆ ਸੀ ਕਿ ਅਸੀਂ ਬੈਠ ਕੇ ਇਕੱਠੇ ਦੇਖਾਂਗੇ ਵਿਆਹ ਦੀ ਵੀਡੀਓ। ਹਾਂ ਇਹਦੇ ਪਹਿਲੇ ਚੌਥਾ ਕੱਟ ਕੇ ਚਲੇ ਗਿਆ। ਸਾਜੀ ਤੇਰੇ ਮੈਂ ਹੈਰਾਨ ਆ ਬੇਟਾ ਕਿ ਤੂੰ ਇੰਨਾ ਜਿਗਰਾ ਤੇਰੇ ਵਿੱਚ ਆ। ਸਾਜੀ ਆ ਤੂੰ ਭੁੱਬਾ ਮਾਰ ਕੇ ਕਈ ਵਾਰ ਹੁੰਦੀ ਵੀ ਹੈ ਚੋਰੀ ਚੋਰੀ? ਨਹੀਂ ਬਾਕੀ ਸਭ ਕਿਹੜਾ ਪਤਾ ਹੁੰਦਾ ਕਿ ਕਿਸੇ ਨੇ ਧੋਖਾ ਦੇ ਕੇ ਇੱਦਾਂ ਦੌੜ ਜਾਣਾ, ਅਗਲਾ ਯਕੀਨ ਕਰਕੇ ਬੈਠਾ ਹੁੰਦਾ। ਸਾਜੀ ਆ ਮੈਂ ਬਹੁਤ ਹਰਟ ਹੋਇਆ ਬੇਟਾ, ਤੂੰ ਸੱਚਮੁੱਚ ਟੂ ਓਨੈਸਟ ਹੈ, ਇੱਕ ਓਨੈਸਟ ਹੁੰਦਾ ਇਸ ਟੂ ਓਨੈਸਟ ਹੈ ਤੂੰ ਕੁੜੀ। ਗॉड ਵਿਲ ਹੈਲਪ ਯੂ। ਮੈਂ ਧੋਖਾ ਖਾ ਲਿਆ ਨਾ ਕਿਉਂਕਿ ਮੈਂ ਜ਼ਿਆਦਾ ਓਨੈਸਟ ਸੀ। ਥੈਂਕਸ ਗॉड ਕਿ ਕੋਈ ਬੱਚਾ ਨਹੀਂ ਲੈ ਲਿਆ ਬੇਟਾ, ਹੋਰ ਸਿਆਪਾ ਗਲ ਵਿੱਚ ਪਾ ਲੈਂਦੀ। ਬਿਲਕੁਲ। ਔਰ ਇਹਨਾਂ ਲੋਕਾਂ ਨੂੰ ਅਸੀਂ ਸਬਕ ਸਿਖਾਵਾਂਗੇ ਕਾਨੂੰਨ ਦੇ ਮੁਤਾਬਕ। ਡੋਂਟ ਵਰੀ ਅਬਾਊਟ ਇਟ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਸਤੇ ਬੀਰਕਾ ਪਰਿਵਾਰ, ਮਹਿਤਾ ਪਰਿਵਾਰ ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਚਾਹੁੰਦੇ ਕਿ ਆਪਣਾ ਸੈਟਲਮੈਂਟ ਕਰਨ। ਔਰ ਤੁਹਾਡੇ ਹਸਬੈਂਡ ਨੂੰ ਵੀ ਬੇਨਤੀ ਕਰਦਾ ਹਾਂ, ਮੈਂ ਤੁਹਾਡੇ ਹਸਬੈਂਡ ਦੀ ਮੈਨੂੰ ਬੇਨਤੀ ਕਰ ਰਿਹਾ, ਨਹੀਂ ਤਾਂ ਕਾਨੂੰਨ ਦੇ ਮੁਤਾਬਕ ਪੁਲਿਸ ਨੂੰ, ਪੰਜਾਬ ਪੁਲਿਸ ਨੂੰ ਤੁਸੀਂ ਇੱਕ ਕੇਸ ਦਿਓਗੇ, ਮੈਂ ਦੱਸੂਗਾ ਕਿ ਤੁਸੀਂ ਕਿਵੇਂ ਕਿਸ ਤਰ੍ਹਾਂ, ਮੈਂ ਤੁਹਾਡੀ ਹੈਲਪ ਕਰੂੰਗਾ ਕਿ ਕੰਪਲੇਂਟ ਕਰਨੀ ਆ, ਤਾਂ ਫਿਰ ਇਹ ਚਾਰਜ ਹੋਣਗੇ ਉਹਦੇ ਵਿੱਚ। ਠੀਕ ਹੈ, ਹਾਂਜੀ ਬਿਲਕੁਲ। ਤੁਹਾਡਾ ਕਰਾਰ ਹੋਣਗੇ ਤੇ ਫਿਰ ਮੁੜ ਕੇ ਆ ਨਹੀਂ ਸਕਦੇ। ਜਿਹੜਾ ਫਾਦਰ ਇੰਡੀਆ ਉਹ ਵੀ ਜੇਲ੍ਹ ਜਾਊਗਾ ਉੱਥੇ।
ਬਿਲਕੁਲ ਜਾਣਾ ਚਾਹੀਦਾ ਵੀ ਆ। ਹਾਂ ਨਹੀਂ ਆਫ ਕੋਰਸ ਅਸੀਂ ਲੋਕਾਂ ਨੂੰ ਟੀਚ ਕਰਾਂਗੇ। ਪਿੱਛੇ ਜਿਹੇ ਇੱਕ ਵਿਅਕਤੀ ਨੂੰ ਅਸੀਂ 18 ਲੱਖ ਰੁਪਏ ਦਵਾਇਆ। ਅਸੀਂ ਗੱਲਾਂ ਨਹੀਂ ਕਰਦੇ ਇਸ ਪ੍ਰੋਗਰਾਮ ਦਾ ਅਸਰ ਵੀ ਇਫੈਕਟ ਕਿੰਨਾ ਹੈ ਸਾਡੇ ਸ਼ੋਅ ਦਾ। ਯੂ ਵਿਲ ਸੀ ਦੈਟ। ਹਾਂਜੀ ਤੁਹਾਡੇ ਹਸਬੰਡ ਨੇ ਤੁਹਾਡੇ ਨਾਲ ਪਲੇ ਅਰਾਊਂਡ ਕੀਤਾ ਆ, ਤੁਹਾਡੇ ਨਾਲ ਫਰਾਡ ਕੀਤਾ ਆ, ਔਰ 28 ਤੋਲੇ ਸੋਨਾ, ਬਾਕੀ ਦਾ ਖਰਚਾ ਵਿਆਹ ਤੇ ਕਿੰਨਾ ਖਰਚਾ ਹੈ ਮਾਈਟ ਤੁਹਾਡੇ ਫਾਦਰ ਨੂੰ ਪਤਾ ਹੋਣਾ। ਕਿਹੜਾ ਤੁਸੀਂ ਕਿਹੜੇ ਬੈਂਕਟ ਹਾਲ ਚ ਅੰਮ੍ਰਿਤਸਰ ਦਾ ਕੋਈ ਬਹੁਤ ਵੱਡਾ 500-700 ਬੰਦੇ ਦਾ ਖਾਣਾ, ਮੇਰੇ ਖਿਆਲ ਕਿ 20-25 ਲੱਖ ਰੁਪਈਆ ਲੱਗ ਗਿਆ ਹੋਊਗਾ ਫੋਰ ਸ਼ੋਰ। ਹਾਂਜੀ ਉਹਨਾਂ ਨੇ 7 ਸਟਾਰ ਹੋਟਲ ਜਿਹੜਾ MK ਹੋਟਲ ਆ ਅੰਮ੍ਰਿਤਸਰ ਚ, ਉੱਥੇ ਸਾਡੀ ਸ਼ਾਦੀ ਹੋਈ ਆ। ਲੋਕੀ ਹਜੇ ਤੱਕ ਸਾਡੇ ਸ਼ਾਦੀ ਦੀ ਗੱਲਾਂ ਕਰਦੇ ਨੇ ਕਿ ਵਿਆਹ ਦੇਖਿਆ ਤੇ ਤੁਹਾਡਾ ਦੇਖਿਆ। ਬਹੁਤ ਧੂਮਧਾਮ ਨਾਲ, ਉਹ ਵੀ ਡਿਊਰਿੰਗ ਕੋਵਿਡ ਟਾਈਮ ਵਿਆਹ ਹੋਇਆ ਤੇ ਲੱਗਦਾ ਹੀ ਨਹੀਂ ਸੀ ਕਿ ਕਰੋਨਾ ਹੈਗਾ ਵਾ। ਜਿਸ ਸਾਡੀ ਗੈਦਰਿੰਗ ਸੀ ਸਾਡੇ ਹਾਲ ਚ, ਜਿੰਨੇ ਸਾਡੇ ਰਿਲੇਟਿਵਸ ਆਏ ਨੇ ਉਹ ਬਹੁਤ ਸ਼ੌਕਡ ਹੋਏ ਸੁਣ ਕੇ ਕਿ ਇਸ ਮੁੰਡੇ ਨੇ ਕੀਤਾ ਕੀ ਸਾਡੇ ਪਰਿਵਾਰ ਦੇ ਨਾਲ। That's not right. It's not acceptable, Sonia. अपने sorry मैं सोनी कहता साजिया I'm sorry. You know, okay, number 1 Mr. Dosanjh ਕੀ ਕਹਿਣਾ ਚਾਹੁੰਦੇ ਹੋ? ਹੈਲੋ ਬ੍ਰਦਰ, ਸਤਿ ਸ਼੍ਰੀ ਅਕਾਲ। ਪਰ ਇਹ ਲੜਕੇ ਨੂੰ ਇਹੋ ਜਿਹਾ ਸਬਕ ਸਿਖਾਓ, ਇਹਨੂੰ ਨਾਨੀ ਚੇਤੇ ਕਰਵਾ ਦਿਓ ਇੱਕ ਵਾਰ। ਨਾਨੀ ਨਹੀਂ, ਨਾਨਾ ਵੀ ਕਰਾਵਾਂਗੇ ਨਾਲ, ਮਾਮਾ ਵੀ ਕਰਾਵਾਂਗੇ ਨਾਲ, ਜਿਨ੍ਹਾਂ ਨੇ ਮੁੰਦੀਆਂ ਪਵਾਈਆਂ, ਨਾਨੀ ਨਾਨਾ ਮਾਮਾ ਮਾਮੀ, ਇਹ ਸਾਰੇ ਜਿਹੜੇ ਨੇ ਇਹ ਸਭ ਨੂੰ ਸਬਕ ਸਿਖਾਇਆ ਜਾਵੇਗਾ। ਕਾਨੂੰਨ ਸਿਖਾਵੇਗਾ। ਮੈਂ ਜੋਗਿੰਦਰ ਵਾਸੀ ਆਈ ਐਮ ਨੋਬਡੀ। ਕਾਨੂੰਨ ਸਿਖਾਵੇਗਾ। ਵਧੀਆ ਫੈਮਿਲੀ ਤੇ ਮਿਲਦੀ ਨਹੀਂ ਜਿੰਨੀ ਵਧੀਆ ਫੈਮਿਲੀ ਇਹ ਕੁੜੀ ਦੱਸ ਰਹੀ ਆ। ਥੈਂਕ ਯੂ ਤੇ ਦੇ ਲੋਕ 6 ਸਾਲ ਦੀ ਬੱਚੀ ਨਿੱਕੀ ਜਿਹੀ ਬੇਬੀ ਆਈ ਹੈ, ਪੰਜਾਬੀ ਕਿੰਨਾ ਬੋਲਦੀ, ਭੋਲੀ ਭਾਲੀ ਆ, ਔਰ ਵੱਡੀ ਗੱਲ ਇੱਕ ਵੈਲ ਐਜੂਕੇਟਡ ਪਰਿਵਾਰ ਹੈ, ਔਰ ਇਹ ਸਟਾਫ ਨਰਸ ਹੈ। ਇਹ ਉਹੀ ਗੱਲ ਨਾ, ਇਹੀ ਤੇ ਦੁਨੀਆ ਲੱਭਦੀ ਹੈ। ਕੁਛ ਇੱਜ਼ਤ ਵਾਲੇ ਲੋਕ ਪਰ ਲੱਭਦੇ ਨਹੀਂ, ਪਰ ਪਤਾ ਨਹੀਂ ਕਿਉਂ ਇਦਾਂ ਦੁਨੀਆ ਕਰਦੀ ਆ, ਫਰਾਡ ਕਰਦੇ ਲੋਕ। ਇੱਕ ਕੁੜੀ ਪੁੱਬਾ ਮਾਰ ਕੇ ਸਵੇਰੇ ਰੋਡ ਮੈਂ ਫੋਨ ਚੁੱਕਿਆ, ਮੈਂ ਕਿ ਹੂਜ਼ ਕ੍ਰਾਈਂਗ ਬਾਈ ਦੀ ਵੇ। ਮੈਂ ਬੈਠਾ ਬ੍ਰੇਕਫਾਸਟ ਲੈ ਰਿਹਾ ਸੀ, ਤਾਂ ਮੇਰੇ ਸਪੀਕਰ ਮੰਮੀ ਕਹਿੰਦੇ ਕੋਈ ਬੱਚਾ ਰੋ ਰਿਹਾ ਹੈ, ਤਾਂ ਮੈਂ ਦੇਖਿਆ ਕਿ ਇੰਗਲੈਂਡ ਤੋਂ ਫੋਨ ਹੈ, ਕੌਣ ਰੋ ਰਿਹਾ? ਸੋ ਸ਼ੀ ਇਜ਼ ਸੋ ਸੈਂਸਿਟਿਵ। ਓਕੇ ਬ੍ਰਦਰ, ਥੈਂਕ ਯੂ ਬ੍ਰਦਰ। ਨੰਬਰ 2 ਕਾਲਰ ਪਲੀਜ਼, ਗੋ ਹੈਡ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਾਸੀ ਸਾਹਿਬ। ਬਸ ਸਾਹਿਬ ਮੈਨੂੰ ਤਾਂ ਇਦਾਂ ਲੱਗਦਾ ਜਿੱਦਾਂ ਮੁੰਡੇ ਦੀ ਆਪਦੀ ਭੈਣ ਹੈਗੀ ਹੈ ਕਿ ਨਹੀਂ? ਨਹੀਂ ਹੈਗੀ ਉਹਨਾਂ ਦੀ ਭੈਣ ਕੋਈ ਵੀ। ਤਦੇ ਕਿਸੇ ਨੂੰ ਆਪਣੀ ਭੈਣ ਨਾ ਹੋਵੇ, ਕਿਸੇ ਦੀ ਭੈਣ ਦਾ ਦਰਦ ਨਹੀਂ ਹੁੰਦਾ ਇਹਨਾਂ ਨੂੰ ਨਾ। ਬਿਲਕੁਲ। ਤੁਸੀਂ ਐਡਵਾਈਸ ਦਿਓ, ਔਰ ਇਸ ਲੜਕੀ ਨੂੰ ਲੜਕੀ ਕਰੇ ਕੀ? ਅੱਛਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹਨੂੰ ਕਹਿੰਦਾ ਹੈ, ਤੈਨੂੰ ਡਾਇਰੈਕਟਲੀ ਕਿਹਾ ਕਿ ਤੁਸੀਂ ਇੱਥੇ ਆ ਜਾਓ ਸਾਜੀਆ ਜੀ, ਕੈਨੇਡਾ ਰਹੋ ਮੇਰੇ ਕੋਲ, ਜਾਂ ਤੁਹਾਨੂੰ ਟੈਕਸਟ ਕੀਤਾ ਜਾਂ WhatsApp ਕੀਤਾ, ਕੀ ਕੀਤਾ, ਜਾਂ ਵੌਇਸ ਮੈਸੇਜ ਦਿੱਤਾ? ਨਹੀਂ, ਇਹਨਾਂ ਨੇ ਲਾਸਟ ਜਦੋਂ ਗੱਲ ਹੋਈ ਆ, ਇਹੋ ਹੀ ਗੱਲ ਹੋਈ। ਮੈਂ ਜਦੋਂ ਕਿਹਾ ਕਿ ਤੁਸੀਂ ਵਾਪਸ ਕਿਉਂ ਨਹੀਂ ਆਣਾ, ਕਹਿੰਦੇ ਮੇਰਾ ਮਨ ਨਹੀਂ ਲੱਗਾ, ਤੂੰ ਕੈਨੇਡਾ ਆ ਜਾ। ਮੈਂ ਕਿਹਾ ਮੈਂ ਆਵਾਂ ਕਿਵੇਂ? ਤੁਸੀਂ ਮੈਨੂੰ ਲੈ ਕੇ ਜਾਓ ਰਿਸਪੈਕਟਫੁਲੀ, ਮੇਰੇ ਪੇਰੈਂਟਸ ਨਾਲ ਗੱਲ ਕਰੋ। ਉਹਨਾਂ ਨੇ ਸਾਡਾ ਰਿਸ਼ਤਾ ਕੀਤਾ ਵਾ, ਇਸ ਤਰ੍ਹਾਂ ਥੋੜੀ ਨਾ ਕਿ ਮੈਂ ਆਪੇ ਆਪਣਾ ਡਿਸੀਜਨ ਕੀਤਾ ਸੀ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਵਾ। ਜਿਸ ਤਰੀਕੇ ਨਾਲ ਵਿਆਹ ਹੋਇਆ ਉਸ ਤਰੀਕੇ ਨਾਲ ਤੁਸੀਂ ਘਰ ਆ ਕੇ ਮੇਰੇ ਪੇਰੈਂਟਸ ਨਾਲ ਗੱਲ ਕਰਕੇ ਰਿਸਪੈਕਟਫੁਲੀ ਲੈ ਕੇ ਜਾਓ ਮੈਨੂੰ। ਕਹਿੰਦੇ ਨਹੀਂ, ਤੂੰ ਆਪੇ ਹੀ ਆ ਜਾ। ਆਈ ਸੀ, ਆਪਣੇ ਆਪ ਆ ਜਾ। ਤੁਹਾਡੇ ਮੰਮੀ ਡੈਡੀ ਨੇ ਵੀ ਨਹੀਂ ਗੱਲ ਕਰਦੇ? ਨਹੀਂ, ਮੇਰੇ ਮੰਮੀ ਡੈਡੀ ਨਾਲ ਗੱਲ ਹੀ ਨਹੀਂ ਕਰਦੇ। ਜਿੱਦਣ ਦੇ ਗਏ ਨੇ ਮੇਰੇ ਡੈਡ ਨੇ ਬਹੁਤ ਵਾਰੀ ਫੋਨ ਕੀਤਾ, ਔਰ ਮੇਰੇ ਡੈਡੀ ਦਾ ਫੋਨ ਨਹੀਂ ਚੁੱਕਦੇ। ਹੁਣ ਤੇ ਖੈਰ ਨੰਬਰ ਬਲੌਕ ਕਰਤਾ ਉਹਨਾਂ ਦਾ। ਪਹਿਲੇ ਜਦੋਂ ਗਏ ਨੇ, ਜਿੱਦਣ ਗਏ ਨੇ ਕੈਨੇਡਾ, ਤੁਹਾਡੇ ਸਹੁਰਾ ਸਾਹਿਬ ਜਿਹੜੇ ਨੇ ਉਹਦੀ ਕਿੰਨੀ ਉਮਰ ਹੈ? 58। ਉਹਦਾ ਨਾਮ ਕੀ ਹੈ? ਬਲਵਿੰਦਰ ਸਿੰਘ ਵੇਰਕਾ। ਬਲਵਿੰਦਰ ਸਿੰਘ ਵੇਰਕਾ। ਇਹ ਅੰਮ੍ਰਿਤਸਰ ਰਹਿੰਦੇ ਨੇ? ਹਾਂਜੀ। ਤੁਹਾਡੀ ਸੱਸ ਦਾ ਨਾਮ ਕੀ ਹੈ? ਉਹਨਾਂ ਦਾ ਹੈਗਾ ਅਨੀਤਾ ਵੇਰਕਾ। ਅਨੀਤਾ ਬੇਗਮ? ਅਨੀਤਾ ਵੇਰਕਾ। I'm sorry, Anita Virka. She is in Canada now, right? ਹਾਂਜੀ, ਉਹ ਕੈਨੇਡਾ ਚ ਨੇ। Okay, no problem, ਕਿਉਂਕਿ ਇਹਨਾਂ ਤੇ ਜਦੋਂ 420 ਦਾ ਕੇਸ ਰਜਿਸਟਰ ਹੋ ਗਿਆ ਤੇ ਇਹਨਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਨਹੀਂ ਮਿਲਣੀ। ਮੈਂ ਤੁਹਾਨੂੰ ਮੁਬਾਰਕਬਾਦ ਦੇਣੀ ਚਾਹਾਂਗਾ ਇੱਕ ਚੀਜ਼ ਦੀ, ਸਾਡੇ ਇੱਥੇ ਕਾਨੂੰਨ ਦੇ ਮੁਤਾਬਕ ਜੇ ਕਿਸੇ ਕੇਸ ਚੱਲਦਾ ਹੈ ਤਾਂ ਉਹਨੂੰ ਇਮੀਗ੍ਰੇਸ਼ਨ ਨਹੀਂ ਦਿੰਦੇ, PCC ਕਲੀਅਰੈਂਸ ਨਹੀਂ ਮਿਲਣੀ ਇਹਨਾਂ ਦੀ। ਔਰ ਯੂ ਆਰ ਸੋ ਲੱਕੀ। ਔਰ ਮੈਂ ਤੁਹਾਨੂੰ ਐਡਵਾਈਸ ਵਕੀਲ ਦੇਵੇਗਾ, ਮੈਂ ਨਹੀਂ ਦੇਣੀ, ਬਸ ਇਹਨੂੰ ਦੱਸ ਦਵਾਂ ਕਿ ਤੁਸੀਂ ਜੋ ਗੁੱਡ ਹੈਂਡ, ਰੱਬ ਤੁਹਾਡੇ ਨਾਲ ਹੈ, ਡਿਸੀਜਨ ਤੁਹਾਡਾ ਆਪਣਾ ਆ। ਚਲੋ ਮੇਰਾ, ਹਾਂਜੀ, ਮੇਰਾ ਕੋਈ ਨਾ ਕੋਈ ਤੇ ਮੇਰੀ ਸੁਣੇ, ਕਿਉਂਕਿ ਮੈਂ ਤੇ ਇਹਨਾਂ ਦੀ ਫੈਮਿਲੀ ਨਾਲ ਮੱਥਾ ਮਾਰ ਮਾਰ ਕੇ ਤੰਗ ਆ ਗਈ ਆ ਕਿ ਮੈਨੂੰ ਹਾਰ ਕੇ ਮੈਂ ਅੱਜ ਤੁਹਾਨੂੰ ਫੋਨ ਕੀਤਾ ਵਾ, ਕਿਉਂਕਿ
ਕੋਈ ਫੈਮਿਲੀ ਮੈਂਬਰ ਫੋਨ ਨਹੀਂ ਚੁੱਕਦਾ, ਸਵਾਈ ਤੁਹਾਡੇ ਨਾਲ ਅੱਜ ਗੱਲ ਕੀਤੀ ਆ, ਅਦਰਵਾਈਜ਼ ਇਹਨਾਂ ਦੀ ਫੈਮਿਲੀ ਮੈਂਬਰ ਕੋਈ ਫੋਨ ਤੇ ਗੱਲ ਕਰਕੇ ਰਾਜੀ ਨਹੀਂ ਸਾਡੇ ਨਾਲ। ਸਾਜੀ ਡਿਸਕਲੋਜ਼ ਟੂ ਦੀ ਕਮਿਊਨਿਟੀ, ਜਿਹੜੇ ਲੋਕ ਸੁਣ ਰਹੇ ਨੇ, ਵੇਖ ਰਹੇ ਨੇ, 1000 ਮਿਲੀਅਨਸ ਲੋਕ ਮੈਨੂੰ, ਟੈਲ ਮੀ ਟਰੂ ਅਬਾਊਟ ਮਾਈ ਟੀਮ, ਮਾਈ ਸੈਲਫ ਬਿਹੇਵੀਅਰ ਐਂਡ ਹਾਊ ਵੀ ਟ੍ਰੀਟ ਯੂ। ਕਿ ਤੁਹਾਡੀ ਗੱਲ ਹੋਈ ਆ ਔਰ ਤੁਸੀਂ ਕਿਵੇਂ ਫਾਈਂਡ ਆਊਟ ਕੀਤਾ ਸਾਡੇ ਬਾਰੇ, ਇਸ ਚੈਨਲ ਬਾਰੇ, ਹਾਊ ਯੂ ਫਾਈਂਡ ਆਊਟ? ਨਹੀਂ, ਮੈਂ ਤੇ ਮਤਲਬ ਤੁਹਾਡਾ ਸ਼ੋਅ ਪਹਿਲੇ ਤੋਂ ਹੀ ਜਾਣਦੀ ਸੀ। ਖੈਰ ਮੈਂ ਇੰਨੀ ਅਨਫੋਰਚੂਨੇਟ ਸਿਚੁਏਸ਼ਨ 'ਚ ਆਪ ਹੀ ਆ ਗਈ। ਮੈਂ ਲੋਕਾਂ ਦੀ ਸਟੋਰੀ ਸੁਣਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਵੀ ਇਹ ਸਭ ਹੋਣਾ ਇੱਕ ਦਿਨ। ਬਾਕੀ ਮੈਨੂੰ ਪਤਾ ਵਾ ਕਿ ਤੁਹਾਡਾ ਸ਼ੋਅ ਬਹੁਤ ਚੱਲਦਾ ਵਾ, ਕੈਨੇਡਾ 'ਚ ਲੋਕੀ ਸੁਣਦੇ ਨੇ ਤੇ ਤੁਸੀਂ ਬਹੁਤ ਹੈਲਪਫੁਲ ਹੋ। ਮੈਨੂੰ ਇਹੀ ਕਿਹਾ ਗਿਆ ਵਾ, ਮੇਰੀ ਫਰੈਂਡ ਨੇ, ਕਿਸੇ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਬਹੁਤ ਹੈਲਪਫੁਲ ਹੋ, ਹੈਲਪ ਕਰੋਗੇ, ਕਿਉਂਕਿ ਮੈਂ ਆਪਣੀ ਫਰੈਂਡ ਨਾਲ ਗੱਲ ਕੀਤੀ ਇਸ ਬਾਰੇ ਔਰ ਉਹ ਵੀ ਬਹੁਤ ਸ਼ੌਕਡ ਸੀ ਇਹ ਸੁਣ ਕੇ ਕਿ ਇੰਨੀ ਖੁਸ਼ ਆਈ ਆ ਤੂੰ ਵਾਪਿਸ ਇੰਡੀਆ ਤੋਂ ਵਿਆਹ ਕਰਾ ਕੇ, ਤੇ ਇਹ ਮੁੰਡੇ ਨੇ ਤੇਰੇ ਨਾਲ ਕੀਤਾ ਕੀ। ਉਹ ਮਤਲਬ ਸਾਰੀਆਂ ਭੈਣਾਂ ਹੀ ਨੇ, ਫਰੈਂਡਾਂ ਚਲੋ ਕੀ ਇਹ ਭੈਣ ਵਰਗ ਹੀ ਨੇ। ਉਹ ਕਹਿੰਦੇ ਕਿ ਬਈ ਇਹਨੂੰ ਮੁੰਡੇ ਨੂੰ ਛੱਡਣਾ ਨਹੀਂ। ਜਿੱਥੇ 3 ਕੁੜੀਆਂ ਨਾਲ ਇੰਗੇਜਮੈਂਟ ਤੋੜ ਕੇ ਆ ਗਿਆ ਤੇ ਚੌਥੀ ਨਾਲ ਇਹਨੇ ਵਿਆਹ ਕਰ ਲਿਆ। ਕੀ ਸਮਝਦਾ ਕਿ ਗੁੱਡੀਆਂ ਨੇ, ਅਸੀਂ ਮਜ਼ਾਕ ਕਰਦਾ ਸਾਡੇ ਨਾਲ, ਇੱਕ ਨਾਲ ਖੇਲ ਲਿਆ ਉਹਨੂੰ ਛੱਡਤਾ, ਦੂਸਰੀ ਨੂੰ ਫੜ ਲਿਆ ਉਹਨੂੰ ਛੱਡਤਾ। ਇਨ 3 ਕੁੜੀਆਂ ਨੇ ਪਹਿਲਾਂ engagement ਕੀਤੀ ਹੈ ਭੈਣਾਂ। ਆਈ ਡੋਂਟ ਨੋ, ਕਿਉਂਕਿ ਇਹ ਵਨ ਸਾਈਡਡ ਸਟੋਰੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਹਸਬੈਂਡ ਸਾਡੇ ਸਤਿਕਾਰਯੋਗ ਨੇ, ਉਹਨਾਂ ਨਾਲ ਮੈਂ ਗੱਲਬਾਤ ਕਰਾਂ। ਬਲਵਿੰਦਰ ਸਿੰਘ ਬੇਰਕਾ ਦੇ ਨਾਲ ਤੁਸੀਂ ਸਿਰ ਸਾਹਿਬ 1 ਮਿੰਟ ਲਈ ਮੈਂ ਬ੍ਰੇਕ ਲੈ ਲਵਾਂ, 2 ਮਿੰਟ ਨੰਬਰ ਲੈਂਦਾ। ਤੁਸੀਂ ਤੁਹਾਡੇ ਕੋਲ ਆਪਣੇ ਸਹੁਰਾ ਸਾਹਿਬ ਦਾ ਨੰਬਰ ਹੈ ਤੁਹਾਡੇ ਕੋਲ? ਹਾਂਜੀ ਹੈਗਾ, ਪਰ ਉਹ ਕੋਈ ਨਹੀਂ ਫੋਨ ਚੁੱਕਦਾ। ਡੋਂਟ ਵਰੀ ਕਿਉਂਕਿ ਅਸੀਂ ਆਪਣੇ ਚੈਨਲ ਨੂੰ ਯੂਜ਼ ਕਰਨਾ ਸੀ ਪੁਲਿਸ ਦੇ ਰਾਹੀਂ, ਜਾਂ ਸਾਡਾ ਮਤਲਬ ਜਿਹੜੇ ਗਵਰਨਮੈਂਟ ਨੇ ਅਸੀਂ ਫੋਲੋ ਕਰਨਾ, ਅਸੀਂ ਹੈਲਪਲਾਈਨ ਰਨ ਕਰਦੇ ਆ, ਉਹਦੇ ਮੁਤਾਬਕ ਅਸੀਂ ਕੰਮ ਕਰਨਾ। ਡੋਂਟ ਵਰੀ, ਤੁਹਾਨੂੰ ਇਨਸਾਫ ਮਿਲੇਗਾ, ਟਾਈਮ ਲੱਗੇਗਾ ਬਟ ਇਨਸਾਫ, ਅਦਾਲਤ ਦਾ ਸਤਿਕਾਰ ਕਰੋ, ਹਰ ਦੇਸ਼ ਦੀ ਅਦਾਲਤ ਦਾ। ਔਰ ਜੱਜ ਸਾਹਿਬ ਨੂੰ ਤੁਸੀਂ ਸਲੂਟ ਕਰੋਗੇ, ਹਿੰਦੁਸਤਾਨ ਦੇ ਜੱਜ ਸਾਹਿਬ ਨੂੰ, ਕਿ ਤੁਹਾਨੂੰ ਇਨਸਾਫ ਦਿੱਤਾ। ਯੂ ਵਿਲ ਵਾਚ ਇਟ, ਹੋਲਡ ਔਨ ਪਲੀਜ਼, ਆਮ ਟੇਕਿੰਗ ਨੈਕਸਟ ਕਾਲ। ਨੰਬਰ 4 ਕਾਲਰ, ਨੰਬਰ 4 ਕਾਲਰ ਦੀ ਗੱਲ ਹੋ ਚੁੱਕੀ ਹੈ। ਸਿਰ ਸਾਹਿਬ ਥੋੜੀ ਜਿਹੀ ਪੇ ਅਟੈਂਸ਼ਨ ਕਰੋਗੇ ਮੇਰੇ ਨਾਲ, ਮੈਂ ਕਿਉਂਕਿ ਨੰਬਰ 4 ਦੀ ਗੱਲ ਹੋ ਚੁੱਕੀ ਹੈ ਜੀ। ਨੰਬਰ 4 ਪਲੀਜ਼ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਬੋਲੋ ਭੈਣ ਜੀ। ਪਹਿਲਾਂ ਤਾਂ ਮੈਂ ਭੈਣ ਕੋਲ ਸੋਰੀ ਮੰਗਦੀ, ਪਹਿਲਾਂ ਮੈਂ ਫੋਨ ਕੀਤਾ ਸੀ ਕਿ ਇਹਨੂੰ ਆ ਜਾਣਾ ਚਾਹੀਦਾ ਹਨਾ, ਪਰ ਜਦ ਹੁਣ ਗੱਲਾਂ ਸੁਣ ਕੇ ਕਹਿੰਦਾ ਇਹ ਕੁੜੀ ਤਾਂ ਪਹਿਲਾਂ ਬਚ ਗਈ, ਨੰਬਰ 2 ਤੇ ਇਹ ਕਦੀ ਵੀ ਨਹੀਂ ਆਉਣਾ ਚਾਹੀਦਾ। ਨੰਬਰ 3 ਤੇ ਭੈਣ ਮੇਰੀ ਤੂੰ ਬਹੁਤ ਵਧੀਆ ਪਲੇਟਫਾਰਮ ਤੇ ਹੈ, ਤੂੰ ਵਾਸੀ ਭਾਜੀ ਤੇਰਾ ਹੱਥ ਥਾਮੇ, ਤੇਰੇ ਦੇਖੀ ਤੇ ਵਾਹਿਗੁਰੂ ਕਿੰਨਾ ਭਾਜੀ ਦਾ ਸਾਥ ਦਊਂਗਾ, ਵਾਹਿਗੁਰੂ ਤੇਰਾ ਸਾਥ ਦਊ, ਘਬਰਾਣਾ ਮਤ ਭੈਣ ਮੇਰੀ। ਥੈਂਕ ਯੂ ਜੀ। ਨੰਬਰ 3 ਕਾਲਰ, ਸਿਸਟਰ ਆਮ ਸੌਰੀ ਕਿਉਂਕਿ ਮੈਂ ਕਈ ਵਾਰ ਭੁੱਲ ਜਾਂਦੇ ਨੰਬਰ ਕਿ ਅਟੈਂਡ ਕੀਤੇ ਕਿ ਨਹੀਂ ਕੀਤੇ। ਨੰਬਰ 3 ਕਾਲਰ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਕਹਿੰਦਾ ਇਹਨੂੰ ਆ ਜਾਣਾ ਚਾਹੀਦਾ ਇੱਥੇ ਕੈਨੇਡਾ ਕੇ, ਕੋਈ ਚੰਗਾ ਜਿਹਾ ਵਕੀਲ ਕਰਕੇ ਉਹਨਾਂ ਤੇ ਕੇਸ ਕਰਨਾ ਚਾਹੀਦਾ ਜੀ, ਤੇ ਵਿੱਚੇ ਮਾਂ ਫਸੂਗੀ ਤੇ ਵਿੱਚੇ ਤੇ ਉਹ 2 ਭਰਾ ਤੇ ਵਿੱਚੇ ਉਹ ਮੁੰਡਾ ਵੀ ਫਸੂਗਾ, ਤੇ ਇੱਥੇ ਵੀ ਇਹਨਾਂ ਨੂੰ ਕੇਸ ਕਰਨਾ ਚਾਹੀਦਾ ਚੰਗਾ ਜਿਹਾ ਵਕੀਲ ਕਰਕੇ, ਤੇ ਇੰਡੀਆ 'ਚ ਵੀ ਜਾ ਕੇ ਕਰਨਾ ਚਾਹੀਦਾ। ਤੁਸੀਂ ਮੇਰੀ ਗੱਲ, ਤੁਸੀਂ ਕੀ ਨਾ ਤੁਹਾਡਾ ਜੀ ਗੱਲ ਸਾਹਿਬ, ਤੁਹਾਡਾ ਨਾਂ ਕੀ ਬੋਲਿਆ? ਹਾਂਜੀ ਤਰਲੋਚਨ ਸਿੰਘ ਗੱਲ ਸਾਹਿਬ। ਤੁਹਾਨੂੰ ਕਿੰਨੇ ਸਾਲ ਕੈਨੇਡਾ 'ਚ ਰਹਿੰਦਿਆਂ ਨੂੰ? ਹੋ ਗਿਆ 15 ਸਾਲ ਜੀ। ਤੁਸੀਂ ਕਿਉਂ ਗਲਤ ਗਾਈਡ ਕਰਦੇ ਹੋ? ਇਹਨਾਂ ਦੇ ਵਿਆਹ ਤੇ ਇੰਡੀਆ ਦੇ ਵਿੱਚ ਹੋਇਆ, ਨਥਿੰਗ ਡੂ ਇਨ ਕੈਨੇਡਾ ਸਿਸਟਮ। ਨਹੀਂ ਇੰਡੀਆ ਵੀ ਕਰਦੇ ਨੇ, ਮੇਰਾ ਮਤਲਬ ਇੱਥੇ ਵੀ ਕਰਦੇ ਨੇ। ਨਹੀਂ ਕਿਉਂ ਇਹ ਟਾਈਮ ਵੇਸਟ ਕਰ ਕੈਨੇਡਾ ਆਣ ਕੇ? ਜਿਹੜਾ ਸਿਸਟਮ ਹੈ ਨਾ, ਡੋਂਟ ਮਿਸ ਗਾਈਡ ਪਲੀਜ਼ ਕਮ ਔਨ ਬੇਬੀ। ਤੁਸੀਂ ਮਿਸ ਗਾਈਡ ਕਰਦੇ ਲੋਕਾਂ ਨੂੰ ਇਦਾਂ, ਡੋਂਟ ਡੂ ਦੈਟ, ਲੈਟ ਮੀ ਹੈਂਡਲ ਮਾਈ ਜੌਬ। ਜਿਹੜੀ ਚੀਜ਼ ਨਹੀਂ ਕਰ ਸਕਦੇ ਨਹੀਂ ਕਰ ਸਕਦੇ। ਇਹਨਾਂ ਦਾ ਵਿਆਹ ਜਿਹੜਾ ਆ, ਇਹਨਾਂ ਦਾ ਵਿਆਹ ਇੰਡੀਆ ਦੇ ਵਿੱਚ ਹੋਇਆ, ਕਾਨੂੰਨ ਜਿਹੜਾ ਆ ਇੰਡੀਆ ਦੇ ਮੁਤਾਬਕ ਫਰਾਡ ਹੈ। ਜਿੱਥੇ ਚੀਜ਼ ਕੁਝ ਹੈਪਨ ਹੋਈ ਆ ਉੱਥੇ ਹੀ ਕੰਪਲੀਟ ਹੋਣੀ ਆ। ਕੈਨੇਡਾ 'ਚ ਵਿਆਹ ਨਹੀਂ ਹੋਇਆ, ਨਾ ਮੰਗਣੀ ਹੋਈ ਆ, ਨਾ ਸਪਾਂਸਰਸ਼ਿਪ ਹੋਈ ਆ। ਸੋ ਜੋ ਬਣਦਾ ਉਹ ਗਲਤ ਗਾਈਡ ਨਾ ਕਰੋ ਲੋਕਾਂ ਨੂੰ ਪਲੀਜ਼, ਵਕੀਲ ਨਾ ਬਣੋ ਸਾਰੇ ਲੋਕ। ਨੰਬਰ 2 ਕਾਲ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਇਹਨਾਂ ਨੂੰ ਵਾਪਸ ਉਹਨਾਂ ਕੋਲੇ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੇ ਫਰਾਡ ਕੀਤਾ ਵਾ ਇਹਦੇ ਨਾਲ, ਸਿਸਟਰ ਦੇ ਨਾਲ। ਜੇ ਵਾਪਸ ਜਾਣਗੇ ਹੋ ਸਕਦਾ ਵੀ ਇਹਦੇ ਨਾਲ ਹੋਰ ਵੀ ਉਹ ਫਰਾਡ ਕਰੇ, ਰਾਈਟ? ਇਸ ਲਈ ਇਹਨੂੰ ਵਾਪਸ ਨਹੀਂ ਜਾਣਾ ਚਾਹੀਦਾ। ਵੈਰੀ ਗੁੱਡ। ਸੋ ਇਹ ਬਿਲਕੁਲ ਠੀਕ ਹੈ ਕਿ ਇਹਨਾਂ ਨੂੰ ਵਾਪਸ ਨਹੀਂ ਜਾਣਾ ਚਾਹੀਦਾ। ਨੰਬਰ 1 ਕਾਲਰ ਕੀ ਕਹਿਣਾ ਚਾਹੁੰਦੇ ਪਲੀਜ਼? ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਸ਼ੁਕਰ ਕਰੋ ਕਿ ਇਹਦਾ ਘਰ ਘੁਰ ਵੇਚ ਕੇ ਨਹੀਂ ਉਹ ਲੈ ਗਿਆ, ਇਹਨੂੰ ਭਰਮਾ ਕੇ ਨਹੀਂ ਲੈ ਗਿਆ ਵੀ, ਕਿਉਂਕਿ ਇਹ ਕੁੜੀ ਬਹੁਤ ਭੋਲੀ ਹੈ ਵੀ ਘਰ ਵਿੱਚ ਹੀ ਚਲੋ ਸੈਟਲ ਹੁੰਨੇ ਆ, ਕੈਨੇਡਾ ਸੈਟਲ ਹੁੰਨੇ ਆ। ਕਿਉਂਕਿ ਜੇ ਉਹਦਾ ਬ੍ਰਦਰ ਸਟੱਡੀ ਕਰਨ ਇੱਥੇ ਆਇਆ ਹੈ ਤਾਂ ਉਹ ਖੁਦ ਵੀ ਇੱਥੇ ਬਹੁਤ ਲੋਕ ਸਟੱਡੀ ਕਰਨ ਆਉਂਦੇ ਨੇ, ਮਾਂ ਉਹਦੇ ਨਾਲ ਹੈ,
ਉਹ ਖੁਦ ਮਤਲਬ ਸੈਟਲ ਹੋ ਸਕਦਾ ਆ। ਉਹ ਫਰਾਡ ਬੰਦਾ ਆ, ਉਹਦਾ ਮਤਲਬ ਇਹਨਾਂ ਨੂੰ ਬਿਲਕੁਲ ਨਹੀਂ ਆਉਣਾ ਚਾਹੀਦਾ। ਇਹਨਾਂ ਨੂੰ ਆਪਣੇ ਫਿਊਚਰ ਤੇ ਹੁਣ ਕੰਸਨਟਰੇਟ ਕਰਨਾ ਚਾਹੀਦਾ। ਕੋਈ ਗੱਲ ਨਹੀਂ ਭੈਣੇ ਮੇਰੀਏ, ਮੈਂ ਨਹੀਂ ਕਹਿੰਦੀ ਚਲੋ ਪ੍ਰਮਾਤਮਾ ਕਰੇ ਤੁਹਾਡਾ ਪੈਚਅਪ ਹੋ ਜੇ, ਪਰ ਤੁਸੀਂ ਇਹ ਸੋਚੋ ਜਿਨ੍ਹਾਂ ਦੇ ਨਹੀਂ ਹੁੰਦੇ ਚ ਮਰ ਜਾਂਦੇ ਨੇ, ਸਮਝ ਲਓ ਹੀ ਸਮਝ ਲਓ, ਉਹ ਵੀ ਤਾਂ ਦੂਜੀ ਵਾਰੀ ਜ਼ਿੰਦਗੀ ਜੀਂਦੇ ਨੇ। ਬਾਕੀ ਭਾਜੀ ਪਲੀਜ਼ ਇਹਨਾਂ ਦੇ ਹਸਬੈਂਡ ਨਾਲ ਜਾਂ ਇਹਨਾਂ ਦੇ ਸੱਸ ਸਹੁਰੇ ਦਾ ਨੰਬਰ ਲੈ ਕੇ ਇੱਕ ਵਾਰੀ ਗੱਲ ਕਰੋ ਭਾਜੀ। ਥੈਂਕ ਯੂ ਸੋ ਮਚ ਜੀ। ਜ਼ਰੂਰ ਗੱਲਬਾਤ ਕਰਦੇ, ਕਿਉਂਕਿ ਇਹ ਵਨ ਸਾਈਡ ਸਟੋਰੀ ਹੈ ਔਰ ਸਾਨੂੰ ਨਹੀਂ ਪਤਾ ਇਹਦੇ ਵਿੱਚ ਕੋਈ ਐਸੀ ਸਾਜੀਆ ਜੀ ਟੈਲ ਮੀ ਟਰੂ, ਕਿਉਂਕਿ ਅੱਜ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਔਰ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡਾ ਹਸਬੈਂਡ, ਤੁਹਾਡਾ ਸਹੁਰਾ, ਸੱਸ ਸਹੁਰਾ ਕੋਈ ਐਸੀ ਗੱਲ ਆਣ ਕੇ ਸਾਂਝੀ ਕਰੇ ਜਿੰਨਾ ਸਾਨੂੰ ਸ਼ਰਮਿੰਦਾ ਹੋਣਾ ਪਵੇ ਔਰ ਜਾਣੇ ਅਣਜਾਣੇ ਤੁਹਾਡੇ ਕੋਲੋਂ ਸੱਸ ਸਹੁਰੇ ਪ੍ਰਤੀ ਕੋਈ ਐਸਾ ਸ਼ਬਦ ਅਪਸ਼ਬਦ ਬੋਲਿਆ ਹੋਵੇ, ਉਹਨਾਂ ਨੂੰ ਕੜਤਨ ਆ ਗਈ ਹੋਵੇ ਜਾਂ ਉਹਨਾਂ ਨੇ ਕੁਝ ਫਾਈਂਡ ਆਊਟ ਕੀਤਾ ਹੋਵੇ। ਕੋਈ ਐਸੀ ਗੱਲ ਤਾਂ ਸਾਂਝੀ ਕਰ ਸਕਦੇ ਹੋ। ਆਈ ਗਿਵ ਯੂ ਚਾਂਸ ਐਂਡ ਟਾਈਮ ਪਲੀਜ਼। ਜਿੱਥੋਂ ਤੱਕ ਤੇ ਮੈਨੂੰ ਪਤਾ ਵਾ ਕਿ ਕੋਈ ਇਹੋ ਜਿਹੀ ਗੱਲ ਨਹੀਂ ਮੈਂ ਕੀਤੀ ਉਹਨਾਂ ਨਾਲ। ਮੈਂ ਤੇ ਸਗੋਂ ਉਹਨਾਂ ਦੇ ਮੁੰਡੇ ਦਾ ਭਲਾ ਕੀਤਾ ਕਿ ਉਹਨੂੰ ਬੁਲਾਇਆ ਇੱਥੇ, ਤੇ ਜੇ ਮੇਰੇ ਵੱਲੋਂ ਜੇ ਕੋਈ ਗੱਲ ਹੁੰਦੀ ਤੇ ਦੱਸ ਦਿੰਦੇ ਸਾਨੂੰ। ਬਾਕੀ ਮੈਨੂੰ ਜੋ ਲੱਗਦਾ ਮੇਰੇ ਵੱਲੋਂ ਤੇ ਕੋਈ ਗੱਲ ਨਹੀਂ ਹੈ। ਅਦਰਵਾਈਜ਼ ਉਹਨਾਂ ਦੀ ਸਟੋਰੀ ਤੁਸੀਂ ਸੁਣੋ, ਮੈਂ ਤਾਂ ਸਗੋਂ ਆਪ ਸੁਣਨਾ ਚਾਹਨੀ ਕਿ ਗੱਲ ਕੀ ਹੈ, ਕਿਉਂ ਨਹੀਂ ਆਣਾ ਚਾਹੁੰਦੇ ਵਾਪਿਸ। ਨੋ ਮਾਈ ਮੀਨ ਟੂ ਆਸਕ ਯੂ ਕਿ ਇਹ ਨਾ ਹੋਵੇ ਕੱਲ ਨੂੰ ਜਦ ਮੈਂ ਸਟੋਰੀ ਕਵਰ ਕਰ ਰਹਾ ਤਾਂ ਤੁਹਾਡੇ ਪਤੀ ਪਰਮੇਸ਼ਰ, ਤੁਹਾਡੀ ਸੱਸ ਸਹੁਰੇ ਦੇ ਵੱਲੋਂ ਸਾਨੂੰ ਕੁਝ ਇਹੋ ਜਿਹਾ ਕਲੂ ਹੀ ਨਹੀਂ ਬਲਕਿ ਸਟੇਟਮੈਂਟ ਮਿਲ ਜਵੇ ਜਿਹਦੇ ਨਾਲ ਮੈਨੂੰ ਵੀ ਸਰਚ ਕਰਨਾ ਪਵੇ। ਅੱਜ ਤੁਸੀਂ ਕਰਮੋ ਆਮ ਸੌਰੀ, ਆਈ ਫੋਰਗੇਟ, ਆਈ ਗਿਵ ਯੂ ਚਾਂਸ ਕਪਲ ਮਿੰਟਸ ਮੋਰ ਟੂ ਰਿਮਾਈਂਡ ਯੋਰਸੈਲਫ। ਪਰ ਉਹ ਫੋਨ ਨਹੀਂ ਚੱਕਰੇ ਭਾਜੀ ਅੱਜ। ਉਹ ਅਸੀਂ ਟਰਾਈ ਕਰਦੇ ਹਾਂ, ਉਹ ਅਸੀਂ ਆਪਣੇ ਪ੍ਰੋਸੈਸ ਦੇ ਵਿੱਚ ਹੈ ਕਿਉਂਕਿ ਠੀਕ ਹੈ ਭਾਜੀ। ਥੈਂਕ ਯੂ ਜੀ। ਜੀ ਅਸੀਂ ਸੁਧ ਸਾਹਿਬ। ਹੈਲੋ ਜੀ, ਬੋਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੈਰੀ ਔਨ ਸਰ। ਮੈਂ ਕਹਿਣਾ ਚਾਹੁੰਦਾ ਕਈ ਲੋਕਾਂ ਨੂੰ ਜਿੱਦਾਂ ਚੰਗੇ ਲੋਕ ਹਜਮ ਨਹੀਂ ਹੁੰਦੇ, ਜਿੱਦਾਂ ਹਨਾ ਉਹ ਜਿੱਦਾਂ ਫੈਮਿਲੀ 'ਚ ਉਹ ਰੇਜ਼ ਹੋਏ ਹੁੰਦੇ ਆ ਤੇ ਉਦਾਂ ਹੀ ਉਹ ਕਰਦੇ ਆ ਸਾਰਿਆਂ ਨਾਲ। ਜਿੱਦਾਂ ਇਹਨਾਂ ਨੇ ਕਿਹਾ ਵੀ ਤੇ ਅੰਗੇਜਮੈਂਟ ਕੱਲ ਹੀ ਹੋਈਆਂ ਸੀ, ਸੋ ਮੇਕ ਸ਼ੋਰ ਉਹਨਾਂ ਦਾ ਬੈਕਗਰਾਉਂਡ ਚੈੱਕ ਕਰਨਾ ਚਾਹੀਦਾ ਉਹਨਾਂ ਨੂੰ, ਸੋ ਫਿਰ ਆਪਣਾ ਅੱਗੇ ਡਿਸੀਜਨ ਲੈਣਾ ਚਾਹੀਦਾ ਜੀ। ਥੈਂਕ ਯੂ। ਨੰਬਰ 3 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਕੀ ਨਾ ਤੁਹਾਡਾ? ਜਸਵਿੰਦਰ ਆ ਜੀ। ਕੁਛ ਹੋਰ ਕੁਛ ਲਿਖਿਆ ਆ ਰਿਹਾ ਯੂਨੀਵਰਸਿਟੀਜ਼। ਇਹ ਕੰਮ ਵਾਲਾ ਨੰਬਰ ਆ ਜੀ। ਹਾਂ ਅੱਛਾ ਠੀਕ ਹੈ। ਸੌਰੀ ਜਸਵਿੰਦਰ ਜੀ, ਕੈਰੀ ਔਨ। ਮੁੰਡੇ ਨੂੰ ਲਿਆਓ ਜੀ ਲੈਣ ਤੇ, ਤਾਂ ਹੀ ਪਤਾ ਲੱਗੂਗਾ। ਆਈ ਨੋ ਬਟ ਮੈਂ ਪਹਿਲਾਂ ਦੱਸ ਚੁੱਕਾ ਕਿ ਵੀ ਵਰਕਿੰਗ ਔਨ ਇਟ। ਮੈਂ ਤਾਂ ਪਹਿਲਾਂ ਦੱਸਿਆ ਕਿ ਅਸੀਂ ਕੰਮ ਕਰ ਰਹੇ ਹਾਂ ਔਰ ਨੰਬਰ ਜਿਹੜਾ ਆ ਡਾਇਲ ਆਊਟ ਕਰ ਰਹੇ ਹਾਂ, ਨੰਬਰ ਨਹੀਂ ਥਰੂ ਹੋ ਰਿਹਾ, ਨੰਬਰ ਮਿਲ ਨਹੀਂ ਰਹੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਪਾਸੇ ਰੀਚ ਕਰਨ ਦੀ। ਠੀਕ ਹੈ, ਤੁਹਾਡਾ ਨੰਬਰ ਚੱਕ ਲੈਣਗੇ ਜੀ। ਤੁਸੀਂ ਫੇਰ ਗੱਲ ਸਮਝਦੇ। ਮੈਂ ਕਹਿ ਰਿਹਾ ਤੁਹਾਨੂੰ ਕਿ ਅਸੀਂ ਵਰਕ ਕਰ ਰਹੇ ਹਾਂ ਔਰ ਮੈਂ ਪਹਿਲਾਂ ਦੱਸਿਆ ਕੁੜੀ ਨੂੰ ਕਿ ਤੁਸੀਂ ਟਾਈਮ ਲੈ ਲਓ ਕਿ ਆਪਣੇ ਆਪ ਨੂੰ ਯਾਦ ਕਰ ਲਓ। ਕੋਈ ਐਸੀ ਗੱਲ ਵਿਆਹ ਵਾਲੇ ਦਿਨ, ਵਿਆਹ ਤੋਂ ਬਾਅਦ ਕੋਈ ਵੀ ਐਸੀ ਤੁਹਾਡੇ ਕੋਲੋਂ ਜਾਣੇ ਅਣਜਾਣੇ ਉਹਦੇ ਮਾਂ ਪਿਓ ਪ੍ਰਤੀ, ਆਪਣੇ ਹਸਬੈਂਡ ਪ੍ਰਤੀ ਗਲਤੀ ਹੋ ਗਈ ਹੋਵੇ, ਹਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ। ਉਹ ਕਹਿੰਦੇ ਕਿ ਨੋ, ਕਈ ਵਾਰੀ ਹੋ ਜਾਂਦੀ ਗਲਤੀ, ਪਤਾ ਲੱਗਦਾ। ਠੀਕ ਹੈ ਜੀ, ਮਿਹਰਬਾਨੀ। ਨੰਬਰ 4 ਕਾਲਰ ਪਲੀਜ਼। ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਸੀਡ ਕਰੋ। ਤੇ ਸਰ ਜੀ ਦੇਖੋ, ਕੁੜੀ ਦੇ ਪੇਰੈਂਟਸ ਨੇ ਉਹਨਾਂ ਨੂੰ ਘਰ ਲੈ ਕੇ ਦਿੱਤਾ ਵੀ ਤੁਸੀਂ ਲਓ ਵੀ ਭਾਈ ਆਪਣਾ ਕਮਾਓ ਤੇ ਹੁਣ ਆਪਣਾ ਖਾਓ, ਤੇ ਇਹ ਮੁੰਡੇ ਨੇ ਚੰਗਾ ਨਹੀਂ ਕੀਤਾ ਹੈਗਾ, ਫਰਾਡ ਕੀਤਾ ਬਹੁਤ ਬੜਾ। ਤੇ ਮੈਂ ਤਾਂ ਇਹ ਕਹਾਂਗਾ ਵੀ ਤੁਸੀਂ, ਮੈਂ ਤਾਂ ਤੁਹਾਡੇ ਤੋਂ ਇਹ ਸਿੱਖਿਆ ਵੀ ਜਿਹੜਾ ਜ਼ਿੰਦਗੀ 'ਚ ਤੁਸੀਂ ਕਿਸੇ ਧੋਖਾ ਦੇ ਦਿੰਦੇ ਉਹਨੂੰ ਦੁਬਾਰਾ ਨਾ ਪਰਖੋ। ਇਹ ਕੁੜੀ ਨੂੰ ਦੁਬਾਰਾ ਨਹੀਂ ਪਰਖਣਾ ਚਾਹੀਦਾ, ਬਿਲਕੁਲ ਨਹੀਂ। ਮੈਂ ਜ਼ਿੰਦਗੀ 'ਚ ਹੁਣ ਵੀ ਮੈਂ ਕਹਾਂ ਕਿ ਇੱਕ ਵਾਰੀ ਲੋਕਾਂ ਨੂੰ ਪਰਖੋ, ਦੁਬਾਰਾ ਨਾ ਪਰਖੋ। ਜਿਹੜਾ ਪਰਖਿਆ ਉਹਨੂੰ ਦੁਬਾਰਾ ਪਰਖਣ ਦੀ ਲੋੜ ਨਹੀਂਗੀ ਤੇ ਜ਼ਿੰਦਗੀ ਵਿੱਚ ਪਰਖਣ ਨਹੀਂ ਹੈਗੀ, ਬਿਲਕੁਲ ਨਹੀਂ ਹੈਗੀ। ਸਾਡੇ ਸਮਾਜ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਨਾ, ਉਹ ਚਾਹੁੰਦੇ ਨੇ ਕਿ ਦੂਜਿਆਂ ਦੇ ਘਰ ਦੇ ਵਿੱਚ ਜਾਂ ਫਿਰ ਇਹਨਾਂ ਨੂੰ ਪ੍ਰੋਬਲਮ ਆਈ ਰਵੇ ਕਿਉਂਕਿ ਆਪਣਾ ਉਹਨਾਂ ਦਾ ਵੇਟ ਵੱਧਦਾ ਫਿਰ, ਕਿਉਂਕਿ ਉਹਨਾਂ ਨੂੰ ਆਓ ਭਗਤ ਰਹਿੰਦੀ ਆ ਤੇ ਉਹ ਇਸੇ ਵਿੱਚ ਖੁਸ਼ ਰਹਿੰਦੇ ਲੋਕ। ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਇੱਕ ਕੀੜਾ ਡਿਜ਼ੀਜ਼ ਹੈ, ਇੱਕ ਐਸਾ ਤੁਸੀਂ ਇਸ ਵੇਲੇ ਬਾਸੀ ਸ਼ੋ ਦੇ ਨਾਲ ਜੁੜ ਚੁੱਕੇ ਹੋ ਔਰ ਅਸੀਂ ਇਸ ਵੇਲੇ ਬਾਸੀ ਸ਼ੋ ਹੈਡਕੁਆਟਰ ਟੋਰਾਂਟੋ ਤੋਂ ਕਾਲ ਕਰ ਰਹੇ ਹਾਂ। ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅਸੀਂ ਲਾਈਵ ਬ੍ਰੌਡਕਾਸਟ ਟੈਲੀਕਾਸਟ ਕਰ ਰਹੇ ਹਾਂ। ਆਪ ਜੀ ਦਾ ਬੜਾ ਸਤਿਕਾਰ ਹੈ ਅੰਮ੍ਰਿਤਸਰ ਦੇ ਵਿੱਚ। ਆਪ ਜੀ ਦੇ ਇਸ ਪੁੱਤਰ ਦੀ ਸ਼ਾਦੀ ਹੋਈ ਸੀ ਸਾਜੀਆ ਮਹਿਤਾ ਨਾਲ ਔਰ ਸ਼ਾਦੀ ਹੋਈ ਨੂੰ ਥੋੜੇ ਮਹੀਨੇ ਹੋਏ। ਆਪ ਦਾ ਬੱਚਾ ਇੰਗਲੈਂਡ ਜਾਂਦਾ ਤੇ 2 ਹਫ਼ਤੇ ਰਹਿ ਕੇ ਵਾਪਸ ਕੈਨੇਡਾ ਚੱਲਦਾ। ਉਸ ਤੋਂ ਬਾਅਦ ਲੜਕੀ ਨੇ ਕੰਪਲੇਂਟ ਕੀਤੀ ਹੈ ਕਿ ਉਹਦਾ ਫੋਨ ਵੀ ਜਿਹੜਾ ਆ ਉਹ ਬਲੌਕ ਕਰ ਦਿੰਦਾ ਆ ਔਰ ਲੜਕੀ ਤੁਹਾਡਾ ਐਕਸੀਡੈਂਟ ਹੋਇਆ। ਵੈਸੇ ਤੁਹਾਡੀ ਸਿਹਤ ਕਿਸ ਤਰ੍ਹਾਂ ਹੁਣ? ਤੁਹਾਡਾ ਐਕਸੀਡੈਂਟ ਵਾਪਰ ਚੁੱਕਾ ਸੀ, ਸਿਹਤ ਠੀਕ? ਹਾਂ, ਮੇਰੇ ਫ੍ਰੈਕਚਰ ਹੋ ਗਈ ਆ ਲੱਗ ਦੇ ਉੱਤੇ।
ਠੀਕ ਹੋ ਹੁਣ ਤੁਸੀਂ ਤੁਰਨ ਫਿਰਨ ਯੋਗ ਹੋ? ਨਹੀਂ ਸਰ ਅਜੇ ਨਹੀਂ। ਖਿਆਲ ਰੱਖਣਾ ਚਾਹੀਦਾ ਔਰ ਬੜਾ ਸੀਰੀਅਸ ਐਕਸ਼ਨ ਦੱਸਿਆ ਤੇ ਲੜਕੀ ਦੱਸਿਆ ਕਿ ਮੈਂ ਆਪਣੇ ਪਿਤਾ ਵਾਂਗੂ ਸੇਵਾ ਵੀ ਕਰਕੇ ਆਏ ਆਪਣੇ ਸਹੁਰਾ ਸਾਹਿਬ ਦੀ ਜੀ ਸਰ। ਔਰ ਤੁਹਾਡਾ ਲੜਕਾ ਨੂੰ ਟਿਕਟ ਵੀ ਲੈ ਕੇ ਦੇ ਕੇ ਗਈ ਹੈ ਔਰ ਤੁਹਾਨੂੰ ਕਾਪੀ ਵੀ ਦਿੱਤੀ ਹੈ। ਤੁਹਾਡਾ ਬੱਚਾ ਇੰਗਲੈਂਡ ਵੀ ਪਹੁੰਚਾ ਔਰ 2 ਹਫ਼ਤਿਆਂ ਬਾਅਦ ਉਹ ਇੰਗਲੈਂਡ ਚ ਕੈਨੇਡਾ ਵਾਪਸ ਆ ਗਿਆ ਤੇ ਲੜਕੀ ਨੂੰ ਜਵਾਬ ਦੇ ਦਿੱਤਾ ਤੇ ਉਹ ਕਹਿੰਦਾ ਤੂੰ ਇੱਥੇ ਆ ਜਾ, ਮੈਂ ਨਹੀਂ ਆਉਣਾ। ਸੋ ਇਹ ਲੜਕੀ ਜਿਹੜੀ ਆ ਉਹ ਥੋੜੀ ਜਿਹੀ ਪਰੇਸ਼ਾਨ ਆ। ਇਹਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਰੱਖਦੇ ਹੋ ਕੀ ਹੱਲ ਕੀ ਇਹਦਾ ਹੋ ਸਕਦਾ ਹੁਣ? ਔਰ ਬੱਚੀ ਚਾਹੁੰਦੀ ਹੈ ਕਿ ਮੇਰੇ ਮਾਂ ਪਿਓ ਨੇ ਘਰ ਲੈ ਕੇ ਦਿੱਤਾ ਔਰ ਉਹ ਕਹਿੰਦੀ ਕਿ ਬੜੇ ਚੰਗੇ ਔਰ ਮੇਰੇ ਫਾਦਰ ਵੀ ਤੇ ਮੇਰੇ ਸਹੁਰਾ ਸਾਹਿਬ ਵੀ ਇਕੱਠੇ ਪੜ੍ਹਦੇ ਰਹੇ ਨੇ ਕਾਲਜ ਵਿੱਚ। ਜੀ ਸਰ। ਕੀ ਕਹਿਣਾ ਚਾਹੁੰਦੇ ਹੋ ਸਰ ਬਲਵਿੰਦਰ ਸਿੰਘ ਇਹਦੇ ਬਾਰੇ? ਸਰ ਬੇਟੇ ਨੂੰ ਨਾ ਇੱਥੋਂ ਮਤਲਬ ਕੋਈ 5 ਸਾਲ ਹੋਇਆ ਨਾ, 5 ਸਾਲਾਂ ਵਿੱਚੋਂ 3 ਸਾਲ ਰਹਿਣਾ ਹੁੰਦਾ ਕੈਨੇਡਾ 'ਚ। ਜੀ ਸਰ ਉਹਦਾ 1 ਸਾਲ ਤੇ 2 ਮਹੀਨੇ ਲਗਭਗ ਇੰਡੀਆ 'ਚ ਰਹਿਣਾ ਪਿਆ ਉਹਨੂੰ, ਕਿਉਂਕਿ ਉਹ ਪਹਿਲੇ ਤੇ ਕੋਵਿਡ ਕਰਕੇ ਉਸ ਤੋਂ ਬਾਅਦ ਉਹਦੀ ਪਹਿਲੇ ਉਸ ਤੋਂ ਬਾਅਦ ਉਹਨੂੰ ਫਿਰ ਨਾ ਮਤਲਬ ਜੋ ਮੈਰਿਜ ਹੋਈ ਅਪ੍ਰੈਲ ਵਿੱਚ 11 ਅਪ੍ਰੈਲ ਨੂੰ ਜੀ। ਉਸ ਤੋਂ ਬਾਅਦ ਫਿਰ ਮੈਰਿਜ ਸਰਟੀਫਿਕੇਟ ਬਣਾਉਣ ਲੱਗਿਆ 2 ਮਹੀਨੇ ਲੱਗੇ, 2-3 ਮਹੀਨੇ। ਉਸ ਤੋਂ ਬਾਅਦ ਉਹਦਾ ਵੀਜ਼ਾ ਅਪਲਾਈ ਹੋਇਆ 6 ਮਹੀਨੇ ਲੱਗੇ ਵੀਜ਼ਾ ਆਉਣ ਜਾਂਦੇ ਵਾਪਸ ਜੀ। ਤੇ ਲਗਭਗ 1 ਸਾਲ 2 ਮਹੀਨੇ ਨਿਕਲ ਗਏ ਉਹਦਾ ਟਾਈਮ ਇਸ ਟਾਈਮ ਜੀ। ਤੇ ਉਹਦੇ ਕੋਲ ਸਰ ਪਿੱਛੇ ਮਤਲਬ ਕੋਈ ਲਗਭਗ 3.5 ਸਾਲ ਬਚੇ ਆ। ਉਹਦੀ PR ਜਿਹੜੀ ਹੈ ਨਾ ਉਹ ਫਿਰ ਕਨਫਰਮ ਨਹੀਂ ਹੁੰਦੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਾ ਇਸ ਗੱਲ ਦਾ ਜੀ ਕਿ ਉਹ 3 ਸਾਲ ਰਹਿਣਾ ਪੈਂਦਾ ਉਹਨੂੰ ਕੈਨੇਡਾ ਵਿੱਚ। ਤੇ ਅਸੀਂ ਉਹ ਲੜਕੀ ਨੂੰ ਕਹਿ ਰਹੇ ਹਾਂ ਕਿ ਤੂੰ ਸਾਡੇ ਨਾਲ ਥੋੜਾ ਕੋਆਪਰੇਟ ਕਰ ਤੇ ਤੂੰ ਬੇਟੇ ਕੋਲ ਮਤਲਬ ਇੰਗਲੈਂਡ ਤੋਂ ਕੈਨੇਡਾ ਮੂਵ ਹੋ ਜਾ ਥੋੜੀ ਦੇਰ ਵਾਸਤੇ, ਤਾਂ ਕਿ ਉਹਦੀ PR ਵੀ ਬਚੀ ਰਵੇ, ਕਿਉਂਕਿ ਉਹਨੇ ਬੜੀ ਮਿਹਨਤ ਨਾਲ ਮਤਲਬ PR ਲਈ ਸੀ ਇੱਥੇ। ਟਾਈਮ ਬਹੁਤ ਵੇਸਟ ਹੋਣ ਕਰਕੇ ਮਤਲਬ ਇਸ ਤਰ੍ਹਾਂ ਉਹ ਮਤਲਬ ਇਹ ਸੋਚ ਰਿਹਾ ਕਿ ਮੇਰੀ PR ਬਚੀ ਰਵੇ ਤੇ ਮਤਲਬ ਅਸੀਂ ਆਪਸ ਵਿੱਚ ਰਹਿ ਵੀ ਲਈਏ। ਤੁਸੀਂ ਬੜੇ ਚੰਗੇ ਪਰਿਵਾਰ ਹੋ ਔਰ ਬੜੇ ਰਿਸਪੈਕਟਡ ਹੋ, ਤੁਹਾਡੇ ਵੇਰਕਾ ਪਰਿਵਾਰ ਅਤੇ ਤੁਹਾਡਾ ਦੂਸਰਾ ਜਿਹੜਾ ਕੁੜਮ ਸਾਹਿਬ ਵੀ ਤੁਹਾਡੇ ਰਿਸਪੈਕਟ ਕਰਦੇ ਨੇ ਔਰ ਬੱਚੇ ਛੋਟੀ ਬਹੁਤੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਕਰਤਣ ਹੈ। ਤੇ ਹੁਣ ਬੱਚੇ ਨੇ ਹੁਣ ਫੋਨ ਜਿਹੜਾ ਉਹ ਲੜਕੀ ਕਹਿੰਦੀ ਕਿ ਮੈਂ ਜਾਣ ਨੂੰ ਤਿਆਰ ਹਾਂ ਤੇ ਮੈਨੂੰ ਆਣ ਕੇ ਲੈ ਕੇ ਜਾਵੇ ਨਾ। ਸਰ ਤੁਸੀਂ ਵੀ ਸਿਆਣੇ ਦੇਖੋ ਕਿ ਜੇਕਰ ਉਹ ਲੈ ਕੇ ਜਾਏਗਾ ਮਤਲਬ ਲੈਣ ਜਾਏ ਅਗਲੇ ਥੋੜਾ ਜਿਸ ਤਰ੍ਹਾਂ ਦੀ ਮਤਲਬ ਹੁਣ ਕੁੜਪਨ ਜੀ ਹੋ ਗਈ ਆ ਤੇ ਉਹ ਉਹਦਾ ਪਾਸਪੋਰਟ ਜ਼ਬਤ ਕਰ ਲੈਣ, ਉਹਨੂੰ ਡਰ ਆ ਕਿ ਮੇਰਾ ਪਾਸਪੋਰਟ ਜ਼ਬਤ ਕਰ ਲੈਣਗੇ ਤੇ ਮੈਨੂੰ ਮਤਲਬ ਨਹੀਂ ਆਉਣ ਦੇਣਗੇ ਵਾਪਸ। ਨਹੀਂ ਜ਼ਬਤ ਕਿਵੇਂ ਕਰ ਸਕਦਾ ਪਾਸਪੋਰਟ? ਥੋੜਾ ਕੋਆਪਰੇਟ ਉਹ ਕਹਿੰਦਾ ਇੰਗਲੈਂਡ ਹੁਣ ਜਾ ਕੇ ਮੈਂ ਮਤਲਬ ਅਜੇ ਮੈਨੂੰ ਥੋੜੀ ਦੇਰ ਐਡਜਸਟ ਪਤਾ ਕੀ ਆ ਮਤਲਬ ਸਾਡੀ ਮੈਰਿਜ ਵਿੱਚ ਵੀ ਲਗਭਗ ਪੈਸੇ ਖਰਚ ਕਾਫੀ ਹੋ ਗਏ। ਉਸ ਤੋਂ ਬਾਅਦ ਮੈਂ ਛੋਟਾ ਬੇਟਾ ਆਇਆ ਕੈਨੇਡਾ ਸਟੱਡੀ ਵਾਸਤੇ। ਨਹੀਂ ਜਿਹੜੀ ਸ਼ਾਦੀ ਕੀਤੀ ਆ ਮੈਂ ਜਿਹੜਾ ਹਾਲ ਤੇ ਸਾਰਾ ਖਰਚਾ ਆਇਆ ਇਹ ਲੜਕੀ ਵਾਲਿਆਂ ਨੇ ਦਿੱਤਾ ਨਾ? ਨਹੀਂ ਸਰ ਨਹੀਂ, ਉਹਨਾਂ ਆਪਣਾ ਕੀਤਾ, ਅਸੀਂ ਆਪਣਾ ਕੀਤਾ। ਜਿਹੜੇ ਪਾਰਟੀ ਹਾਲ ਕੀਤਾ ਨਾ, ਪਾਰਟੀ ਹਾਲ ਜਿਹੜਾ ਆ ਸਾਰਾ ਖਰਚਾ ਲੜਕੀ ਵਾਲਿਆਂ ਨੇ ਪੇਮੈਂਟ ਕੀਤੀ। ਮੈਂ ਨਹੀਂ ਸਰ ਗਲਤ ਕਹਿ ਰਿਹਾ ਤੁਹਾਨੂੰ, ਉਹਨਾਂ ਨੇ ਆਪਣਾ ਕੀਤਾ ਸੀ। MK ਹੋਟਲ ਅਸੀਂ ਕੀਤਾ ਸੀ ਸ਼ੈਲਟਨ ਹੋਟਲ। MK ਹੋਟਲ ਦੇ ਵਿੱਚ ਜਿਹੜਾ ਖਰਚਾ ਹੈ ਉਹਨਾਂ ਨੇ ਕੀਤਾ ਹੈ, ਉਹ ਉਹਨਾਂ ਨੇ ਕੀਤਾ। ਉਹਨਾਂ ਨੇ ਬਰਾਤ ਉੱਥੇ ਠਹਿਰਾਈ ਸੀ, ਅਸੀਂ ਸ਼ਗਨ ਲਾਇਆ ਸੀ ਸ਼ੈਲਟਨ ਹੋਟਲ ਵਿੱਚ ਜੀ। ਠੀਕ ਹੈ, ਮਤਲਬ ਜਿਹੜੀ ਬਰਾਤ ਦੇ ਰਿਸੈਪਸ਼ਨ ਦੀ ਪਾਰਟੀ ਆ ਉਹਦਾ ਖਰਚਾ ਕੁੜੀ ਵਾਲਿਆਂ ਨੇ ਕੀਤਾ, ਸੱਚ ਹੈ? ਨਹੀਂ ਸਰ ਰਿਸੈਪਸ਼ਨ ਨਹੀਂ ਹੋਈ ਕੋਈ ਵੀ, ਮਤਲਬ ਮੈਰਿਜ ਵੀ ਉੱਥੇ ਹੋਈ ਆ। ਨਹੀਂ ਮੇਰੇ ਮਤਲਬ ਜਿਹੜੀ ਪਾਰਟੀ ਮੈਰਿਜ ਜਿਹੜੀ ਮੈਰਿਜ ਗੁਰਦੁਆਰੇ ਹੋਈ ਆ ਉਹ ਤੇ ਗੁਰਦੁਆਰੇ ਲਾਮਾ ਲੈਂਗੇ ਤੁਸੀਂ? ਹਾਂਜੀ ਜੀ ਸਰ। ਹਾਂ ਤੇ ਫਿਰ MK ਜਿਹੜਾ ਹੋਟਲ ਉਹ ਕਾਹਦੇ ਵਾਸਤੇ ਕੀਤਾ? ਉਹ ਲੜਕੀ ਵਾਲਿਆਂ ਨੇ ਕੀਤਾ ਸੀ ਬੁੱਕ ਮੈਰਿਜ ਵਾਸਤੇ। ਸੋ ਮੈਰਿਜ ਉੱਥੇ ਹੋਈ ਹੈ ਨਾ? ਅਸੀਂ ਸ਼ੈਲਟਨ ਜੀ, ਸ਼ੈਲਟਨ ਅਸੀਂ ਕੀਤਾ ਸੀ ਸ਼ਗਨ ਵਾਸਤੇ। ਲਗਭਗ ਬਰਾਬਰ ਹੀ ਖਰਚ ਹੋਇਆ ਸਰ, ਕੋਈ ਵੱਧ ਘੱਟ ਨਹੀਂ ਹੋਇਆ। ਨਹੀਂ ਤੁਸੀਂ ਕਨਫਿਊਜ਼ ਕਰ ਰਹੇ ਹੋ ਆਪਣੇ ਆਪ ਨੂੰ, ਮੈਨੂੰ ਵੀ ਕਰ ਰਹੇ ਹੋ। ਔਰ ਜਿਹੜੀ ਆਪਣੀ ਲਾਈਨ ਤੇ ਹੈ ਤੁਹਾਡੀ ਨੋਰਾਣੀ ਲਾਈਨ ਤੇ ਆ, ਹੁਣ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਡਰਦੇ ਕਿਉਂ ਆ ਕਿ ਲੜਕਾ ਜਾਊਗਾ ਤੇ ਪਾਸਪੋਰਟ ਸਰੈਂਡਰ ਕਰ ਲੂਗੀ? ਪਾਸਪੋਰਟ ਕਿਵੇਂ ਫੜ ਸਕਦੇ ਹੋ ਸਰ? ਉਹਨੂੰ ਥੋੜਾ ਡਰ ਹੈ ਬੱਚੇ ਨੂੰ। ਨਹੀਂ ਇਹ ਕਿਵੇਂ ਡਰ, ਮਤਲਬ ਡਰ ਕੱਢਿਆ ਕਿ ਕਿਵੇਂ ਜਾ ਸਕਦਾ ਫਿਰ? ਨਹੀਂ ਆਪਸ ਵਿੱਚ ਦੋਨੋਂ ਗੱਲਬਾਤ ਕਰਨਾ। ਇਹ ਗੱਲ ਕਿਵੇਂ ਕਰੇ? ਤੁਹਾਡੇ ਲੜਕੇ ਨੇ ਤਾਂ ਫੋਨ ਬੰਦ ਕਰਤਾ, ਬਲੌਕ ਕਰ ਦਿੱਤਾ, ਤੁਹਾਡੀ ਵਾਈਫ ਨੇ ਵੀ, ਤੁਸੀਂ ਬਲੌਕ ਕਰਤਾ ਕੁੜੀ ਦਾ? ਨਹੀਂ ਸਰ, ਨਹੀਂ ਸਰ ਕੋਈ ਫੋਨ ਨਹੀਂ ਬਲੌਕ ਕੀਤਾ, ਮੈਂ ਦੇਖੋ ਫੋਨ ਚੁੱਕ ਲਿਆ ਉਸੇ ਵੇਲੇ। ਨਹੀਂ ਤੁਸੀਂ ਮੇਰਾ ਨਹੀਂ ਨਾ ਕੀਤਾ ਕਿਉਂਕਿ ਮੇਰਾ ਨੰਬਰ ਨਹੀਂ ਤੁਹਾਡੇ ਕੋਲ, ਤੁਸੀਂ ਲੜਕੀ ਦਾ। 4:30 ਮਤਲਬ ਹੁਣ ਦੇਖੋ ਰਾਤ ਦੇ ਟਾਈਮ ਹੋਇਆ ਇਸ ਵੇਲੇ, ਮੈਂ ਸੁੱਤਾ ਪਿਆ ਸੀਗਾ ਜੀ, ਬੈਲ ਹੋਈ ਮੈਂ ਸੁਣ ਲਿਆ, ਉਸੇ ਚੁੱਕ ਲਿਆ। ਨਹੀਂ ਤੁਸੀਂ ਲੜਕੀ ਤੁਸੀਂ ਫੋਨ ਬਲੌਕ ਕੀਤਾ? ਨਹੀਂ ਸਰ। ਲੜਕੀ ਨੂੰ ਤੁਸੀਂ ਕਦੇ ਕਾਲ ਕੀਤਾ? ਪਹਿਲਾਂ ਹਾਂਜੀ ਕਰਦੇ ਰਹੇ ਸਰ। ਨਹੀਂ ਤੁਸੀਂ ਲੜਕੀ ਨੂੰ ਦੱਸੇ ਹਾਲਾਤ ਇਹ ਨੇ ਕਿ ਬੇਟਾ ਉਹ ਜਿਸ ਕਰਕੇ ਘਬਰਾਉਂਦਾ ਆ, ਇਹਦਾ ਆਪਾਂ ਹੱਲ ਲੱਭਦੇ ਆ? ਤੁਹਾਡੀ ਗੱਲ ਹੋਈ ਲੜਕੀ ਨਾਲ?
ਹਾਂਜੀ। ਕਦੋਂ ਹੋਈ ਜੀ? ਮਤਲਬ 5-6 ਦਿਨ ਪਹਿਲਾਂ ਦੀ ਗੱਲ ਹੈ। 18 ਤਰੀਕ ਨੂੰ ਗੱਲ ਹੋਈ ਸੀ, 18-19 ਨੂੰ। ਤੁਸੀਂ ਆਪਣੇ ਕੁੜਮ ਸਾਹਿਬ ਨਾਲ ਤੁਸੀਂ ਇਕੱਠੇ ਪੜ੍ਹਦੇ ਰਹੇ ਹੋ, ਤੁਹਾਡਾ ਸਤਿਕਾਰ ਇੱਕ ਦੂਜੇ ਨਾਲ, ਤੁਸੀਂ ਆਪਣੇ ਕੁੜਮ ਸਾਹਿਬ ਨਾਲ ਤੁਹਾਡੇ ਕਿਸ ਦਾ ਭਰਾ ਆ ਛੋਟਾ ਜਿਹਾ ਵੱਡਾ, ਤੁਸੀਂ ਗੱਲ ਕੀਤੀ ਉਹਨਾਂ ਨਾਲ? ਹਾਂਜੀ ਸਰ। ਉਹਨਾਂ ਨਾਲ ਤੁਸੀਂ ਸਮਝਾਇਆ ਉਹਨਾਂ ਨੂੰ ਤੁਸੀਂ ਦੱਸਿਆ ਕਿ ਆਹ ਹਾਲਾਤ ਨੇ? ਹਾਂਜੀ ਹਾਂਜੀ, ਉਹ ਸਗੋਂ ਜ਼ਿਆਦਾ ਕਾਲੇ ਪੈ ਰਹੇ ਸੀ। ਹਾਂਜੀ। ਤੇ ਮੈਂ ਉਹਨਾਂ ਨੂੰ ਸਗੋਂ ਉਹ ਥੋੜੇ ਜ਼ਿਆਦਾ ਕਾਲੇ ਪੈ ਰਹੇ ਸੀ। ਮੈਂ ਉਹਨਾਂ ਨੂੰ ਬੜੀ ਠਹਿਰਾਵ ਨਾਲ ਕਿਹਾ ਸੀ, ਮੈਂ ਕਿਹਾ ਸਰ ਉਹਨਾਂ ਨੂੰ ਇਹ ਇੱਕਦਮ ਹੋਇਆ ਉੱਥੋਂ ਇੰਗਲੈਂਡ ਤੋਂ ਆਏ ਨੂੰ, 17-18 ਤਰੀਕ ਦੀ ਗੱਲ ਹੈਗੀ ਆ। ਉਹਨਾਂ ਨੇ ਲੜਕੀ ਵਾਸਤੇ ਘਰ ਵੀ ਲਿਆ ਦਿੱਤਾ, ਤੁਸੀਂ ਇਸ ਘਰ ਦੇ ਵਿੱਚ ਵੱਖਰੇ ਰਹੋ, ਇਹ ਤੁਸੀਂ ਮੰਨਦੇ ਹੋ ਨਾ? ਹਾਂ ਸਰ, ਉਹ ਪਹਿਲੇ ਦਾ ਲਿਆ ਸਰ ਉਹਨਾਂ ਨੇ, ਬਿਲਕੁਲ ਮੈਨੂੰ ਦੱਸਿਆ ਉਹਨਾਂ ਨੇ। ਹਾਂ, ਤੇ ਫਿਰ ਉਹ ਵੱਖਰੇ ਰਹਿਣ ਲੱਗ ਪਏ ਸੀਗੇ। ਤਾਂ ਹੁਣ ਇਹਨੇ ਲੜਕੇ ਤੁਹਾਡੇ ਨੇ ਤੇ ਤੁਹਾਡੀ ਵਾਈਫ ਨੇ ਬਲੌਕ ਕਰਤਾ ਫੋਨ, ਤੁਸੀਂ ਵੀ ਕਰ ਦਿੱਤਾ। ਤੁਸੀਂ ਕੁੜੀ ਦਾ ਫੋਨ ਬਲੌਕ ਕੀਤਾ ਆਪਣੀ ਨੂੰਹ ਰਾਣੀ ਦਾ? ਨਹੀਂ ਸਰ, ਮੈਂ ਕੋਈ ਫੋਨ ਬਲੌਕ ਨਹੀਂ ਕੀਤਾ, ਮੈਂ ਕੋਈ ਫੋਨ ਨਹੀਂ ਚੁੱਕਿਆ। ਤੁਸੀਂ ਫੋਨ ਨਹੀਂ ਚੁੱਕਿਆ? ਫੋਨ ਆਇਆ ਚੁੱਕਿਆ ਨਹੀਂ ਤੁਸੀਂ? ਹਾਂਜੀ, ਉਹ ਇਸ ਕਰਕੇ ਚੁੱਕਿਆ, ਮੈਨੂੰ ਬੇਟੇ ਨੇ ਦੱਸਿਆ ਸੀ ਕਿ ਉਹ ਰਿਕਾਰਡਿੰਗ ਕਰਦੇ ਆ ਹਰ ਗੱਲ ਦੀ। ਨੇ ਫਿਰ ਕੀ ਹੋਇਆ ਜੇ ਰਿਕਾਰਡਿੰਗ ਕਰਦੇ ਆ ਤਾਂ ਤੁਸੀਂ ਜੇ ਗਲਤ ਕੰਮ ਨਹੀਂ ਕਰਨਾ ਤਾਂ ਤੁਸੀਂ ਡਰਦੇ ਕਿਉਂ ਫਿਰ? ਹਾਂਜੀ, ਨਹੀਂ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ, ਲੇਕਿਨ ਉਹ ਮੇਰੇ ਥੋੜਾ ਜਿਹਾ ਟੈਂਸ ਜਿਹਾ ਸੀਗਾ ਮਾਹੌਲ, ਇਸ ਕਰਕੇ ਮੈਂ ਥੋੜਾ ਜਿਹਾ ਨਹੀਂ ਇੱਕ ਸੈਕਿੰਡ, 1 ਸੈਕਿੰਡ, ਤੁਸੀਂ ਫੋਨ ਨਹੀਂ ਹੈਂਗ ਅਪ ਕਰਨਾ, ਕੀਪ ਇਨ ਮਾਈਂਡ, ਕਿਉਂਕਿ ਇੱਕ ਬਹੁਤ ਵੱਡਾ ਫਰਾਡ ਜਿਹੜਾ ਹੈ ਉਹਦੇ ਵਿੱਚ ਤੁਸੀਂ ਚਾਰਜ ਹੋ ਸਕਦੇ ਹੋ। ਤੁਹਾਨੂੰ ਪਤਾ ਕਿ ਆਈ ਐਮ ਗੋਇੰਗ ਟੂ ਇਨਫਾਰਮ ਟੂ ਡੀਜੀਪੀ। ਮੈਂ ਪਿਛਲੇ 40 ਸਾਲ ਤੋਂ ਰੇਡੀਓ ਰਨ ਕਰ ਰਿਹਾ ਤੇ ਮੈਂ ਹੈਲਪਲਾਈਨ ਚਲਾ ਰਿਹਾ। ਅਕੋਰਡਿੰਗ ਟੂ ਲਾਅ ਕਿ ਤੁਸੀਂ ਇਹ ਜਿਹੜੀ ਗੇਮ ਪਲੇ ਕਰ ਰਹੇ ਹੋ ਇਹ ਡਰਟੀ ਗੇਮ ਪਲੇ ਕਰ ਰਹੇ ਹੋ। ਨਹੀਂ ਸਰ, ਐਸੀ ਕੋਈ ਗੱਲ ਨਹੀਂ। ਆਈ ਐਮ ਟੈਲਿੰਗ ਯੂ, ਸਟੇਟ ਫਾਰਵਰਡ ਹੈ ਮੈਂ, ਔਰ ਮੈਂ ਪਿਛਲੇ 40 ਸਾਲ ਤੋਂ ਇਨਵੈਸਟੀਗੇਟਿੰਗ ਦੇ ਵਿੱਚੋਂ, ਔਰ ਜਿੰਨੇ ਵੀ ਕ੍ਰਾਈਮ ਜਿਹੜੇ ਨੇ ਉਹ ਉਹਨਾਂ ਨੂੰ ਮੈਂ ਹੈਂਡਲ ਕਰਦਾ। ਦਿਸ ਇਜ਼ ਨਾਟ ਰਾਈਟ ਕਿ ਤੁਹਾਡੇ ਅਪਰੋਚ ਜਿਹੜੀ ਹੈ ਮੇਰੀ ਲਾਈਨ 'ਚ ਨੇ। ਉਹ ਆਪਣੇ ਤੁਹਾਡੀ ਕੁੜਮ ਨਾਲ ਗੱਲ ਹੋਈ ਸੀ? ਤੁਹਾਡੇ ਜਿਹੜੇ ਕਲਾਸ ਫੈਲੋ ਰਹੇ ਨੇ, ਤੁਹਾਡੇ ਕਿਸੇ ਭਰਾ ਨੇ, ਮੈਂ ਪਹਿਲਾਂ ਜ਼ਿਕਰ ਤੁਹਾਡਾ ਸਤਿਕਾਰ ਕਰਦੇ ਪਰਿਵਾਰ ਉਹ, ਔਰ ਨੂੰਹ ਰਾਣੀ ਤੁਹਾਡੀ ਸਤਿਕਾਰ ਕਰਦੀ ਹੈ। ਤੁਸੀਂ ਮੰਨਦੇ ਹੋ ਕਿ ਤੁਹਾਡੇ ਸੱਟ ਲੱਗੀ ਸੀਗੀ ਤੇ ਉਹਨੇ ਤੁਹਾਨੂੰ ਸੰਭਾਲਿਆ ਆਣ ਕੇ ਲੜਕੀ ਨੇ, ਔਰ 6 ਸਾਲ ਦੀ ਬੱਚੀ ਇੰਗਲੈਂਡ ਗਈ ਹੋ, ਤੁਹਾਡਾ ਪੂਰਾ ਕੀਤਾ ਸਤਿਕਾਰ ਹੈ ਲੜਕੀ ਨੇ? ਲੜਕੀ ਨੇ ਕਦੇ ਤੁਹਾਨੂੰ ਅਪਸ਼ਬਦ ਤਾਂ ਨਹੀਂ ਬੋਲਿਆ ਕੋਈ? ਨਹੀਂ ਸਰ, ਨਹੀਂ। ਹਾਂ, ਤੇ ਫਿਰ ਤੁਸੀਂ ਇਹਨੂੰ ਹੈਂਡਲ ਕਰੋ ਸਿਚੁਏਸ਼ਨ ਨੂੰ। ਤੁਸੀਂ ਆਪਣੀ ਵਾਈਫ ਨੂੰ ਕਹੋ ਕਿ ਐਟਲੀਸਟ ਵਾਈਫ ਤੁਹਾਡੀ ਕਾਲ ਕਰੇ ਨਾ ਲੜਕੀ ਨੂੰ, ਲੜਕੀ ਦੀ ਮਦਰ ਨੂੰ ਕਾਲ ਕਰੇ, ਔਰ ਤੁਸੀਂ ਆਪਸ ਵਿੱਚ ਹੀ ਕੰਟੀਨਿਊ ਆਪਣੀ ਕਨਵਰਸੇਸ਼ਨ ਜਿਹੜੀ ਆ ਉਹਨੂੰ ਡਿਸਕੰਟੀਨਿਊ ਨਾ ਕਰੋ। ਤੁਸੀਂ ਇਹ ਮਾਹੌਲ ਜਿਹੜਾ ਆ ਇਹੋ ਜਿਹਾ ਪੈਦਾ ਕਰ ਦਿੱਤਾ, ਕੁੜੀ ਘਬਰਾ ਗਈ ਆ। ਠੀਕ ਹੈ ਸਰ। ਹਾਂ, ਤੁਸੀਂ ਲੜਕੀ ਤੁਹਾਡੇ ਤੇ ਮੁਕੱਦਮਾ ਕਰ ਸਕਦੀ ਇੱਥੇ, ਕਿਉਂਕਿ ਵਿਆਹ ਇੰਗਲੈਂਡ ਦੇ ਵਿੱਚ ਹੋਇਆ ਔਰ ਇੰਡੀਆ ਦੇ ਵਿੱਚ ਹੋਇਆ, ਤੁਹਾਡੇ ਤੇ, ਤੁਹਾਡੀ ਵਾਈਫ ਤੇ ਔਰ ਤੁਹਾਡੇ 4 ਰਿਲੇਟਿਵਸ ਤੇ, 28 ਮਤਲਬ ਤੋਲੇ ਉਹਨਾਂ ਨੇ ਸੋਨਾ ਵੀ ਪਾਇਆ, ਖਰਚਾ ਵੀ ਕੀਤਾ, ਪਰ ਉਹਦੇ ਬਾਵਜੂਦ ਵੀ ਉਹ ਇਹ ਗੱਲਾਂ ਨਹੀਂ ਕਾਊਂਟ ਕਰਦੇ। ਉਹ ਚਾਹੁੰਦੇ ਆ ਕਿ ਮੈਂ ਜੇ ਮੈਨੂੰ ਕਹਿੰਦਾ ਆ ਮੈਂ ਕੈਨੇਡਾ ਵੀ ਜਾਣ ਨੂੰ ਤਿਆਰ ਆ, ਐਟਲੀਸਟ ਇੱਕ ਪ੍ਰੋਸੈਸ, ਇੱਕ ਸਿਸਟਮ ਹੋਣਾ ਚਾਹੀਦਾ ਕਿ ਮੈਨੂੰ ਆਪ ਲੈ ਜਾਵੇ ਆਣ ਕੇ ਮੇਰੇ ਮਾਂ ਪਿਓ ਸਾਹਮਣੇ ਕਿ ਹਾਂ ਮੈਂ ਇਹਨੂੰ ਲੈਣ ਆਇਆ, ਜਿਹੜਾ ਕਿ ਰੀਜ਼ਨੇਬਲ ਆ। ਹਾਂਜੀ, ਤੁਸੀਂ ਜਦੋਂ ਐਗਰੀ ਕੀਤਾ ਪਹਿਲਾਂ ਕਿ ਕੋਈ ਮੁੰਡਾ ਉੱਥੇ ਰਹੂਗਾ, ਤੇ ਹੁਣ ਤੁਸੀਂ ਐਗਰੀਮੈਂਟ ਜਿਹੜਾ ਤੋੜ ਰਹੇ ਹੋ, ਵਾਈ ਯੂ ਡੂਇੰਗ ਦਿਸ? ਨਹੀਂ ਸਰ, ਕੋਈ ਐਗਰੀਮੈਂਟ ਨਹੀਂ ਅਸੀਂ ਤੋੜ ਰਹੇ। ਮੈਂ ਬੱਚਾ ਗਿਆ ਸੀ ਉਹਨਾਂ ਦੇ ਕੋਲ, ਉਹਦਾ ਮਨ ਹੀ ਨਹੀਂ ਲੱਗਾ ਉੱਥੇ। ਤੁਸੀਂ ਬੱਚੇ ਨਾਲ ਗੱਲ ਕਰ ਲਿਓ। ਨਹੀਂ ਮਨ ਨਹੀਂ ਲੱਗਾ, ਤੁਸੀਂ ਪੇਰੈਂਟਸ ਹੋ, ਤੁਸੀਂ ਆਪਸ ਵਿੱਚ ਸਿਆਣੇ ਹੋ ਬੜੇ। ਨਹੀਂ ਸਰ, ਮੈਂ ਤਾਂ ਤੁਹਾਡਾ ਬੜਾ ਇਲਾਕੇ ਵਿੱਚ ਤੁਹਾਡੀ ਗੱਲ ਸੁਣੋ, ਇੱਕ ਸੈਕਿੰਡ ਗੱਲ ਸੁਣੋ, ਤੁਹਾਡੀ ਇਲਾਕੇ ਦੇ ਵਿੱਚ ਆਪਣੇ ਵੇਰਕਾ ਸਾਹਿਬ ਬੜੀ ਇੱਜ਼ਤ ਹੈ ਔਰ ਤੁਸੀਂ ਬੜੇ ਸਤਿਕਾਰਯੋਗ ਹੋ, ਸਾਡੇ ਸਰ ਦੇ ਤਾਜ ਹੋ। ਇਹ ਆਪਾਂ ਇਹਨੂੰ ਪ੍ਰੋਬਲਮ ਸੋਲਵ ਕਰਨਾ, ਇਹਨੂੰ ਆਪਣਾ ਪ੍ਰੋਬਲਮ ਨੂੰ ਕੋਰਟਾਂ ਕਚਹਿਰੀਆਂ ਵਿੱਚ, ਪੁਲਿਸ ਸਟੇਸ਼ਨਾਂ ਵਿੱਚ ਲਿਜਾਣਾ, ਪੁਲਿਸ ਦਾ ਟਾਈਮ ਵੇਸਟ ਕਰਨਾ, ਗਲਤ ਇਨਫੋਰਮੇਸ਼ਨ ਦੇਣੀ, ਉਹਨੇ ਮੈਨੂੰ ਆਹ ਕਹਿਤਾ, ਇਹਨਾਂ ਗੱਲਾਂ ਤੋਂ ਗਰੇਜ਼ ਕਰਦੇ ਹੋਏ ਆਲਰੇਡੀ ਕੋਰਟ ਜਿਹੜੇ ਨੇ ਕਿੰਨੇ ਬਿਹਾਈਂਡ ਨੇ, ਪੁਲਿਸ ਜਿੰਨੀ ਬਿਹਾਈਂਡ ਹੈ ਕੋਵਿਡ ਕਰਕੇ। ਇਹਨਾਂ ਨੂੰ ਆਪਾਂ ਇੱਕ ਸਿਆਣੇ ਪੜ੍ਹੇ, ਤੁਸੀਂ ਪੜ੍ਹੇ ਲਿਖੇ ਹੋ, ਐਜੂਕੇਟਡ ਹੋ, ਔਰ ਤੁਸੀਂ ਲੱਕੀ ਹੋ ਕਿ ਤੁਹਾਡੀ ਧੀ ਰਾਣੀ ਇੱਕ ਸਟਾਫ ਨਰਸ ਹੈ ਤੇ ਤੁਹਾਡਾ ਕੁੜਮ ਵੀ ਬੜਾ ਪੜ੍ਹਿਆ ਲਿਖਿਆ, ਤੁਸੀਂ ਪੜ੍ਹੇ ਲਿਖੇ ਫੈਮਿਲੀ ਨਾਲ। ਹੁਣ ਤੁਹਾਡੀ ਵਾਈਫ ਨੇ ਫੋਨ ਬਲੌਕ ਕਰ ਦਿੱਤਾ, ਇਹ ਕਿੱਥੋਂ ਦੀ ਅਕਲਮੰਦੀ ਆ? ਵਾਈ ਯੂ ਡੂ ਦੈਟ? ਜੇ ਮੁੰਡੇ ਨੇ ਵਿੱਚ ਕੋਈ ਐਸੀ ਗੱਲ ਆ ਕਿ ਤੁਸੀਂ ਆਪਣੀ ਵਾਈਫ ਨੂੰ ਕਹੋ ਕਿ ਫੋਨ ਜਿਹੜਾ ਆ ਆਪਣੀ ਨੂੰਹ ਰਾਣੀ ਨੂੰ ਕਰੇ, ਨੋ ਨਹੀਂ, ਉਹ ਤੁਹਾਡੀ ਧੀ ਆ। ਜੀ ਜੀ, ਤੁਸੀਂ ਮੰਨਦੇ ਹੋ ਕਿ ਤੁਹਾਡੀ ਧੀ ਆ ਉਹ? ਹਾਂਜੀ ਹਾਂਜੀ ਸਰ, ਬਿਲਕੁਲ। ਹਾਂ, ਤੁਸੀਂ ਮੇਰੇ ਲਾਈਨ ਤੇ ਉਹਨਾਂ ਨੂੰ ਹੈਲੋ ਕਰੋ ਪਹਿਲਾਂ, ਯੂ ਹੈਵ ਟੂ ਟਾਕ ਟੂ ਹਰ। ਆਪਣੇ ਸਾਜੀਆ, ਤੁਹਾਡੇ ਪਿਤਾ ਜੀ ਨੇ ਲਾਈਨ ਤੇ, ਸਤਿ ਸ਼੍ਰੀ ਅਕਾਲ ਬੁਲਾਓ। ਹਾਂਜੀ, ਸਤਿ ਸ਼੍ਰੀ ਅਕਾਲ ਪਾਪਾ ਜੀ, ਕਾਇ ਪਨਾ। ਸਤਿ ਸ਼੍ਰੀ ਅਕਾਲ ਬੇਟੇ, ਗੋਡ ਬlesਸ ਯੂ। ਹਾਂ ਸਾਜid ਜੀ ਗੱਲ ਕਰੋ, ਔਰ ਤੁਸੀਂ ਆਪਣੀ ਜਲਦੀ ਗੱਲ ਕਰੋ। ਸਾਜid ਜੀ ਤੁਹਾਡਾ ਫੋਨ ਇਹਨਾਂ ਨੇ ਇਹ ਕਹਿੰਦੇ ਕਿ ਚੁੱਕਿਆ ਨਹੀਂ, ਬਲੌਕ ਕੀਤਾ, ਤੁਸੀਂ ਕਹਿੰਦੇ ਬਲੌਕ ਕੀਤਾ। ਬਲੌਕ ਤੇ ਨਾ ਚੁੱਕਣ ਦੇ ਵਿੱਚ ਰਿੰਗ ਹੁੰਦੀ ਸੀ ਜਾਂ ਫਿਰ ਜਸਟ ਸਾਇਲੈਂਟ ਸੀ? ਟੈਲ ਮੀ ਟਰੂ ਸਾਜੀਆ ਪਲੀਜ਼।
ਹਾਂਜੀ ਮੈਂ ਜਦੋਂ ਪਾਪਾ ਜੀ ਦੇ ਫੋਨ ਤੇ ਕੀਤਾ ਵਾ ਉਹ ਫੋਨ ਨਹੀਂ ਚੁੱਕਦੇ ਮੇਰਾ। ਮੈਂ ਬਹੁਤ ਸਾਰੀ ਟਰਾਈ ਕੀਤਾ ਫੋਨ ਤੇ ਮੈਨੂੰ ਨਹੀਂ ਕੋਈ ਰਿਸਪੌਂਸ ਮਿਲਦਾ। ਕੱਲ ਮੈਂ ਜਦੋਂ ਆਪਣੇ ਹਸਬੰਡ ਨੂੰ ਫੋਨ ਕਰਦੀ ਰਹੀ ਆ, ਉਹਨਾਂ ਨੇ ਮੇਰਾ ਨੰਬਰ ਬਲੌਕ ਕਰਤਾ। ਉਸ ਤੋਂ ਬਾਅਦ ਮੈਂ ਜਦੋਂ ਮੰਮਾ ਦੇ ਫੋਨ ਤੇ ਟਰਾਈ ਕੀਤਾ, ਫਿਰ ਮੈਂ ਦੇਖਿਆ ਕਿ ਸਾਰਿਆਂ ਦੇ ਨੰਬਰ ਬਲੌਕ ਕਰ ਦਿੱਤੇ ਨੇ, ਉਹਨਾਂ ਨੇ ਸਿਰਫ ਬਲੌਕ ਕੀਤੇ ਨੇ, ਬਾਕੀਆਂ ਦਾ ਮੈਂ ਨਹੀਂ ਚੈੱਕ ਕੀਤਾ। ਸਿਰਫ ਉਹਨਾਂ ਦਾ ਨੰਬਰ ਜਦੋਂ ਮੈਂ ਦੇਖਿਆ ਟਰਾਈ ਕਰਕੇ ਆਪਣੇ ਡੈਡੀ ਦੇ ਫੋਨ ਤੋਂ ਆਪਣੀ ਮੰਮੀ ਦੇ, ਉਹਨਾਂ ਦਾ ਫੋਨ ਉਹਨਾਂ ਨੇ ਬਲੌਕ ਕਰ ਦਿੱਤਾ ਹੋਇਆ ਸਭ ਨੂੰ। Anyway, carry on, please carry on. We have to sort, because we have to solve this issue. Otherwise, I have to proceed to DGP. और मैं थोड़े CP ਨਾਲ ਗੱਲ ਕਰਨੀ ਹੈ ਤੁਹਾਡੇ ਅੰਮ੍ਰਿਤਸਰ, ਕਿਉਂਕਿ ਇਹਨੂੰ ਸੌਰਟ ਆਊਟ ਕਰਨਾ ਪੈਣਾ ਪ੍ਰੋਬਲਮ ਨੂੰ, ਕਿਉਂਕਿ ਕੋਈ ਪ੍ਰੋਬਲਮ ਨਹੀਂ ਹੈ, ਕੋਈ ਅਟੈਂਸ਼ਨ ਨਹੀਂ ਹੈ। ਔਰ ਵੀ ਡੋਂਟ ਕੇਅਰ ਕੋ ਪੋਲੀਟੀਸ਼ੀਅਨ, ਭਾਵੇਂ CM ਦਾ ਮੁੰਡਾ ਹੋਵੇ, ਭਾਵੇਂ ਚੰਨੀ ਦਾ ਮੁੰਡਾ ਕਿਉਂ ਨਾ ਹੋਵੇ, ਆਈ ਡੋਂਟ ਕੇਅਰ। ਸੋ ਵੀ ਡੂ ਆਵਰ ਜੌਬ। ਸੋ ਸਾਡੀ ਮੀਡੀਆ ਜੌਬ ਆ, ਐਜ਼ ਜਰਨਲਿਸਟ ਆਈ ਐਮ ਡੂਇੰਗ ਮਾਈ ਜੌਬ। ਸੋ ਇਹਦੇ ਬਾਰੇ ਵਿੱਚ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹਨੂੰ ਸੌਰਟ ਆਊਟ ਕੀਤਾ ਜਾਵੇ। ਸੋ ਇਹਦਾ ਹੱਲ ਤੁਹਾਡਾ ਸੌਰਾ ਸਾਹਿਬ ਦਾ ਨਾਮ ਆਈ ਫੋਰਗੇਟ, ਸਾਈਆ ਜੀ ਨਾਮ ਕੀ ਤੁਹਾਡੇ ਸੌਰਾ ਸਾਹਿਬ ਦਾ? ਸਰਦਾਰ ਬਲਵਿੰਦਰ ਸਿੰਘ। ਹਾਂਜੀ ਜੀ, ਬਲਵਿੰਦਰ ਸਿੰਘ ਜੀ। ਹਾਂਜੀ ਹਾਂਜੀ ਵੇਰਕਾ ਸਾਹਿਬ, ਤੁਸੀਂ ਬੜੇ ਰਿਸਪੈਕਟਡ ਹੋ, ਇਹਦਾ ਹੱਲ ਕੀ ਹੈ ਹੁਣ ਦੱਸੋ ਮੈਨੂੰ ਜਲਦੀ ਵਿੱਚ। ਸਰ ਦੋਨੋਂ ਬੱਚੇ ਮਤਲਬ ਡਿਸਾਈਡ ਕਰਨਾ, ਕਿਉਂਕਿ ਇਹਨਾਂ ਨੇ ਕਿਸ ਤਰ੍ਹਾਂ ਮਤਲਬ ਆਪਣੇ ਜੀਵਨ ਬਤੀਤ ਕਰਨਾ ਹੈਗਾ ਹੁਣ। ਅਸੀਂ ਤੇ ਮਤਲਬ ਮੈਂ ਤਾਂ ਇਹਦੇ ਚ ਇੰਟਰਵਿਊ ਜ਼ਿਆਦਾ ਨਹੀਂ ਕਰਦਾ, ਕਿਉਂਕਿ ਇਹ ਬੱਚੇ ਸਿਆਣੇ ਆ, ਦੋਨੋਂ ਵਿਚੋਰ ਹੈਗੇ ਆ। ਪਰ ਇਹਦੇ ਵਿੱਚ ਤੁਹਾਨੂੰ ਇੰਟਰਵੀਨ ਕਰਨਾ ਪੈਣਾ, ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਨੇ ਤੁਹਾਡੇ ਤੋਂ ਬਗੈਰ ਠੀਕ ਨਹੀਂ ਹੋ। ਤੁਸੀਂ ਸਿਆਣੇ ਹੋ, ਤੁਸੀਂ ਸਿਆਣੇ ਸਲਾਹ ਦਿਓਗੇ। ਤੁਸੀਂ ਦੋਨੇ ਕੁੜਮ ਭਰਾ ਆਪਸ ਵਿੱਚ ਬੱਚਿਆਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰੋ। ਮੈਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਇਹੋ ਗੱਲ ਕੀਤੀ ਸੀ ਕਿ ਅਸੀਂ ਮਤਲਬ ਬੱਚਿਆਂ ਨੂੰ ਮਤਲਬ ਟਾਈਮ ਦਈਏ ਥੋੜਾ ਜਿਹਾ, ਤਾਂ ਕਿ ਉਹ ਦੋਵੇਂ ਸੈੱਟ ਹੋ ਜਾਣ ਔਰ ਦੋਨੋਂ ਇਕੱਠੇ ਰਹਿਣ। ਮੈਂ ਸਦਾ ਹੀ ਇਹੋ ਗੱਲ ਕਹੀ ਆ। ਸ਼ਾਜੀ ਨਾਲ ਵੀ ਇਹੋ ਗੱਲ ਕੀਤੀ ਸੀ, ਉਹਨਾਂ ਪਾਪਾ ਨਾਲ ਵੀ ਇਹੋ ਗੱਲ ਕੀਤੀ ਸੀ। ਤੁਹਾਡੇ ਜਿਹੜੇ ਕਲਾਸ ਫੈਲੋ ਨੇ ਆਪਣੇ ਬਲਵਿੰਦਰ ਸਿੰਘ ਜੀ, ਤੁਹਾਡੇ ਅਕੈਡਮੀ ਦਾ ਨਾਮ ਕੀ ਹੈ? ਸਤੀਸ਼ ਜੀ। ਸਤੀਸ਼ ਮਹਿਤਾ। ਹਾਂਜੀ ਮਹਿਤਾ ਜੀ, ਕੀ ਕਹਿੰਦੇ ਆਪ ਜੀ ਨੂੰ? ਨਹੀਂ ਸਰ, ਇਹੋ ਹੀ ਗੱਲ ਮੇਰੇ ਨਾਲ ਉਹਨਾਂ ਦੀ ਹੋਈ ਹੈ, ਤੇ ਮੈਂ ਉਹਨਾਂ ਨੂੰ ਇਹੋ ਗੱਲ ਲਾਸਟ ਤੇ ਕਹੀ ਹੈ ਕਿ ਆਪਾਂ ਬੱਚਿਆਂ ਨੂੰ ਇਕੱਠਿਆਂ ਰੱਖਣਾ, ਪੋਜ਼ਿਟਿਵ ਐਟੀਟਿਊਡ ਰੱਖਣਾ ਸੀ, ਬੱਚੇ ਇਕੱਠੇ ਰਹਿਣੇ ਚਾਹੀਦੇ ਆ। ਨਹੀਂ ਤੁਹਾਡੇ ਬੇਟੇ ਨੂੰ ਲਾਈਕ ਉਹਨੂੰ ਬਲੌਕ ਨਹੀਂ ਕਰਨਾ ਚਾਹੀਦਾ ਫੋਨ, ਔਰ ਤੁਹਾਡੀ ਮਦਰ ਤੁਹਾਡੀ ਵਾਈਫ ਨੇ ਬਲੌਕ ਕਰ ਦਿੱਤਾ ਉਹਨੂੰ। ਆਪਣੀ ਵਾਈਫ ਨੂੰ ਤੁਸੀਂ ਕਹੋ ਕਿ ਮਸਟ ਕਾਲ। ਮੈਂ ਕਹਿ ਦਿੰਦਾ ਸਰ, ਕੋਈ ਗੱਲ ਹਾਂਜੀ, ਤੁਸੀਂ ਪ੍ਰੋਮਿਸ ਕਰ ਦਿਓ ਨਾ। ਨੋ ਪ੍ਰੋਬਲਮ ਸਰ। ਹਾਂਜੀ ਇੱਕ ਸੈਕਿੰਡ, ਤੁਸੀਂ ਮੇਰੀ ਲਾਈਨ 'ਚ। ਸਾਜੀ ਤੁਹਾਡੇ ਫਾਦਰ ਕਿੱਥੇ ਨੇ? ਹਾਂਜੀ ਮੇਰੇ ਫਾਦਰ ਇੱਥੇ ਨੇ। ਓਕੇ, ਲੈਟ ਮੀ ਸਪੀਕ ਟੂ ਯੂਰ ਫਾਦਰ ਪਲੀਜ਼, ਟੇਕ ਐਕਸ਼ਨ। ਹਾਂਜੀ ਬਾਜੀ ਸਾਹਿਬ, ਨਮਸਕਾਰ ਜੀ। ਨਮਸਕਾਰ ਜੀ। ਤੁਹਾਡੇ ਕਲਾਸ ਫੈਲੋ ਸਰਦਾਰ ਬਲਵਿੰਦਰ ਸਿੰਘ ਬੇਰਕਾ ਜੀ ਤੁਹਾਡੇ ਦਿਲ ਦਾ ਟੁਕੜਾ ਤੁਹਾਡੇ ਲਾਈਨ 'ਚ ਨੇ, ਔਰ ਤੁਹਾਡਾ ਰਿਸ਼ਤਾ ਜਿਹੜਾ ਹੈ ਮੈਂ ਜੋੜਨਾ ਤੋੜਨਾ ਨਹੀਂ ਹੈ। ਅਸੀਂ ਕੋਟਾ ਕਚਹਿਰੀ ਵਿੱਚ ਪੁਲਿਸ ਤੱਕ ਨਹੀਂ ਪਹੁੰਚਣਾ। ਬਾਜੀ ਸਾਹਿਬ, ਮੈਂ ਜਦੋਂ ਸ਼ਾਦੀ ਕੀਤੀ ਸੀ, ਇਹਨਾਂ ਨੂੰ ਬੇਸ਼ੱਕ ਲਾਈਨ ਤੇ ਪੁੱਛ ਲਵੋ, ਮੈਂ ਇਹਨਾਂ ਨੂੰ ਤੇ ਇਹਨਾਂ ਦੇ ਬੇਟੇ ਨੂੰ ਪਤਾ ਕੀ ਕਿਹਾ ਸੀ? ਮੈਂ ਕਿਹਾ ਤੁਸੀਂ ਮੇਰੇ ਸਿਰ ਦਾ ਤਾਜ ਹੋ ਜੀ, ਇਹ ਤਾਜ ਹੀ ਰੱਖਣਾ ਸਭ ਕੁਝ ਜੀ। ਹਾਂਜੀ, ਤੇ ਜਿੱਥੇ ਸਾਡੇ ਖਾਨਦਾਨ ਦੇ ਵਿੱਚ ਕੁੜੀਆਂ ਦੇ ਦਿੰਦੇ ਆ ਨਾ, ਉੱਥੇ ਮਤਲਬ ਇਹੋ ਜੀ ਕੋਈ ਗੱਲ ਨਹੀਂ ਅਸੀਂ ਅੱਜ ਤੱਕ ਕੀਤੀ। ਅਸੀਂ ਆਪਣੀਆਂ ਭੈਣਾਂ ਦੀ ਵੀ ਸ਼ਾਦੀ ਕੀਤੀ ਹੈ, ਬੇਟੀ ਦੀ ਵੀ ਸ਼ਾਦੀ ਕੀਤੀ ਹੈ, ਪਰ ਜਿਹੜਾ ਬੇਟੇ ਨੇ ਕੰਮ ਕੀਤਾ ਨਾ ਥੋੜਾ ਜਿਹਾ, ਉਹ ਇਹ ਬਹੁਤ ਜ਼ਿਆਦਾ ਕੀਤਾ ਕਿ ਦੇਖੋ ਜੀ ਉਹਦੀ ਅਟੈਂਸ਼ਨ ਹੀ ਨਹੀਂ ਹੈਗੀ। ਜਿੱਥੇ ਦੇਖੋ ਵਾਈਫ ਹੋਵੇ ਬੰਦੇ ਦੀ, ਉੱਥੇ ਦਿਲ ਕਿਉਂ ਨਹੀਂ ਲੱਗਦਾ ਵਾਸੀ ਸਾਹਿਬ ਬੰਦੇ ਦਾ? ਬਰਿੰਦਰ ਜੀ ਤੁਸੀਂ ਇਹਦਾ ਜਵਾਬ ਦਿਓ। ਤੁਸੀਂ ਕਲਾਸ ਵਾਲ ਵੀ ਰਹੇ ਹੋ ਤੇ ਤੁਸੀਂ ਕੌੜਮ ਵੀ ਹੋ, ਤੁਸੀਂ ਸਮਾਜ ਦੇ ਵਿੱਚ ਤੁਹਾਡਾ ਨਾਮ ਵੀ ਹੈ। ਵੇਰਕਾ ਸਾਹਿਬ, ਤੁਸੀਂ ਇੱਕ ਐਸੇ ਖਾਨਦਾਨ ਵਿੱਚੋਂ ਔਰ ਜਿਹੜਾ ਇੱਕ ਬੇਦਾਗ ਹੈ, ਤੁਸੀਂ ਆਪਣੇ ਆਪ ਨੂੰ ਹੁਣ ਤੁਸੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਯੂ ਸ਼ੁਡ ਟੇਕ ਐਕਸ਼ਨ, ਹਾਰਡ ਐਕਸ਼ਨ ਲਓ ਆਪਣੇ ਬੱਚੇ ਪ੍ਰਤੀ। ਠੀਕ ਹੈ ਸਰ, ਮੈਂ ਉਹਨਾਂ ਗੱਲ ਕਰਾਂਗਾ ਜੀ। ਜੀ ਗੱਲ ਇੱਕ ਕਰਨੀ ਹੁੰਦੀ ਤੇ ਇੱਕ ਮੁਕਾਉਣੀ ਹੁੰਦੀ ਹੈ। ਗੱਲ ਆਪਾਂ ਖਤਮ ਕਰਨੀ ਹੈ ਇਹ ਜੀ ਸਰ, ਗੱਲ ਵਧਾਉਣਾ ਨਹੀਂ ਹੈ, ਘਟਾਉਣਾ ਹੈ। ਮਤਲਬ ਮੈਂ ਤਾਂ ਸਤੀਸ਼ ਭਾਜੀ ਨੂੰ ਇਹ ਗੱਲ ਕਹੀ ਸੀ ਕਿ ਆਪਾਂ ਬੱਚਿਆਂ ਨੂੰ ਦੋਨਾਂ ਨੂੰ ਜੋੜ ਕੇ ਰੱਖਣਾ, ਥੋੜਾ ਜਿਹਾ ਟਾਈਮ ਦਿਓ ਜੀ। ਉਹ ਕੈਨੇਡਾ ਆਇਆ ਵਾ ਤੇ ਉਹਨੂੰ ਥੋੜਾ ਜਿਹਾ ਟਾਈਮ ਦੀਏ, ਉਦੋਂ ਇੱਕ ਦਿਨ ਹੋਇਆ ਸੀ ਸਿਰਫ ਆਇਆ ਇਹਨੂੰ। ਠੀਕ ਹੈ ਚਲੋ, ਐਨੀਵੇ ਅੱਛਾ ਤੁਸੀਂ ਦੋ ਚੀਜ਼ਾਂ ਨੇ, ਤੁਸੀਂ ਐਗਰੀ ਕਰਦੇ ਹੋ ਕਿ ਇੱਕ ਤਾਂ ਤੁਸੀਂ ਤੁਹਾਡੀ ਵਾਈਫ ਅੱਜ ਹੁਣ ਤੋਂ, ਕਿਉਂਕਿ ਦਿਨ ਹੈ ਸਾਡੇ ਇੱਥੇ ਇੰਗਲੈਂਡ ਵਿੱਚ ਵੀ ਸ਼ਾਮ ਹੋ ਗਈ ਆ, ਤੁਹਾਡੀ ਵਾਈਫ ਕਾਲ ਕਰੇ ਆਪਣੀ ਧੀ ਨੂੰ, ਨੌ ਜਿਹੜੀ ਧੀ ਆ, ਠੀਕ ਹੈ, ਤੇ ਤੁਹਾਡੀ ਜਿਹੜੀ ਘਰ ਵਾਲੀ ਹੈ ਬਹੁਤ ਸਿਆਣੀ ਆ ਔਰ ਬੜੀ ਸਤਿਕਾਰਯੋਗ ਹੈ ਸਾਡੇ, ਔਰ ਇਹ ਤੁਸੀਂ ਮੈਨੂੰ ਵਾਅਦਾ ਕਰਦੇ। ਤੇ ਦੂਜਾ ਤੁਸੀਂ ਬਲਵਿੰਦਰ ਜੀ ਸਤੀਸ਼ ਮਹਿਤਾ ਜੀ ਨੂੰ ਆਪ ਕਾਲ ਕਰਨਾ WhatsApp ਤੇ, ਉਸ ਤੋਂ ਬਾਅਦ ਇਹ ਕਾਲ ਕਰ ਲੈਣਗੇ ਤਾਂ ਇਹਨੂੰ ਤੁਸੀਂ ਸੈਟਲਮੈਂਟ ਕਰਨਾ। ਮੈਂ ਨਹੀਂ ਚਾਹੁੰਦਾ ਕਿ ਕੋਰਟ ਕਚਹਿਰੀਆਂ ਵਿੱਚ ਜਾਈਏ, ਖੱਜਲ ਖਰਾਬ ਹੋਵੋ, ਇਹ ਹੋਵੇ, ਤੁਹਾਡੇ ਤੇ ਪਰਚਾ ਹੋਵੇ। ਤੁਹਾਨੂੰ ਪਤਾ ਕਾਨੂੰਨ ਦੇ ਮੁਤਾਬਕ ਚਾਹੇ ਹੇਰਾ ਫੇਰੀ ਦੇ ਵਿੱਚ ਤੁਹਾਡੇ ਤੇ ਚਾਰਜ ਲਾ ਸਕਦੇ ਆ। ਤੁਹਾਡੀ ਵਾਈਫ ਕਦੇ ਪੱਕੀ ਨਹੀਂ ਹੋ ਸਕਦੀ,
ਇਹ ਭਗੌੜੇ ਕਰਾਰ ਹੋ ਜਾਣਗੇ। ਕਿਉਂ ਆਪਾਂ ਇਦਾਂ ਦੀਆਂ ਗੱਲਾਂ ਵਿੱਚ ਕਰਨਾ, ਜਦ ਕਿ ਤੁਸੀਂ ਤਾਂ ਆਲਰੇਡੀ ਸਿਆਣੇ ਹੋ, ਤੁਸੀਂ ਤਾਂ ਐਸੇ ਪਰਿਵਾਰ ਦੇ ਮੈਂਬਰ ਮੈਂ ਫਾਈਂਡ ਆਊਟ ਕੀਤਾ, ਦੋਨੇ ਧਿਰਾਂ ਤੁਸੀਂ ਇੰਨੀਆਂ ਮਤਲਬ ਸਤਿਕਾਰ ਹੈ ਤੁਹਾਡਾ ਇਲਾਕੇ ਦੇ ਵਿੱਚ ਦੋਨਾਂ ਧਿਰਾਂ ਦਾ, ਤੇ ਆਪਾਂ ਨੂੰ ਮੈਸ ਕਿਉਂ ਪਾਉਣੀ ਆ? ਠੀਕ ਹੈ ਸਰ, ਬਿਲਕੁਲ ਜੀ। ਵਿਰਕਾ ਸਾਹਿਬ ਤੁਸੀਂ ਬਹੁਤ ਵੱਡੀ ਸ਼ਖਸੀਅਤ ਹੋ, ਤੁਸੀਂ ਸ਼ਾਇਦ ਨਾ ਜਾਣਦੇ ਹੋ ਆਪਣੇ ਆਪ ਨੂੰ, ਦੀਵੇ ਥੱਲੇ ਹਨੇਰਾ ਹੁੰਦਾ, ਤੁਹਾਡਾ ਬਹੁਤ ਸਤਿਕਾਰ ਹੈ। ਤੇ ਦੂਜੇ ਪਾਸੇ ਮਹਿਤਾ ਜੀ ਦੀ ਗੱਲ ਕਰੀਏ, ਇਹ ਤਾਂ ਕਾਫੀ ਸਮੇਂ ਤੋਂ ਰਹਿ ਰਹੇ ਨੇ, ਤੇ ਉਹਦੇ ਬਾਵਜੂਦ ਵੀ ਤੁਹਾਡਾ ਸਤਿਕਾਰ ਕਰ ਰਹੇ, ਤੁਹਾਡੇ ਸਿਰ ਦਾ ਤਾਜ ਆਪਣੀ ਧੀ ਦੇ ਕੇ ਤੁਹਾਨੂੰ ਸਿਰ ਦਾ ਤਾਜ ਕਹਿ ਰਹੇ ਨੇ। ਕਮਾਲ ਦੀ ਗੱਲ ਹੈ ਯਾਰ, ਐਨੇ ਤੁਸੀਂ ਪੜ੍ਹੇ ਲਿਖੇ ਹੋ, ਐਨੇ ਐਜੂਕੇਟਡ ਹੋ, ਜੀ ਜੀ, ਤਾਂ ਐਨੀ ਸਿਆਣਪ ਹੋਣ ਦੇ ਬਾਵਜੂਦ ਵੀ ਇਹ ਗੱਲਾਂ ਹੋ ਰਹੀਆਂ। ਇਜ਼ ਨਾਟ ਐਕਸੈਪਟੇਬਲ ਫਾਰ ਮੀਡੀਆ। ਠੀਕ ਹੈ ਸਰ, ਹਾਂ, ਠੀਕ ਹੈ। ਸੋ ਤੁਸੀਂ ਹੁਣ ਵਿਰਕਾ ਸਾਹਿਬ ਇਹ ਜ਼ਿੰਮੇਵਾਰ ਲੈਂਦੇ ਹੋ ਕਿ ਆਪ ਜੀ ਦੀ ਧਰਮ ਪਤਨੀ ਆਪਣੀ ਨੌ ਰਾਣੀ ਨੂੰ ਧੀ ਨੂੰ ਫੋਨ ਕਰੇਗੀ ਜੀ ਸਰ, ਤੇ ਤੁਹਾਡਾ ਬੇਟਾ ਵੀ ਕਾਲ ਕਰੇਗਾ, ਤੇ ਇਹ ਜਿਹੜੇ ਤੁਹਾਡੇ ਫੋਨ ਜਿਹੜੇ ਨੇ ਬਲੌਕ ਕੀਤੇ ਹੋਏ ਨੇ ਤੁਸੀਂ ਓਪਨ ਕਰੋਗੇ? ਠੀਕ ਹੈ ਸਰ। ਨਹੀਂ, ਬਲੌਕ ਨਹੀਂ ਕੀਤਾ ਉਹਨੇ, ਮੇਰੀ ਵਾਈਫ ਤੇ WhatsApp ਚੱਲਦਾ, ਬਲੌਕ ਨਹੀਂ ਕਰ ਸਕਦੀ ਉਹ। ਬਲੌਕ ਨਹੀਂ ਦਾ ਤੁਹਾਨੂੰ ਪਤਾ ਜੋ ਮੈਂ ਕਹਿ ਰਿਹਾ, ਤੁਸੀਂ ਉੱਤੇ ਯਕੀਨ ਜੇ ਨਹੀਂ ਕਰਦੇ ਤਾਂ ਇਹ ਮੈਂ ਪ੍ਰੋਸੀਡ ਕਰਾਂਗਾ ਕੇਸ ਨੂੰ ਫਿਰ। ਠੀਕ ਹੈ ਸਰ, ਮੈਂ ਉਹਨਾਂ ਨੂੰ ਹੁਣੇ ਥੋੜੀ ਦੇਰ ਤੱਕ ਕਹਿਣਾ, ਗੱਲ ਕਰਦਾ ਉਹਨਾਂ ਨਾਲ। ਹਾਂ, ਤੇ ਉਹ ਇਹਨਾਂ ਨੂੰ ਫੋਨ ਕਰਨਗੇ। ਹਾਂਜੀ, ਆਪਣੇ ਦੂਸਰੇ ਕੀ ਨਾਮ ਹੈ, ਸਾਜੀਆ, ਇਜ਼ ਓਕੇ, ਐਕਸੈਪਟੇਬਲ? ਹਾਂਜੀ ਠੀਕ ਹੈ ਸਰ, ਠੀਕ ਹੈ, ਲੋ ਕਰੋ ਗੱਲ ਬੇਟਾ। ਹਾਂਜੀ ਸਾਜੀਆ ਜੀ, ਮੈਂ ਸਿਰਫ ਇਹੋ ਹੀ ਚਾਹਨੀ ਹਾਂ ਕੋਈ ਜਣਾ ਗੱਲ ਤੇ ਕਰੇ, ਮੇਰੇ ਫੋਨ ਤੇ ਐਟਲੀਸਟ ਆਨਸਰ ਕਰੋ। ਤੁਸੀਂ ਮੈਨੂੰ ਇਸ ਤਰ੍ਹਾਂ ਦੇ ਨਾ ਕਰੋ ਕਿ ਮੈਂ ਇੱਕ ਦਿਨ ਫੋਨ ਤੁਹਾਨੂੰ 15-20 ਵਾਰੀ ਕਰਾਂ, ਕੋਈ ਜਣਾ ਆਨਸਰ ਨਾ ਕਰੇ। ਚਲੋ ਇੱਕ ਮੈਂ ਮੰਨਦਾ ਕਿਉਂਕਿ ਇਹਨਾਂ ਦੀ ਸਿਹਤ ਠੀਕ ਨਹੀਂ ਹੈ, ਤੁਸੀਂ ਸੇਵਾ ਕਰਕੇ ਆਏ ਹੋ। ਇੱਕ ਤੁਸੀਂ ਅਰਦਾਸ ਕਰੋ ਆਪਣੇ ਧੀ ਰਾਣੀ ਕਿ ਤੁਹਾਡੇ ਸਹੁਰਾ ਨਹੀਂ, ਤੁਹਾਡਾ ਅਸਲੀ ਪੇ ਇਹ ਆ, ਤੁਹਾਡਾ ਅਸਲੀ ਪੇ ਬਲਵਿੰਦਰ ਬੇਰਕਾ ਸਾਹਿਬ ਨੇ। ਹੁਣ ਸਾਜੀਆ ਜੀ, ਹਾਂਜੀ, ਜੋ ਗਵਰਨਮੈਂਟ ਮੰਨਦੀ ਆ, ਇਸੇ ਕਰਕੇ ਮੈਂ ਹਾਂ ਗੱਲ ਕਰਨਾ ਚਾਹਨੀ ਆ ਸਭ ਦੇ ਨਾਲ। ਹਾਂਜੀ, ਤੁਸੀਂ ਗੱਲ ਪਤਾ ਕੀ ਲੈ, ਤੁਸੀਂ ਅੱਜ ਤੋਂ ਬਾਅਦ ਆਪਣਾ ਪੇ ਜਿਹੜਾ ਹੈ ਬਲਵਿੰਦਰ ਸਿੰਘ ਵੇਰਕਾ ਜੀ ਨੂੰ ਕਹਿਣਾ ਕਿ ਡੈਡੀ ਜੀ ਆਹ ਹੋ ਰਿਹਾ, ਡੈਡੀ ਜੀ ਆਹ ਹੋ ਰਿਹਾ। ਮੈਨੂੰ ਪੂਰਾ ਯਕੀਨ ਹੈ, 100% ਯਕੀਨ ਹੈ ਕਿ ਇਹਨਾਂ ਦਾ ਸਪੁੱਤਰ ਜਿਹੜਾ ਆ, ਤੁਹਾਡਾ ਪਤੀ ਪਰਮੇਸ਼ਰ ਜਿਹੜਾ ਆ, ਉਹ ਹਰ ਹਾਲਤ ਵਿੱਚ ਜੇ ਗੁੱਸਾ ਵੀ ਹੈ, ਗਿਲਾ ਵੀ ਹੈ, ਮਨ ਵਿੱਚ ਕਿਸੇ ਕਿਸਮ ਦੀ ਕੜਤਨ ਵੀ ਆ, ਉਹ ਖਤਮ ਕਰਨਗੇ ਆਪਣੇ ਆਪ ਤੁਹਾਡੇ ਸਹੁਰਾ ਸਾਹਿਬ, ਮੈਨੂੰ ਪੂਰਾ ਯਕੀਨ ਹੈ। ਜੀ ਸਰ, ਹਾਂਜੀ, ਇਸ ਤਰ੍ਹਾਂ ਹੋਏ ਤੇ ਫਿਰ ਤੇ ਬਹੁਤ ਵਧੀਆ, ਮੇਰਾ ਘਰ ਵਾਸਤੇ। ਹਾਂ ਬਿਲਕੁਲ, ਬੇਰਕਾ ਸਾਹਿਬ ਨਹੀਂ ਚਾਹੁੰਦੇ ਘਰ ਟੁੱਟੇ ਬੇਟੇ, ਬਿਲਕੁਲ 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 ਬੇਟੇ, ਮੈਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਮੈਂ ਤੇ ਇਹੋ ਹੀ ਕਵਾਂਗੀ ਤੁਸੀਂ ਇਕੱਠੇ ਕਿ ਮੈਂ ਆਪਣੀ ਲਾਈਫ ਨੂੰ ਸੈਟਲ ਕਰਨਾ ਚਾਹਨੀ ਆ। ਜੇ ਮੈਂ ਬਾਰ-ਬਾਰ ਕੈਨੇਡਾ ਜਾ ਕੇ ਮਿਲਾਂ, ਉਹ UK ਆ ਕੇ, ਇਸ ਤਰ੍ਹਾਂ ਤੇ ਨਹੀਂ ਲਾਈਫ ਨਿਕਲਦੀ ਮੈਰਿਡ ਕਪਲ ਦੀ। ਜੇ ਕਪਲ ਨੂੰ ਵੀ ਰਾਈਟ ਹੁੰਦਾ ਕਿ ਇਕੱਠੇ ਰਹਿਣ, ਜੇ ਇੱਥੇ ਸਭ ਕੁਝ ਮਿਲ ਰਿਹਾ ਵਾ ਤੇ ਫਿਰ ਕਿਉਂ ਜਾਣਾ ਕੈਨੇਡਾ? ਮੈਂ ਪਾਗਲ ਹੀ ਹੋਵਾਂਗੀ, ਸਭ ਕੁਝ ਛੱਡ ਕੇ ਉੱਥੇ ਫਿਰ ਸ਼ੁਰੂ ਕਰਾਂਗੀ, ਜਦ ਕਿ ਮੇਰੇ ਕੋਲ ਸਾਰਾ ਕੁਝ ਇੱਥੇ ਬਣਿਆ ਵਾ। ਮੇਰੀ ਜੌਬ ਹੈ ਇੱਥੇ, ਮੇਰੀ ਇੱਥੇ ਘਰ, ਮੈਂ ਤੇ ਨਹੀਂ ਕਦੀ ਮਨਾ ਕਰਾਂਗੀ ਕਿਉਂ ਮੈਂ ਪਾਸਪੋਰਟ ਰੱਖਾਂਗੀ। ਜੇ ਮੈਂ ਹੁਣ ਇਸ ਤਰ੍ਹਾਂ ਜਦੋਂ ਆਏ ਨੇ ਉਰੋਂ ਨਹੀਂ ਕੀਤਾ ਤੇ ਮੈਂ ਹੁਣ ਕਰਾਂਗੀ ਉਹਨਾਂ ਦੇ ਨਾਲ ਇਸ ਤਰ੍ਹਾਂ। ਪਹਿਲੀ ਗੱਲ ਤਾਂ ਆਪਣੇ ਮੈਂ ਤੁਹਾਨੂੰ ਦੱਸ ਦਵਾਂ ਕੀ ਨਾਮ ਹੈ ਤੁਹਾਡਾ, ਆਪਣੇ ਬਲਵਿੰਦਰ ਜੀ, ਤੁਹਾਡੇ ਜਿਹੜਾ ਪਾਸਪੋਰਟ ਹੈ ਇਹ ਪ੍ਰਾਪਰਟੀ ਇੰਡੀਆ ਗਵਰਨਮੈਂਟ ਦੀ ਹੈ। ਇਹ ਬੇਰਕਾ ਜੀ ਤੁਹਾਡੀ ਨਹੀਂ, ਨਾ ਤੁਹਾਡੇ ਮੁੰਡੇ ਦਾ ਪਾਸਪੋਰਟ ਹੈ, ਇਹ ਇੰਡੀਆ ਗਵਰਨਮੈਂਟ ਦਾ, ਇਹਨੂੰ ਕੋਈ ਹੋਲਡ ਨਹੀਂ ਕਰ ਸਕਦਾ। ਠੀਕ ਹੈ, ਮੈਂ ਤੁਹਾਡਾ ਵਾਅਦਾ ਕਰਦਾ ਕੋਈ ਐਸੀ ਗੱਲ ਨਹੀਂ ਗੀ। ਸੋ ਇਹ ਸਭ ਕੁਝ ਠੀਕ ਨਾਰਮਲ ਆ, ਇਹਨੂੰ ਨਾਰਮਲ ਤੁਸੀਂ ਜਦ ਡਿਸਪਿਊਟ ਨਾ ਕਰੋ। ਔਰ ਮੇਰੇ ਪਾਸ ਕੁਝ ਕਾਲਰਸ ਨੇ ਔਰ ਤੁਹਾਨੂੰ ਸਲਾਹ ਵੀ ਦੇਣਗੇ, ਸੋ ਬੜੇ ਸਿਆਣੇ ਤੁਸੀਂ। ਸੋ ਹੁਣ ਤੁਸੀਂ ਕਈ ਵਾਰੀ ਆਪਣੇ ਰਚ ਵਿੱਚ ਨਹੀਂ ਹੋਣਾ, ਹਾਈਪਰ ਨਹੀਂ ਹੋਣਾ। ਆਪਣੇ ਦੂਸਰੀ ਸਾਜੀਆ, ਕਈ ਵਾਰੀ ਤੁਹਾਡੇ ਫਾਦਰ ਦੀ ਸਿਹਤ ਠੀਕ ਨਾ ਹੋਣ ਕਰਕੇ, ਜਿਹਨੂੰ ਕਈ ਵਾਰੀ ਬੰਦਾ ਪੇਨ ਕਿਲਰ ਲਏ ਹੁੰਦੇ ਆ, ਸੁੱਤਾ ਹੁੰਦਾ, ਕਈ ਵਾਰੀ ਦਿਨ ਨੂੰ ਬੰਦਾ ਸੌ ਜਾਂਦਾ, ਅੱਖ ਲੱਗ ਜਾਂਦੀ ਆ, ਘਬਰਾਉਣਾ ਨਹੀਂ। ਔਰ ਮੈਨੂੰ ਉਹਨਾਂ ਨੇ ਵਾਅਦਾ ਕਰਤਾ ਕਿ ਤੁਹਾਨੂੰ ਧੀ ਸਮਝਦੇ ਆ ਉਹ। ਸੋ ਜੋ ਲੱਕੀ ਕਿੰਨੇ ਤੇਰੇ ਸੱਸ ਸਹੁਰਾ, ਤੁਹਾਡੇ ਸਹੁਰਾ ਸਾਹਿਬ ਕਿੰਨੇ ਲਿਆਕਤ ਵਿੱਚ ਗੱਲ ਕਰਦੇ ਨੇ। ਹਾਂਜੀ, ਠੀਕ ਹੈ। ਔਰ ਮੇਰੀ ਬੇਟੀ ਆ, ਜਦੋਂ ਮੈਂ ਲੈ ਕੇ ਆਈ ਨੇ ਘਰ, ਹਜੇ ਵੀ ਉਹ ਰਿਸਪੈਕਟ ਕਰਨ ਵਾਲੀ ਧੀ ਗਿਆ। ਹਾਂਜੀ ਠੀਕ ਹੈ। ਤੁਸੀਂ ਆਪਣੇ ਬਲਵਿੰਦਰ ਜੀ ਆਪਣੇ ਬੇਟੇ ਨੂੰ ਕਹਿਣਾ ਕਿ ਉਹ ਵੀ ਕਾਲ ਕਰੇ, ਤੁਹਾਡੀ ਜਿਹੜੀ ਮੈਸੇਜ ਹੈ ਉਹ ਵੀ ਕਾਲ ਕਰਨ। ਠੀਕ ਹੈ ਜੀ, ਠੀਕ ਹੈ ਸਰ। ਹਾਂਜੀ, ਹੋਲਡ ਕਰੋ, ਮੈਂ ਇੱਕ ਪਬਲਿਕ ਓਪੀਨੀਅਨ ਜਿਹੜੀ ਹੈ ਮੈਂ ਟੱਚ ਕਰਾਂਗਾ ਇੱਕ ਸੈਕਿੰਡ ਲਈ। ਨੰਬਰ 2 ਕਾਲ ਮਨੀਸ਼, ਕੀ ਕਹਿਣਾ ਚਾਹੁੰਦੇ ਹੋ? ਸਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਦੋਨੋਂ ਪਰਿਵਾਰਾਂ ਨੂੰ ਇਹ ਕਹਾਂਗਾ, ਤੁਸੀਂ ਜਿਹੜੇ ਪਲੇਟਫਾਰਮ ਤੇ ਆਏ ਹੋ, ਇਹ ਪਲੇਟਫਾਰਮ ਨਹੀਂ, ਇੱਕ ਐਸਾ ਪਵਿੱਤਰ ਸਥਾਨ ਹੈ, ਲਾਈਕ ਇੱਕ ਐਸਾ ਮੰਦਿਰ ਹੈ, ਐਸਾ ਪਰਮ ਸਥਾਨ ਹੈ ਕਿ ਤੁਹਾਨੂੰ ਸੱਚੇ ਮਨ ਨਾਲ ਤੁਸੀਂ ਆਏ ਹੋ, ਤੁਹਾਡੇ ਸਾਰੇ ਕੰਮ ਸਿੱਧੇ ਹੋਣੇ ਇੱਥੇ ਮਾਸੀ ਸਾਹਿਬ ਦੇ ਸ਼ੋਅ 'ਚ। ਠੀਕ, ਦੇਖੋ ਜੀ, ਅਸੀਂ ਜਿਹੜੇ ਪਵਿੱਤਰ ਸਥਾਨ ਨੇ ਉਹਨਾਂ ਅੱਗੇ ਸਰਚ ਕਾਉਂਦੇ ਆ। ਪਵਿੱਤਰ ਜਗ੍ਹਾ ਜਿਹੜੀ ਆ ਹਮੇਸ਼ਾ ਹੀ ਪਵਿੱਤਰ ਰਹੇਗੀ ਸਾਡੇ ਵਾਸਤੇ। ਅਸੀਂ ਤਾਂ ਇੱਕ ਜਿਹੜਾ ਧਾਰਮਿਕ ਸਥਾਨ ਕੋਈ ਵੀ ਹੈ, ਧਰਮ ਦੀ ਜਿਹੜੀ ਜਗ੍ਹਾ ਆ, ਇਸ ਤਰ੍ਹਾਂ ਝਾੜੂ ਫੇਰਨ ਵਾਲੇ ਆ ਔਰ ਇਸ ਤਰ੍ਹਾਂ ਇੱਕ ਸੇਵਾਦਾਰ ਆ। ਹਾਂਜੀ, ਸਾਨੂੰ ਸੇਵਾਦਾਰ ਬਣਾਏ ਰੱਖੇ,
ਵਾਹਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਜਗ੍ਹਾ ਨੂੰ ਪਵਿੱਤਰ ਹੀ ਰੱਖੇ ਅਤੇ ਅਸੀਂ ਯੋਗਦਾਨ ਆਪਣਾ ਪਾਉਂਦੇ ਰਹੀਏ। ਮਿਹਰਬਾਨੀ ਜੀ। ਨੰਬਰ 3 ਕਾਲਰ ਪ੍ਰੋਸੀਡ ਕਰੋ। ਹਾਂਜੀ, ਮੈਂ ਬਲਵਿੰਦਰ ਸਿੰਘ ਜੀ ਨੂੰ ਕਹਿਣਾ ਚਾਹਣਾ ਜੀ, ਆਪਣੇ ਤੁਸੀਂ ਲੜਕੇ ਨੂੰ ਸਮਝਾਓ ਹਨਾ, ਕਿਉਂਕਿ ਜੇ ਉਹਨੇ ਕੈਨੇਡਾ ਦੀ PR ਹੀ ਬਚਾ ਕੇ ਰੱਖਣੀ ਸੀ, ਸੋ ਫਿਰ ਉਹਨੇ ਵਿਆਹ ਹੀ ਕੈਨੇਡਾ 'ਚ ਕਰਾਉਂਦਾ ਨਾ ਕਿਸੇ ਹੋਰ ਕੁੜੀ ਨਾਲ, ਫਿਰ ਇੰਗਲੈਂਡ ਕਿਉਂ ਕਰਾਇਆ? ਜਾਂ ਪਹਿਲਾਂ ਗੱਲ ਕਰਦੇ ਹੈ ਨਾ, ਸੋ ਆਹ ਤਾਂ ਹੁਣ ਗਲਤ ਗੱਲ ਆ। ਇਹਨਾਂ ਨੇ ਸੋਚਿਆ ਹੁਣ ਇੱਕ ਵਾਰੀ ਕਰ ਲਓ ਮੈਰਿਜ, ਮੁੜ ਕੇ ਏਦਾਂ ਕਹਿ ਦਿਆਂਗੇ ਕੁੜੀ ਪਿੱਛੇ ਆ ਜਾਊਗੀ। ਜਿਹੜੀ ਕੁੜੀ ਹੁਣ ਉੱਥੇ ਕਿੰਨੇ ਸਾਲਾਂ ਤੋਂ ਰਹਿ ਰਹੀ ਆ, ਉਹ ਕਿਵੇਂ ਛੱਡ ਕੇ ਆ ਜਾਊਗੀ ਜਿਹੜਾ 3 ਸਾਲ ਕੈਨੇਡਾ ਰਹਿ ਕੇ ਉੱਥੇ ਨਹੀਂ ਜਾ ਰਿਹਾ ਕੈਨੇਡਾ ਛੱਡ ਕੇ? ਅੱਛਾ, ਮੈਂ ਦੱਸ ਰਿਹਾ ਤੁਹਾਨੂੰ ਕਿ ਆਪਣੇ ਤੁਹਾਡਾ ਨਾਮ ਕੀ ਹੈ ਬਲਵਿੰਦਰ ਜੀ? ਤੁਹਾਡਾ ਬੱਚਾ ਜਿਹੜਾ ਨਾ ਇੱਥੇ ਇੱਕ ਐਕਸਟੈਂਸ਼ਨ ਮਿਲ ਜਾਂਦੀ ਹੈ, ਉਹ ਐਕਸਟੈਂਸ਼ਨ ਜਿਹੜੀ ਆ ਕਿਉਂਕਿ ਆਲਰੇਡੀ ਐਂਟਰ ਹੋ ਚੁੱਕੇ ਨੇ, ਦੁਬਾਰਾ ਫਿਰ ਜਾ ਸਕਦੇ ਨੇ, ਕੋਈ ਇਸ਼ੂ ਨਹੀਂ ਹੈ ਉਹਨਾਂ ਨੂੰ ਇਮੀਗ੍ਰੇਸ਼ਨ ਦਾ। ਔਰ ਕਈ ਸਾਲ ਜਿਹੜਾ ਹੈ ਜਦ ਬੱਚੇ ਨੇ ਇਕੱਠੇ ਹੋ ਗਏ, ਇਹਨਾਂ ਨੇ ਬੱਚਿਆਂ ਦਾ ਬੱਚਾ ਹੋ ਗਿਆ ਤੇ ਸਾਰੀ ਪ੍ਰੋਬਲਮ ਸੋਲਵ ਹੋ ਜਾਣੀਆਂ। ਇਹਨਾਂ ਨੇ ਹੋ ਸਕਦਾ ਤੁਸੀਂ ਵੀ ਕਹਿ ਰਹੇ ਹੋ ਅਸੀਂ ਵੀ ਇੰਗਲੈਂਡ ਆ ਜਾਣਾ, ਕਿਉਂਕਿ ਦੇਖੋ ਬੱਚਿਆਂ ਨੂੰ ਤੁਹਾਡੇ ਮੁੰਡੇ ਨੂੰ ਘਰ ਮਿਲ ਗਿਆ ਇੰਗਲੈਂਡ ਦੇ ਵਿੱਚ, ਪੜ੍ਹੀ ਲਿਖੀ ਤੁਹਾਡੀ ਧੀ ਮਿਲ ਗਈ ਤੁਹਾਨੂੰ। ਔਰ ਵੱਡੀ ਗੱਲ ਹੈ ਕਿ ਤੁਹਾਡੇ ਨਾਲ ਪੜ੍ਹੇ ਲਿਖੇ ਜਿਹੜੇ ਜਿਨ੍ਹਾਂ ਨੇ ਪੜ੍ਹੇ ਆ ਕਲਾਸ ਦੇ ਵਿੱਚ ਉਹ ਤੁਹਾਡੇ ਰਿਸ਼ਤੇਦਾਰ ਬਣ ਗਏ। ਕਿੰਨਾ ਚੰਗਾ ਤੁਹਾਡਾ ਪਰਿਵਾਰ ਆ। ਸੋ ਤੁਸੀਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਜਿਸ ਵੀ ਧਰਮ ਵਿੱਚ ਹੋ ਤੁਸੀਂ ਤਾਂ ਜ਼ਿੰਦਗੀ ਵਿੱਚ ਖੁਸ਼ੀਆਂ ਮਾਣੋ, ਰੱਬ ਤੁਹਾਨੂੰ ਖੁਸ਼ੀਆਂ ਦੇਵੇ ਕਿ ਚੰਗੇ ਪਰਿਵਾਰ ਨੂੰ ਮਿਲ ਗਿਆ। ਠੀਕ ਹੈ, ਛੋਟੀ ਗੱਲ ਨੂੰ ਵਧਾਓ ਨਾ। ਠੀਕ ਹੈ, ਤੁਸੀਂ ਬੜੇ ਸਿਆਣੇ ਹੋ। ਬਿਰਕਾ ਸਾਹਿਬ, ਆਮ ਟੈਲਿੰਗ ਯੂ ਮਸਟ ਟੇਕ ਐਕਸ਼ਨ ਰਾਈਟ ਵੇ ਕਿ ਤੁਹਾਡੀ ਵਾਈਫ ਔਰ ਤੁਹਾਡਾ ਬੇਟਾ ਬਲੌਕ ਫੋਨ ਨੂੰ ਅਨਬਲੌਕ ਕਰਨਗੇ ਅਤੇ ਗੱਲਬਾਤ ਕਰਨਗੇ। ਤੁਸੀਂ ਵੀ ਬੱਚੇ ਨੂੰ ਜੇ ਨਾ ਫੋਨ ਆਪ ਤੁਸੀਂ ਆਪ ਕਾਲ ਕਰੋਗੇ। ਤੁਸੀਂ ਮੈਨੂੰ ਵਾਅਦਾ ਕਰਦੇ ਹੋ? ਆਪ ਜੀ ਵਾਅਦਾ ਕਰ ਰਹੇ ਹੋ ਸਰ? ਹਾਂਜੀ ਹਾਂਜੀ ਸਰ, ਹਾਂਜੀ। ਥੈਂਕ ਯੂ ਸੋ ਮਚ। ਅੱਛਾ, ਹਰਮੀਤ ਲਾਈਨ ਤੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਮੇਰਕਾ ਸਾਹਿਬ ਜੀ ਨੇ ਇੰਨੇ ਪੁੱਛਣਾ, ਜਿਹਦੇ ਪਹਿਲਾਂ ਕਹਿੰਦੇ ਸੀ ਨਾ ਬਈ ਆਪਣਾ ਕੁੜੀ ਦਾ ਨੰਬਰ ਤਾਂ ਬਲੌਕ ਕੀਤਾ ਸੀ ਵੀ ਇਹ ਰਿਕਾਰਡਿੰਗ ਕਰਦੇ ਆ। ਮੈਨੂੰ ਇੰਨਾ ਹੀ ਦੱਸ ਦੇਣਾ ਵੀ ਜਦੋਂ ਤੁਸੀਂ ਟੂਮਾ ਛੱਲੇ ਸਾਰਾ ਕੁਝ ਪਾਇਆ ਸੀ ਵਿਆਹ ਵੇਲੇ, ਉਦੋਂ ਨਹੀਂ ਤੁਹਾਨੂੰ ਪਤਾ ਸੀਗਾ ਸਾਰੀਆਂ ਗੱਲਾਂ? ਤਾਂ ਹੁਣ ਤਾਂ ਤੁਹਾਨੂੰ ਕਿਸੇ ਦੀ ਧੀ ਬਾਰੇ ਇਦਾਂ ਕਰਕੇ ਹੁਣ ਤੁਹਾਨੂੰ ਚੇਤਾ ਆ ਰਿਹਾ ਵੀ ਰਿਕਾਰਡਿੰਗ ਕਰਦੇ। ਇੱਕ ਵਾਰ ਤੁਸੀਂ ਨੌ ਕਹਿ ਰਹੇ ਆ, ਨੌ ਤੁਹਾਡੀ ਧੀਆਂ ਵਰਗੀ ਆ, ਦੂਜੇ ਪਾਸੇ ਤੁਹਾਨੂੰ ਰਿਕਾਰਡਿੰਗ ਦਾ ਡਰ ਵੀ ਹੈਗਾ। ਜਦੋਂ ਟੂਮਾ ਏਦਾਂ ਕੁਝ ਪਾਇਆ ਸੀਗਾ ਉਦੋਂ ਵੀ ਸੋਚ ਲੈਂਦੇ ਵੀ ਸ਼ਾਇਦ ਸਾਡੀ ਰਿਕਾਰਡਿੰਗ ਹੋਊਗੀ। ਇਹ ਕਿੱਦਾਂ ਦੀ ਸੋਚਣੀ ਹੈਗੀ ਆ ਬਈ? ਤੁਹਾਡੇ ਵਾਰੀ ਤੁਹਾਨੂੰ ਲੱਗ ਰਿਹਾ ਵੀ ਸ਼ੇਕ ਵੀ ਹਾਂ ਕੁੜੀ ਰਿਕਾਰਡਿੰਗ ਕਰੂਗੀ, ਉਹ ਕਿਉਂ ਨਾ ਕਰ ਸਕਦੀ ਹੈ? ਜੋ ਵਿਚਾਰੀ ਉੱਥੇ ਬੈਠੀ ਆ, ਉਹਨੇ ਵਿਆਹ ਕਾਹਦੇ ਵਾਸਤੇ ਕੀਤਾ ਸੀ? ਸਾਰੀਆਂ ਤੁਹਾਡੀਆਂ ਹੀ ਸੁਣੀ ਜਾਵੇਂ, ਜਾਨੀ ਲੇਡੀਜ਼ ਨੂੰ ਫਿਰ ਇਹ ਹੁੰਦਾ ਵੀ ਜਿਹੜਾ ਬੰਦੇ ਨੇ ਕਹਤਾ ਉਹੀ ਗੱਲਾਂ ਸੁਣੀ ਚਲੋ ਵੀ ਹਾਂ ਜੇ ਮੁੰਡੇ ਨੇ ਕਹਤਾ ਵੀ ਇੰਨਾ ਟਾਈਮ ਨਹੀਂ ਤੂੰ ਮੇਰੇ ਕੋਲ ਆ ਜਾਓ, ਵਿਚਾਰੀ ਉੱਥੇ ਸੈਟਲ ਡਾਊਨ ਸਾਰਾ ਕੁਝ ਹੈਗੀ ਆ, ਮਗਰ ਲੱਗ ਕੇ ਆ ਜੇ ਕੱਲ ਨੂੰ ਕੁਝ ਹੋਰ ਫਿਰ ਉਹ ਕਹੀ ਜਾਊਗਾ। ਫਿਰ ਬੇਰਕਾ ਸਾਹਿਬ ਨੇ ਫੋਨ ਬਲੌਕ ਕਰ ਦੇਣਾ, ਕਹਿੰਦਾ ਨਹੀਂ ਜੀ ਮੇਰੀ ਫਿਰ ਰਿਕਾਰਡਿੰਗ ਹੁੰਦੀ ਆ। ਜੇ ਤੁਹਾਡੇ ਦਿਲ ਵਿੱਚ ਚੋਰ ਹੈ ਨਹੀਂ, ਤੁਸੀਂ ਇਸ ਚੀਜ਼ ਤੋਂ ਕਾਹਤੋਂ ਡਰਦੇ ਆ ਵੀ ਰਿਕਾਰਡਿੰਗ ਹੋ ਜੂ? ਕੋਈ ਗੱਲ ਨਹੀਂ, ਰਿਕਾਰਡਿੰਗ ਤੋਂ ਤੁਸੀਂ ਕਿਹੜੀ ਗੱਲੋਂ ਡਰ ਰਹੇ ਆ? ਕਿਉਂਕਿ ਤੁਹਾਡੇ ਦਿਲ 'ਚ ਪਾਪ ਆ, ਦੈਟਸ ਵਾਈ। ਇਹ ਚੀਜ਼ ਨਹੀਂ ਏਦਾਂ ਕਰਨੀ। ਤੁਸੀਂ ਸਿਆਣੇ ਬਿਆਣੇ ਆ, ਜਿਵੇਂ ਬਾਸੀ ਸਾਹਿਬ ਕਹਿ ਰਹੇ ਆ, ਏਦਾਂ ਨਹੀਂ ਹੁੰਦਾ ਵੀ ਤੁਸੀਂ ਕਿਸੇ ਦੀ ਧੀ ਭੈਣ ਨਾਲ ਵਿਆਹ ਕਰਾ ਲਿਆ ਤੇ ਉਦੋਂ ਬਾਅਦ ਚ ਖੇਡਾਂ ਖੇਡਣ ਲੱਗੇ। ਨੋ ਆਪਦੇ ਕੁੜੀ ਹੋਵੇ ਨਾ ਫਿਰ ਪਤਾ ਲੱਗਦਾ ਹੁੰਦਾ ਵੀ ਕੁੜੀ ਦਾ ਦਰਦ ਕੀ ਹੁੰਦਾ। ਸੋ ਤੁਸੀਂ ਸਿਆਣੇ ਹੋ, ਸਮਝਦੇ ਹੋਗੇ ਗੱਲ ਨੂੰ। ਦੇਖੋ ਜੀ, ਮੈਂ ਇੱਕ ਗੱਲ ਦੱਸੀ ਸੀ ਪਿਛਲੇ ਦਿਨ ਵੀ, ਸਿਆਣੇ ਕਹਿੰਦੇ ਕਿ ਕਿਸੇ ਦੇ ਘਰ ਜਾਓ ਤਾਂ ਆਪਣੀਆਂ ਅੱਖਾਂ ਨੂੰ ਇੰਨਾ ਨੀਵਾਂ ਰੱਖੋ ਕਿ ਉਹਨਾਂ ਦੇ ਸਤਿਕਾਰ ਤੋਂ ਇਲਾਵਾ ਉਹਨਾਂ ਦੀ ਕਮੀਆਂ ਨਾ ਨਜ਼ਰ ਆਉਣ, ਤੇ ਜਦੋਂ ਉਸ ਘਰੋਂ ਤੁਸੀਂ ਬਾਹਰ ਨਿਕਲੋ ਤਾਂ ਆਪਣੀ ਜ਼ੁਬਾਨ ਤੇ ਇੰਨਾ ਕਾਬੂ ਰੱਖੋ ਕਿ ਉਸ ਘਰ ਦੀ ਇੱਜ਼ਤ ਤੇ ਰਾਜ਼ ਦੋਨੋਂ ਸਲਾਮਤ ਰਹਿਣ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਇਹੋ ਜਿਹੀ ਭਾਵਨਾ ਦੇ ਨਾਲ ਦੂਜੇ ਦੇ ਰਿਸ਼ਤੇ ਦੇ ਵਿੱਚ ਪ੍ਰਵੇਸ਼ ਹੋਣਾ ਚਾਹੀਦਾ ਆ, ਤਾਂ ਉਹ ਰਿਸ਼ਤੇ ਨੂੰ ਜੀ ਹਾਂ ਬਾਹਰ ਅਛਾਲਣਾ ਨਹੀਂ ਚਾਹੀਦਾ, ਕਿਉਂਕਿ ਇੱਕ ਐਸਾ ਰਿਸ਼ਤਾ ਹੈ ਤੁਸੀਂ ਹੁਣ ਡਰਦੇ ਹੋ ਜੀ ਸਾਡੀ ਰਿਕਾਰਡ ਨਾ ਹੋ ਜਾਵੇ, ਆ ਨਾ ਹੋ ਜਾਵੇ। ਜੇ ਮੈਂ ਗੱਲ ਕਰਾਂ ਜੋ ਆਪਣੇ ਬਲਵਿੰਦਰ ਵਿਰਕਾ ਸਾਹਿਬ, ਕਾਨੂੰਨ ਜਿਹੜਾ ਆ ਉਹ ਇਸ ਕੁੜੀ ਦੇ ਹੱਕ ਦੇ ਵਿੱਚ ਹੈ, ਕਿਉਂਕਿ ਤੁਹਾਡੀ ਸ਼ਾਦੀ ਹੋਈ ਆ ਇੰਡੀਆ ਦੇ ਵਿੱਚ ਔਰ ਮੈਰਿਜ ਰਜਿਸਟਰ ਹੈ। ਬਸ ਸਾਜਿਆ ਨੇ ਇਹਨਾਂ ਦੇ ਭਰਾ ਦਾ ਆਪਦੇ ਮਤਲਬ ਕਿ ਪਤੀ ਦੇ ਭਰਾ ਦਾ ਨੰਬਰ ਦਿੱਤਾ ਸੀਗਾ, ਉਹ ਲੱਗਦਾ ਨਹੀਂ। ਜੇ ਹੋ ਸਕਦਾ ਤਾਂ ਇਹਨਾਂ ਤੋਂ ਆਪਾਂ ਉਹ ਮੁੰਡੇ ਦੇ ਫਾਦਰ ਸਾਹਿਬ ਤੋਂ ਮੁੰਡੇ ਦਾ ਨੰਬਰ ਲੈ ਲਈਏ, ਉਹਦੇ ਨਾਲ ਕਿਉਂਕਿ ਕੁੜੀ ਨੇ ਆਫਟਰ ਰਹਿਣਾ ਤਾਂ ਮੁੰਡੇ ਨਾਲ ਆ, ਸਹੁਰੇ ਨਾਲ ਤਾਂ ਰਹਿਣਾ ਨਹੀਂ ਜੀ। ਸੋ ਉਹ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਲੈ ਕੇ ਆਵਾਂਗੇ। ਮੇਰੇ ਖਿਆਲ ਕਿ ਹੁਣ ਮੁਸ਼ਕਿਲ ਹੋ ਜਾਊਗਾ, ਕਿਉਂਕਿ ਰਾਈਟ ਵੇ ਉਹ ਕੱਲ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ। ਮੇਰੇ ਖਿਆਲ ਗੱਲਬਾਤ ਕਰਨ ਤੋਂ ਪਹਿਲਾਂ ਹੀ ਬਿਰਕਾ ਸਾਹਿਬ ਮੰਨ ਗਏ ਨੇ ਕਿ ਇਹਨਾਂ ਲੜਕਾ ਇਹਨਾਂ ਦੀ ਧੀ ਨੂੰ ਕਾਲ ਕਰੂਗਾ। ਆਮ ਪ੍ਰੈਟੀ ਸ਼ੋਰ ਹਾਂਜੀ ਜ਼ਰੂਰ ਕਰੂਗਾ ਕਿ ਬਿਰਕਾ ਸਾਹਿਬ ਸਿਆਣੇ ਨੇ। ਮੈਂ ਫਾਈਂਡ ਆਊਟ ਕੀਤਾ ਆਲਰੇਡੀ, ਔਰ ਕੋਈ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ, ਔਰ ਵੈਰੀ ਗ੍ਰੇਟ ਫੈਮਿਲੀ ਆ ਇਹ। ਹਾਂਜੀ, ਨੰਬਰ 2 ਕਾਲ ਪਲੀਜ਼। ਹੈਲੋ, ਹਾਂਜੀ ਮੇਰੀ ਲਾਈਨ ਹੈ? ਯੈਸ, ਯੂ ਆਰ ਔਨ ਦੀ ਲਾਈਨ, ਪਲੀਜ਼ ਪ੍ਰੋਸੀਡ ਕਰੋ। ਹਾਂਜੀ, ਮੈਂ ਗੱਲ ਕਰਨ ਲੱਗਿਆ ਜੀ ਇਸ ਕੇਸ ਤੋਂ ਰਿਲੇਟਡ ਵੀ ਜਦੋਂ ਆਪਾਂ ਕੋਈ ਟੀਵੀ, ਕੋਈ ਏਦਾਂ ਦੀ ਚੀਜ਼, ਕੋਈ ਸੌਫਟਵੇਅਰ, ਲੈਪਟਾਪ ਖਰੀਦਦੇ ਆ ਨਾ ਜੀ, ਉਹਦੇ ਤੇ ਅੱਜ ਕੱਲ ਕੀ ਹੁੰਦਾ ਨਾ 14 ਡੇਜ਼ ਜਾਂ 28 ਡੇਜ਼ ਦੀ ਨਾ ਚੇਂਜ ਆਫ ਮਾਈਂਡ ਵਾਰੰਟੀ ਕਹਿੰਦੇ ਆ ਉਹਨੂੰ, ਕਿ ਜੇ ਬੰਦੇ ਦਾ ਯੂਜ਼ ਕਰਕੇ ਮਨ ਭਰ ਗਿਆ ਜਾਂ ਚੰਗਾ ਨਹੀਂ ਨਾ ਲੱਗਿਆ ਉਹਨੂੰ, ਤੇ ਉਹ ਮੋੜ ਆਉਂਦਾ ਜਾ ਕੇ।
ਤੇ ਬੇਟੀ ਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਇਸ ਕੇਸ 'ਚ। ਇਹ ਇਨਹਿਊਮੇਨ ਵੀ ਹੈ, ਇਹ ਚੀਜ਼ ਅਨਐਥੀਕਲ ਵੀ ਆ। ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਮੁੰਡੇ ਨੂੰ ਸਮਝਣਾ ਚਾਹੀਦਾ। ਨਹੀਂ ਇਸ ਵੇਲੇ ਨਹੀਂ, ਇਹਨਾਂ ਨੇ ਫਾਦਰ ਸਾਹਿਬ ਨੇ ਮੇਰੇ ਨਾਲ ਵਾਅਦਾ ਕਰ ਲਿਆ ਕਿ ਉਹ ਨਹੀਂ ਕਰਨਗੇ ਅਤੇ ਇਹ ਜਿਹੜੀ ਕੜੱਤਣ ਨੂੰ ਦੂਰ ਕਰਨਗੇ। ਔਰ ਵੇਰਕਾ ਸਾਹਿਬ ਬਹੁਤ ਸਿਆਣੇ ਸੁਲਝੇ ਨੇ, ਬਟ ਪ੍ਰੋਬਲਮ ਹੈ ਕਿ ਉਹ ਆਪ ਪਰੇਸ਼ਾਨ ਹੋਣ ਦੇ ਕਾਰਨ ਉਹਨਾਂ ਦੇ ਐਕਸੀਡੈਂਟ ਦੀ ਹਾਲਤ ਵਿੱਚ ਨੇ। ਹਾਂਜੀ, ਪਹਿਲਾਂ ਹੀ ਦੱਸ ਦੇਣਾ ਚਾਹੀਦਾ ਤੁਸੀਂ, ਜੇ ਯੂਕੇ ਦੇ ਵਿੱਚ ਉਹ ਬਸ ਜਾਂਦਾ ਚੰਗੀ ਤਰ੍ਹਾਂ, ਯੂਕੇ ਦਾ ਪਾਸਪੋਰਟ ਮਿਲਦਾ, ਕਿਤੇ ਮਰਜ਼ੀ ਜਾਂਦਾ ਜੀ, PR ਆਪੇ ਹੋ ਜਾਣੀ ਸੀਗੀ। ਚਲੋ ਇਹ ਸੋਲਵ ਹੋਣੀ, ਆਪਾਂ ਸੋਲਵ ਕਰਨੀ, ਵਧਾਉਣਾ ਨਹੀਂ ਗੱਲ, ਘਰ ਤੋੜਨ ਵਾਲੀ ਨਹੀਂ ਹੁਣ ਤੋੜਨਾ ਨਹੀਂ, ਹੁਣ ਜੋੜ ਰਹੇ ਅਸੀਂ ਘਰ। ਹਾਂਜੀ, ਨੰਬਰ 1 ਕਾਲਰ ਪਲੀਜ਼ ਗੋ ਹੈਡ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਪ੍ਰੋਸੀਡ। ਮੈਂ ਵਿਰਕਾ ਸਾਹਿਬ ਨੂੰ ਇਹ ਕਹਾਂਗੀ ਵੀ ਤੁਸੀਂ ਬਹੁਤ ਲੱਕੀ ਆ, ਤੁਹਾਨੂੰ ਇਹੋ ਜਿਹੀ ਬੇਟੀ ਮਿਲੀ, ਬਹੁਤ ਲੱਕੀ ਆ ਜਿਹੜੀ ਆਪ ਰੈਕਨਸਾਈਲ ਕਰਨਾ ਚਾਹੁੰਦੀ ਤੁਹਾਡੇ ਨਾਲ, ਪ੍ਰੋਬਲਮ ਘਟਾ ਕੇ ਤਾਂ ਆਪਣਾ ਘਰ ਵਸਾਉਣਾ ਚਾਹੁੰਦੀ ਆ। ਜਿਹੋ ਜੀ ਇਹ ਕੁੜੀ, ਬਹੁਤ ਘੱਟ ਕੁੜੀਆਂ ਇਸ ਦੁਨੀਆ ਦੇ ਵਿੱਚ, ਤੇ ਤੁਹਾਨੂੰ ਬਿਲਕੁਲ ਇੰਟਰਵੀਨ ਕਰਕੇ ਇਸ ਬੇਟੀ ਦਾ ਘਰ ਵਸਾਓ, ਭਾਵੇਂ ਜਿਵੇਂ ਮਰਜ਼ੀ ਵਸਾਓ, ਕਿਉਂਕਿ ਇਹਨਾਂ ਨੇ ਆਨੈਸਟਲੀ ਵਿਆਹ ਕੀਤਾ ਸੀ ਤੁਹਾਡੇ ਬੇਟੇ ਨਾਲ, ਹਨਾ। ਇਹਨਾਂ ਨੂੰ ਕੀ ਪਤਾ ਸੀ ਅਸੀਂ ਵਿਆਹ ਕਰਕੇ ਇੱਥੇ ਆਵਾਂਗੇ, ਸਾਡੇ ਨਾਲ ਇੰਨਾ ਕੁਛ ਹੋਵੇਗਾ। ਨਾਲੇ ਜਿਹੜੇ ਬਾਸੀ ਭਾਜੀ ਨੇ, ਹੀ ਇਜ਼ ਵੈਰੀ ਵੈਰੀ ਫੇਅਰ, ਉਹ ਤੁਹਾਨੂੰ ਕਿੰਨਾ ਵੱਡਾ ਚਾਂਸ ਦੇ ਰਿਹਾ ਆਪਣਾ ਘਰ ਵਸਾਉਣ ਲਈ। ਬਸ ਦੱਸ ਤੇ ਬਾਸੀ ਸਾਹਿਬ, ਥੈਂਕ ਯੂ। थैंक यू सो मच। नंबर 4 प्लीज, लंदन इंग्लैंड तो कॉल है, प्रोसीड करो। नंबर 2 कॉलर इंग्लैंड तो कॉलर हो। सत श्री अकाल बस साहब। जी जी प्रोसीड करो प्लीज। हाँ जी, मैं दसना सीगा कि ਇਹ ਦਾ ਲੱਕੀ ਬੰਦਾ ਆ ਕਿ ਇੱਥੇ ਦਾ ਉਹਦੇ 5 ਸਾਲ ਦੇ ਵਿੱਚ ਦੇ ਦਿੰਦੇ ਆ ਵੀਜ਼ਾ, ਪਾਸਪੋਰਟ ਮਿਲ ਜਾਂਦਾ ਜੀ। ਜੀ ਇੰਗਲੈਂਡ ਦੇ ਵਿੱਚ ਉੱਥੇ ਸਾਰੇ ਦਿਨ ਖਰਾਬ ਕਰਨੇ, ਇੱਥੇ ਰਹਿ ਕੇ 5 ਸਾਲ ਚ ਲਵੇ ਬ੍ਰਿਟਿਸ਼ ਪਾਸਪੋਰਟ, ਜਦੋਂ ਮਰਜ਼ੀ ਇੰਗਲੈਂਡ ਚਲ ਉੱਥੇ ਚਲ ਜਾਵੇ, ਕੈਨੇਡਾ ਚਲ ਜਾਵੇ। आई सी, थैंक यू सो मच। नंबर 3 कॉलर प्लीज। नंबर 3 कॉलर लाइन से हो। हाँ जी, सत श्री अकाल बासी साहब, मिस्टर वेरका साहब जी ने गल करना चाहांगा। प्रोसीड प्लीज, प्रोसीड, क्विक प्रोसीड। हाँ जी, वेरका साहब, ਜਦੋਂ ਤੁਸੀਂ ਕੁੜੀ ਨਾਲ ਪ੍ਰੋਮਿਸ ਕੀਤਾ ਸੀ ਕਿ ਮੁੰਡਾ ਇਹਦੇ ਨਾਲ ਰਹੇਗਾ, ਉਦੋਂ ਤੁਸੀਂ ਆਪਣੇ ਮੁੰਡੇ ਕੋਲੋਂ ਪ੍ਰੋਮਿਸ ਲਿੱਤਾ ਸੀ ਜਾਂ ਤੁਸੀਂ ਆਪ ਹੀ ਕਰ ਦਿੱਤਾ ਸੀ? वेरका साहब ਤੁਹਾਡੀ ਕੰਸੈਂਟ? जी जी, हाँ जी हाँ जी, वेरका साहब एक गल कहना चाहांगा कि धी बहुत सियाणी है ਤੇ ਤੁਸੀਂ ਅੱਜ ਆਪਣਾ ਯਾਦ ਰੱਖੋ। ਹਾਂਜੀ ਜੀ ਜੀ। ਤੇ ਮੁੰਡਾ ਕਹਿੰਦਾ ਮੈਂ ਨਹੀਂ ਦਿਲ ਲੱਗਿਆ, ਇਹਦਾ ਇਹ ਮਤਲਬ ਨਹੀਂ ਕਿ ਕੁੜੀ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਜਾਵੇ। ਤੁਸੀਂ ਆਪਣੇ ਹੱਥ ਜੋੜ ਕੇ ਧੀ ਨੂੰ ਘਰੇ ਲੈ ਕੇ ਆਓ, ਭਾਵੇਂ ਤੁਹਾਡਾ ਮੁੰਡਾ ਮੰਨੇ ਨਾ ਮੰਨੇ, ਇਹਦੇ 'ਚ ਕੋਈ ਆਪਸ਼ਨ ਨਹੀਂ ਹੈਗੀ। ਉਹ ਵੈਲ ਸੈਟਡ, ਫਿਰ ਵੀ ਉਹਦੀ ਜੌਬ, ਉਹਦੀ ਅਚੀਵਮੈਂਟ ਦੀ ਤੁਸੀਂ ਰਿਸਪੈਕਟ ਕਰੋ। ਥੈਂਕ ਯੂ वेरका ਸਾਹਿਬ। ਜੀ ਜੀ। ਹਾਂਜੀ, ਨੰਬਰ 4 ਕਾਲਰ ਪਲੀਜ਼। ਚਲੋ ਬਾਸੀ ਸਾਹਿਬ, ਮੇਰੀ ਤੇ ਬੜੀ ਬੇਨਤੀ ਹੈ ਜੀ, ਮੈਂ 2 ਗੱਲਾਂ ਕਰੂੰਗਾ। 92 ਚ ਮੈਂ ਵਿਆਹ ਕਰਾਇਆ ਸੀ, 4 ਬੰਦੇ ਲੈ ਕੇ, ਮੈਂ ਕੈਨੇਡਾ ਤੋਂ ਗਿਆ ਸੀ ਨਾ, 4 ਬੰਦੇ ਲੈ ਕੇ ਮੈਂ ਚਾਹ ਪਾਣੀ ਪੀਤਾ, ਰੋਟੀ ਮੈਂ ਸਿਖਾ ਦੀ। ਹੁਣ ਮੇਰਾ ਲੜਕਾ 24 ਸਾਲ ਦਾ, ਮੈਂ ਇੰਡੀਆ ਤੋਂ ਗਰੀਬ ਘਰ ਦੀ ਧੀ ਲੈ ਕੇ ਆਉਣੀ ਆ, ਜਿਹੜੀ ਬੇਟੀ ਦੀਆਂ ਗੱਲਾਂ ਸੁਣੀਆਂ ਮੇਰਾ ਦਿਲ ਰੁਪਿਆ ਫੁੱਟ ਕਰਕੇ। ਔਰ ਬੇਟਾ ਜੀ, ਵੇਰਕਾ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜੀ ਬੇਟੀ ਮਿਲਣੀ ਬੜੀ ਮੁਸ਼ਕਲ ਹੈ ਇਸ ਵਾਰ ਦੁਨੀਆ ਦੇ ਵਿੱਚ, ਕਿੰਨੀ ਨਰਮ ਤੇ ਉਹ ਸਭ ਉਹਦੇ ਮਾਪੇ ਨੇ ਬਣਾ ਕੇ ਦਿੱਤਾ। ਇਸੇ ਪਲੇਟਫਾਰਮ ਤੇ ਸਹੁੰ ਖਾ ਕੇ ਜਾਓ ਵੀ ਮੇਰਾ ਮੁੰਡਾ ਮੇਰੀ ਮੰਨੂਗਾ, ਤੇ ਬੇਟੀ ਨੂੰ ਵੀ ਬੇਨਤੀ ਕਰੂ ਬੇਟਾ ਇਸੇ ਪਲੇਟਫਾਰਮ ਤੇ ਆ ਕੇ ਜੇ ਤੁਹਾਡਾ ਕੋਈ ਸਮਝੌਤਾ ਹੁੰਦਾ ਇਹ ਤੇ ਅਗਰ ਜ਼ਰੂਰ ਦੱਸਿਓ, ਸਾਨੂੰ ਪਬਲਿਕ ਨੂੰ ਜ਼ਰੂਰ ਪਤਾ ਲੱਗ ਸਕੇ। ਵੇਰਕਾ ਸਾਹਿਬ, ਬੇਨਤੀ ਆ, ਸਾਡੇ ਪੈਰਾਂ ਦੇ ਵਿੱਚ ਹੱਥ ਲਾਉਣੇ ਆ, ਇੱਥੇ ਬਾਹਰ ਬੈਠੇ ਤੁਸੀਂ ਇਸੇ ਪਲੇਟਫਾਰਮ ਤੇ ਸਹੁੰ ਖਾਓ ਵੀ ਮੇਰਾ ਲੜਕਾ ਮੇਰੇ ਕਹਿਣੇ 'ਚ ਚੱਲੂਗਾ, ਤੇ ਆਪਣੇ ਨੂੰ ਫੋਨ ਕਰੂ ਲੜਕੀ ਨੂੰ। ਇਹਨਾਂ ਕਹਿੰਦਾ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਾਡਾ ਲਾਸਟ ਕਾਲਰ ਸੀਗਾ। ਔਰ ਵੇਰਕਾ ਸਾਹਿਬ, ਮੈਂ ਆਪ ਜੀ ਤੋਂ ਇੱਕ ਗੱਲ, ਇਹ ਜਿਹੜੇ ਸਾਡੇ ਮਿਲੀਅਨਸ ਲੋਕ ਵਾਚ ਕਰ ਰਹੇ ਤੁਹਾਨੂੰ ਦੁਨੀਆ ਦੇ ਵਿੱਚ, ਔਰ ਪੰਜਾਬ ਦੀ ਜਿਹੜੀ ਅਥਾਰਟੀ ਹੈ, ਕੁਝ ਪੁਲਿਸ ਅਫਸਰ ਵੀ ਵਾਚ ਕਰ ਰਹੇ ਨੇ, ਔਰ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਐਜ਼ ਅ ਜਰਨਲਿਸਟ ਤੌਰ ਤੇ, ਔਰ ਅਸੀਂ ਆਪਣੀ ਕਾਨੂੰਨੀ ਕਾਰਵਾਈ ਦੇ ਮੁਤਾਬਕ ਕਾਨੂੰਨ ਜੋ ਸਾਨੂੰ ਕਹਿੰਦਾ ਉਹ ਅਸੀਂ ਕਰਦੇ ਹਾਂ ਤੇ ਕਰ ਰਹੇ ਹਾਂ। ਸੋ ਤੁਸੀਂ ਹੁਣ ਜ਼ਿੰਮੇਵਾਰ ਲਈ ਹੈ, ਕਿਉਂਕਿ ਜ਼ਿੰਮੇਵਾਰ ਲੈਣੀ ਪੀਏ ਦਾ ਫਰਜ਼ ਬਣਦਾ, ਔਰ ਤੁਹਾਡਾ ਬੱਚਾ ਆਗਿਆਕਾਰ ਹੈ, ਔਰ ਤੁਸੀਂ ਇੱਕ ਬਹੁਤ ਹੀ ਚੰਗੇ ਘਰਾਣੇ ਨਾਲ ਸੰਬੰਧਿਤ ਹੋ। ਤੁਸੀਂ ਆਪਣੀ ਵਾਈਫ ਨੂੰ ਕਹੋਗੇ ਕਿ ਤੁਹਾਡੀ ਵਾਈਫ ਆਪਣੀ ਨੂੰਹ ਨਹੀਂ ਧੀ ਨੂੰ ਕਾਲ ਕਰੇ ਅਤੇ ਆਪਣਾ ਸੈਟਲਮੈਂਟ ਕਰੋ, ਬੱਚੇ ਨੂੰ ਕਹੋ ਬਲੌਕ ਕੀਤਾ ਫੋਨ ਬੰਦ ਕਰੋ, ਅਤੇ ਆਪਣੇ ਆਪੇ ਐਡਜਸਟਮੈਂਟ ਹਫ਼ਤੇ ਵਿੱਚ ਹੋ ਜਾਣੀ। ਜਦੋਂ ਗੱਲਾਂ ਬਾਤਾਂ ਕਰਨਗੇ ਆਪਸ ਵਿੱਚ ਬੱਚੇ ਜਿਹੜੇ ਨਿਵੈਕਸ ਹੋ ਜਾਣਗੇ, ਤੇ ਗੱਲਾਂ ਬਹੁਤੀਆਂ ਵੱਡੀਆਂ ਨਹੀਂ ਹੈ, ਛੋਟੀਆਂ ਨਹੀਂ, ਜਿਹੜੀਆਂ ਕਿ ਖਤਮ ਹੋ ਜਾਣਗੀਆਂ। ਸੋ ਤੁਸੀਂ ਮੈਨੂੰ ਵਾਅਦਾ ਕਰਦੇ ਹੋ ਕਿ ਦੋਨਾਂ ਧਿਰਾਂ ਦੇ ਨਾਲ ਆਪਸ ਵਿੱਚ ਤਾਲਮੇਲ ਨੂੰ ਤੁਸੀਂ ਵਧਾਓਗੇ, ਘਟਾਓਗੇ ਨਹੀਂ, ਅਤੇ ਟੈਲੀਫੋਨ ਨੂੰ ਜਿਹੜੇ ਨੇ ਬਲੌਕ ਕੀਤੇ ਉਹ ਅਨਬਲੌਕ ਕਰਾਓਗੇ। ਤੁਸੀਂ ਮੈਨੂੰ ਵਾਅਦਾ ਕਰਦੇ ਹੋ? ਯੈਸ ਔਰ ਨੋ ਪਲੀਜ਼। ਜੀ ਜੀ ਸਰ। ਥੈਂਕ ਯੂ ਸਰ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ। ਮਦਨ ਨੂੰ ਕਾਲ ਕਰੇ, ਔਰ ਤੁਸੀਂ ਆਪਸ ਵਿੱਚ ਹੀ ਕੰਟੀਨਿਊ ਆਪਣੀ ਕਨਵਰਸੇਸ਼ਨ ਜਿਹੜੀ ਆ ਉਹਨੂੰ